ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ। ਮੈਂ ਹਾਂ ਮੋਹਿਤ ਰੂਬਲ। ਪ੍ਰੋਗਰਾਮ ਇਲੈਕਸ਼ਨ ਆਰ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਮੈਂ ਹਾਜ਼ਰ ਹੋ ਚੁੱਕਿਆ। ਦੋਸਤੋ, ਅਸੀਂ ਗੱਲ ਕਰਦੇ ਹਾਂ ਪੰਜਾਬ ਦੀ। ਪੰਜਾਬ ਹੁਣ ਤੱਕ ਸਭ ਤੋਂ ਜਿਹੜਾ ਅਨੋਖਾ ਸਮਾਂ ਹੈ ਆਪਣੇ ਇਲੈਕਸ਼ਨਾਂ ਦਾ, ਉਹ ਹੰਢਾ ਰਿਹਾ ਹੈ, ਜਿੱਥੇ ਲੋਕਾਂ ਦੇ ਪਹਿਲੇ ਜਿਹੜੇ ਮਸਲੇ ਸੀਗੇ ਉਹ ਹੱਲ ਨਹੀਂ ਹੋ ਰਹੇ। ਦੂਸਰੇ ਪਾਸੇ ਜਿਹੜੀ ਕੇਂਦਰ ਸਰਕਾਰ ਹੈ ਹੋਰ ਚੁਣੌਤੀਆਂ ਜਿਹੜੀਆਂ ਨੇ ਉਹ ਦੇ ਰਹੀਆਂ ਨੇ। ਇਸ ਤੋਂ ਇਲਾਵਾ ਜੇਕਰ ਅਸੀਂ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤੇ ਉਹਨਾਂ ਦੀ ਵੀ ਕਹਿਣੀ ਤੇ ਕਰਨੀ ਵਿੱਚ ਬੜਾ ਫਰਕ ਹੈ, ਜਿਸ ਕਰਕੇ ਇਸ ਵਾਰ ਦੇ ਜਿਹੜੇ ਇਲੈਕਸ਼ਨ ਨੇ ਉਹ ਬੜੇ ਅਨੋਖਾ ਜਿਹੜਾ, ਜਿਵੇਂ ਕਿ ਮੈਂ ਕਿਹਾ, ਮਾਹੌਲ ਜਿਹੜਾ ਅਸੀਂ ਸਾਰੇ ਜਣੇ ਹੰਢਾ ਰਹੇ ਹਾਂ। ਸੋ ਦੇਖਦੇ ਹਾਂ ਕਿ ਆਉਣ ਵਾਲਾ ਸਮਾਂ ਕੀ ਕਹਿੰਦਾ, ਜਾਂ ਹੁਣ ਮੌਜੂਦਾ ਸਥਿਤੀ ਅਲੱਗ-ਅਲੱਗ ਪਾਰਟੀਆਂ ਦੀ ਕੀ ਹੈ ਤੇ ਉਹ ਕੀ ਆਪਣਾ ਸਟੈਂਡ ਲੈਂਦੀਆਂ ਨੇ। ਸੋ ਇਸ ਪੂਰੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਜੁੜ ਚੁੱਕੇ ਨੇ। ਜਿਵੇਂ ਕਿ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਕਾਂਗਰਸ ਪਾਰਟੀ ਤੋਂ ਮਨਿੰਦਰਪਾਲ ਸਿੰਘ ਪਲਾਸੋਰ ਜੀ ਦਾ, ਅਕਾਲੀ ਦਲ ਤੋਂ ਹਰੀਸ਼ ਰਾਏ ਢੰਡਾ ਜੀ ਸਾਡੇ ਨਾਲ ਜੁੜੇ ਨੇ, ਤੇ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ ਰਮਨ ਚੰਦੀ ਜੀ। ਆਪ ਸਭ ਜੀ ਦਾ ਸਵਾਗਤ ਹੈ ਜੀ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਮੈਂ ਹਰੀਸ਼ ਜੀ ਤੁਹਾਡੇ ਨਾਲ ਇੱਕ ਸਵਾਲ ਕਹਿ ਲਓ ਜਾਂ ਵੈਸੇ ਹੀ ਗੱਲਬਾਤ ਕਰਨਾ ਚਾਹਾਂਗਾ ਕਿ ਜੋ ਹੁਣ ਰੀਸੈਂਟਲੀ ਅਸੀਂ ਖਬਰ ਸੁਣੀ ਹੈ ਕਿ ਜੋ ਕੇਂਦਰ ਸਰਕਾਰ ਇੱਕ ਨਵਾਂ ਪੈਂਤੜਾ ਕਹਿ ਲਓ ਅਪਣਾ ਰਹੀ ਹੈ ਕਿ ਜਿਹੜਾ ਬਾਰਡਰ ਦੇ ਨਾਲ ਲੱਗਦਾ ਇਲਾਕਾ 50 ਕਿਲੋਮੀਟਰ ਦਾ ਇਲਾਕਾ ਜਿਹੜਾ ਹੈ ਉਹ ਖੁਦ ਐਕਵਾਇਰ ਕਰਨਾ ਚਾਹੁੰਦੀ ਹੈ। ਉਹਦੇ ਉੱਤੇ BSF ਦਾ ਜਿਹੜਾ ਹੈ ਕਹਿ ਲਓ ਕਿ ਕੰਟਰੋਲ ਹੋਵੇਗਾ। ਸੋ ਇਸ ਪੂਰੀ ਜਿਹੜੀ ਨਵੀਂ ਜਿਹੜੀ ਚੀਜ਼ ਸਾਹਮਣੇ ਆ ਰਹੀ ਹੈ, ਪੂਰੇ 12 ਸੂਬਿਆਂ ਦੀ ਗੱਲ ਚੱਲੀ ਹੈ, ਪਰ ਪੰਜਾਬ ਉਸ ਨੂੰ ਅਲੱਗ ਤਰੀਕੇ ਨਾਲ ਦੇਖ ਰਿਹਾ। ਉਸ ਦਾ ਦੇਖਣ ਦਾ ਕਾਰਨ ਵੀ ਇਹੀ ਹੈ ਕਿਉਂਕਿ ਸਾਨੂੰ ਸਾਫ਼ ਪਤਾ ਲੱਗ ਗਿਆ ਕਿ ਹਾਂ ਵੀ BJP ਜਿਹੜੀ ਹੈ ਉਹ ਪੰਜਾਬ ਦੇ ਵਿੱਚ ਕੋਈ ਸਟੈਂਡ ਨਹੀਂ ਲੈ ਪਾ ਰਹੀ। ਸੋ ਕੀ ਉਹ ਇਲੈਕਸ਼ਨਾਂ ਦੇ ਕਰਕੇ ਨਵੀਂ ਚੀਜ਼ ਸਾਹਮਣੇ ਆ ਰਹੀ ਹੈ, ਜਾਂ ਓਵਰਆਲ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਹਰੀਸ਼ ਜੀ? ਦੇਖੋ, ਜਦ ਇੱਕ ਪੋਲੀਟੀਕਲ ਮੂਵ ਹੋਵੇ ਤਾਂ ਉਹਨੂੰ ਦੇਖਣਾ ਤਾਂ ਹਰ ਪਹਿਲੂ ਤੋਂ ਪੈਂਦਾ, ਪਰ ਡੈਫੀਨੇਟਲੀ ਅਫਗਾਨਿਸਤਾਨ ਦਾ ਇੰਪੈਕਟ ਜਿਹੜਾ ਹੈਗਾ ਉਹ ਵੀ ਹੈਗਾ। ਉਹਨੂੰ ਵੀ ਤੁਸੀਂ ਅੱਖੋਂ ਓਹਲੇ ਨਹੀਂ ਕਰ ਸਕਦੇ, ਪਰ ਇਮੀਡੀਏਟ ਪੰਜਾਬ 'ਚ ਕੋਈ ਇਹੋ ਜਿਹੀ ਪ੍ਰੋਬਲਮ ਨਜ਼ਰ ਨਹੀਂ ਆਈ ਜਿਹਦੇ ਕਰਕੇ ਇਸ ਕਿਸਮ ਦਾ ਸਟੈਪ ਲੈਣ ਦੀ ਲੋੜ ਸੀ। ਜੰਮੂ ਕਸ਼ਮੀਰ ਦੇ ਵਿੱਚ ਵੀ ਦੇਖੀਏ ਕਿ ਕੁਝ ਟਾਰਗੇਟਡ ਕਿਲਿੰਗਸ ਹੋਈਆਂ, ਪਰ ਜਿਹੜਾ ਪਰਸੈਪਸ਼ਨ ਜਾਂ ਸਾਈਜ਼ ਕਹਿ ਲਓ ਉਹਦਾ ਟੈਰਰਿਜ਼ਮ ਦਾ, ਉਹਦੇ 'ਚ ਕੋਈ ਨਵੀਂ ਬਦਲਾਵ ਨਹੀਂ ਆਇਆ ਸੀ ਜਿਹਦੇ ਪਿੱਛੇ ਉੱਥੇ ਵੀ ਇਸ ਕਿਸਮ ਦਾ ਸੋਚਿਆ ਜਾਂਦਾ। ਪਰ ਗਵਰਨਮੈਂਟ ਬੈਕਫੁੱਟ ਤੇ ਜ਼ਰੂਰ ਹੈ ਜਿਹੜੀਆਂ ਟਾਰਗੇਟਡ ਕਿਲਿੰਗਸ ਕੀਤੀਆਂ ਗਈਆਂ ਮਿਨੋਰਿਟੀ ਕਮਿਊਨਿਟੀਜ਼ ਦੀਆਂ, ਜਿਹਨੇ ਇੱਕ ਨਵੀਂ ਡਾਇਮੈਂਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਕ੍ਰਾਸ ਬਾਰਡਰ ਆਏ ਹੈ। ਤੇ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਸ਼ਿਸ਼ ਹੈ ਪਾਕਿਸਤਾਨ ਦੀ, ਜਿਸ ਤਰ੍ਹਾਂ ਲੇਟੈਸਟ ਬਹੁਤ ਜ਼ਿਆਦਾ ਸਪਲਾਈ ਆਫ ਵੈਪਨਸ ਪੰਜਾਬ 'ਚ ਕੀਤੀ ਜਾ ਰਹੀ ਹੈ, ਡਰੋਨ ਦਾ ਇਸਤੇਮਾਲ ਇੱਕ ਨਵਾਂ ਪਹਿਲੂ ਕ੍ਰੀਏਟ ਕੀਤਾ ਹੈ। ਪਰ ਇਹ ਜਿਹੜਾ ਇਲੈਕਸ਼ਨਸ ਦੇ ਨਾਲ ਵੀ ਜੇ ਜੋੜੀਏ, ਜਾਂ ਕੈਪਟਨ ਅਮਰਿੰਦਰ ਸਿੰਘ ਜਿਹੜੀ ਬਾਰ-ਬਾਰ 600 ਕਿਲੋਮੀਟਰ ਬਾਰਡਰ ਦੀ ਗੱਲ ਕਰਦੇ हैं, ਸੁਰੱਖਿਆ ਦੀ ਗੱਲ ਕਰਦੇ हैं, ਉਹ ਕੈਪਟਨ ਸਾਹਿਬ ਦਾ ਵੀ ਨਜ਼ਦੀਕੀਆਂ BJP ਨਾਲ ਹੋਣੀਆਂ ਸੈਂਟਰ ਸਰਕਾਰ ਨਾਲ, ਕਿਤੇ ਨਾ ਕਿਤੇ ਉਹ ਵੀ ਰੂਪ ਹੋ ਸਕਦਾ ਹੈ। ਇਹਨੂੰ ਹਲੇ ਬੜੀ ਕੌਸ਼ੀਅਸਲੀ ਸੋਚਣ ਵਾਲੀ ਗੱਲ ਹੈ। ਜਿਹੜਾ ਤੁਸੀਂ ਫੈਡਰਲ ਸਟਰਕਚਰ ਹੈ ਉਹਦੇ ਤੇ ਵੀ ਬੜੀ ਢਾਹ ਦੀ ਗੱਲ ਹੈ। ਤੇ ਜੇ ਸੂਬੇ ਦੀ ਸਰਕਾਰ ਨੂੰ ਕੌਨਫੀਡੈਂਸ ਲੈ ਕੇ ਕੀਤਾ ਫਿਰ ਇਹਦੀ ਗੱਲ ਹੋ ਰਹੀ, ਜੇ ਕੌਨਫੀਡੈਂਸ ਲੈ ਬਿਨਾਂ ਕੀਤਾ ਦੈਨ ਡਾਇਮੈਂਸ਼ਨਸ ਹੋ ਰਹੇ। ਸੋ ਇਹ ਤਾਂ ਸੂਬੇ ਦੀ ਸਰਕਾਰ ਨੂੰ ਵੀ ਇਹਦੇ ਤੇ ਸਪਸ਼ਟੀਕਰਨ ਦੇਣਾ ਪਊਗਾ ਕਿ ਕਿਸ ਹਾਲਾਤ ਦੇ ਵਿੱਚ ਵੈਦਰ ਉਹਨਾਂ ਨੂੰ ਬੋਰਡ ਲਿਆ ਕਿ ਨਹੀਂ ਲਿਆ। ਰਮਨ ਚੰਡੀ ਜੀ, ਮੈਂ ਤੁਹਾਡੇ ਕੋਲੋਂ ਵੀ ਤੁਹਾਡਾ ਵਿਊ ਪੁਆਇੰਟ ਲੈਣਾ ਚਾਹਾਂਗਾ ਕਿ ਜਿਹੜੀ ਹੁਣ ਨਵੀਂ ਜਿਹੜਾ ਪੈਂਤੜਾ ਕਹਿ ਰਹੀ ਹੈ ਕੇਂਦਰ ਸਰਕਾਰ ਵੱਲੋਂ ਜਿਹੜਾ ਖੇਡੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਮੋਹਿਤ ਜੀ, ਜਿਸ ਤਰ੍ਹਾਂ ਢਾਂਡਾ ਸਾਹਿਬ ਨੇ ਕਿਹਾ, ਮੈਂ ਇਹਨਾਂ ਦੀ ਕੱਲੀ ਗੱਲ ਨਾਲ ਸਹਿਮਤ ਹਾਂ, ਪਰ ਮੁੱਦਾ ਇੱਥੇ ਇਹ ਹੈ, ਇਹਨਾਂ ਨੇ ਅਖੀਰ ਦੇ ਵਿੱਚ ਕਿਹਾ ਸੀ ਵੀ ਜੇਕਰ ਸੈਂਟਰ ਦੀ ਸਰਕਾਰ ਨੇ ਸੂਬੇ ਦੀ ਸਰਕਾਰ ਨੂੰ ਸਹਿਮਤੀ ਦੇ ਨਾਲ ਲੈ ਕੇ ਕੀਤਾ ਤਾਂ ਇੱਕ ਵੱਖਰਾ ਇਸ਼ੂ, ਔਰ ਜੇਕਰ ਉਹਨਾਂ ਤੋਂ ਸਹਿਮਤੀ ਤੋਂ ਬਿਨਾਂ ਕੀਤਾ। ਕੱਲ ਸਾਬਕਾ ਪ੍ਰਧਾਨ ਪੰਜਾਬ ਕਾਂਗਰਸ ਦੇ ਜਾਖੜ ਸਾਹਿਬ ਨੇ ਸਿੱਧੇ ਹੀ ਐਲੀਗੇਸ਼ਨ ਪੰਜਾਬ ਦੇ ਚੀਫ ਮਿਨਿਸਟਰ ਤੇ ਲਾਇਆ ਆਪਣੇ ਟਵੀਟ ਦੇ ਰਾਹੀਂ ਕਿ ਇਹ ਤੁਸੀਂ ਕੀ ਕੀਤਾ, ਪੰਜਾਬ ਨੂੰ ਅੱਧਾ ਪੰਜਾਬ ਤੁਸੀਂ ਸੈਂਟਰ ਨੂੰ ਦੇ ਆਏ। ਸੋ ਜਦ ਅਸੀਂ ਇਹਨਾਂ ਗੱਲਾਂ ਵੱਲ ਨੂੰ ਸੋਚਦੇ ਹਾਂ ਤਾਂ ਸਾਨੂੰ ਕਿਤੇ ਨਾ ਕਿਤੇ ਦੇਖੋ ਕੈਪਟਨ ਸਾਹਿਬ ਦੇ ਵੀ ਬਿਆਨ ਆਉਂਦੇ ਰਹੇ ਨੇ। ਨੰਬਰ 1 ਗੱਲ ਸੋਚਣ ਵਾਲੀ ਇਹ ਹੈ ਕਿ ਇਹ ਸਾਰਾ ਕੁਝ ਜਦੋਂ ਵੀ ਹੁੰਦਾ ਹੈ, ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਨੇੜੇ ਆਉਂਦੀ ਹੈ ਤਾਂ ਉਦੋਂ ਹੀ ਕਿਉਂ ਹੁੰਦਾ ਹੈ? ਪਿਛਲੇ 4.5 ਸਾਲ ਤੱਕ ਅਜਿਹੀਆਂ ਕੋਈ ਵੀ ਨੈਸ਼ਨਲ ਲੈਵਲ ਦੀ ਸਿਕਿਉਰਿਟੀ ਨੂੰ ਲੈ ਕੇ ਕੋਈ ਅਜਿਹੀਆਂ ਗੱਲਾਂ ਨਹੀਂ ਸੈਂਟਰ ਵੱਲੋਂ ਆਈਆਂ। ਛੋਟੀਆਂ ਮੋਟੀਆਂ ਘਟਨਾਵਾਂ ਚਲੋ ਚੱਲਦੀਆਂ ਰਹੀਆਂ ਨੇ। ਇਹ ਜੋ ਐਡਾ ਵੱਡਾ ਸਟੈਪ ਚੱਕਣਾ ਸੈਂਟਰ ਦਾ, ਇੱਕ ਬਹੁਤ ਵੱਡੀ ਘਟਨਾ। 50 ਕਿਲੋਮੀਟਰ ਦਾ ਮਤਲਬ ਹੈ ਵੱਡੀ 40% ਪੰਜਾਬ ਉਹਨਾਂ ਦੇ ਤਿਆਰ ਹੋ ਗਿਆ। ਸੋ ਕਿਤੇ ਨਾ ਕਿਤੇ ਸਾਨੂੰ ਡਾਊਟ ਹੈ, ਕਿਤੇ ਨਾ ਕਿਤੇ ਵੀ ਇਹ ਪੋਲੀਟੀਕਲ ਗੇਮ ਹੈ ਪੰਜਾਬ ਦੇ ਲੋਕਾਂ ਨੂੰ ਡਰਾ ਕੇ, ਕਿਉਂਕਿ ਭਾਜਪਾ ਦਾ ਜਿਹੜਾ ਵੋਟ ਬੈਂਕ ਹੈ ਬਿਲਕੁਲ ਖਤਮ ਹੋ ਚੁੱਕਿਆ ਪੰਜਾਬ ਦੇ ਵਿੱਚ। ਉਹ ਕਿਤੇ ਨਾ ਕਿਤੇ ਬਾਈ ਹੁੱਕ ਐਂਡ ਕਰੁੱਕ ਪੰਜਾਬ ਦੇ ਲੋਕਾਂ ਨੂੰ ਡਰਾ ਕੇ ਆਪਣੇ ਪੈਰ ਪਸਾਰਨਾ ਚਾਹੁੰਦੀ ਹੈ।
ਮੈਨੂੰ ਤੇ ਇਹੀ ਲੱਗਦਾ ਕਿ ਕੈਪਟਨ ਸਾਹਿਬ ਦੀ ਇੰਟਰਨਲੀ ਜੋ ਇੱਛਾ ਹੈ ਉਹਨਾਂ ਦੀ, ਉਹ ਬੀਜੇਪੀ ਨਾਲ ਰਲ ਕੇ ਪੰਜਾਬ ਦਾ ਪਹਿਲਾ ਮਾਹੌਲ ਖਰਾਬ ਕਰੋ, ਫਿਰ ਪੋਲੀਟੀਕਲ ਲੈਵਲ ਤੇ ਉਸ ਨੂੰ ਅਸੀਂ ਠੀਕ ਕਰੀਏ ਕਿ ਆਹ ਅਸੀਂ ਪੰਜਾਬ ਦੇ ਲਈ ਕਰ ਰਹੇ ਹਾਂ ਔਰ ਅਸੀਂ ਆਪਣਾ ਵੋਟ ਬੈਂਕ ਪੈਦਾ ਕਰੀਏ ਪੰਜਾਬ ਦੇ ਅੰਦਰ। ਇਹੀ ਕੁਝ ਹੈ। ਜਾਂ ਤਾਂ ਪੰਜਾਬ ਸਟੇਟ ਕਲੀਅਰ ਕਰੇ ਜਾਂ ਸੈਂਟਰ ਪਹਿਲਾਂ ਸਭ ਤੋਂ ਪਹਿਲਾਂ ਕਲੀਅਰ ਕਰ ਦੇਣੀ ਚਾਹੀਦੀ ਹੈ ਕਿ ਆਹ ਚੀਜ਼ਾਂ, ਆਹ ਘਟਨਾਵਾਂ ਨੇ ਜੋ ਆਉਣ ਵਾਲੇ ਸਮੇਂ 'ਚ ਸਾਨੂੰ ਆਹ ਲੱਗਦਾ ਵੀ ਪੰਜਾਬ ਇਸ ਪੱਖੋਂ ਡੇਂਜਰਸ ਸਥਿਤੀ ਦੇ ਵਿੱਚ ਹੈ। ਅਜਿਹੀ ਗੱਲ ਤਾਂ ਕੋਈ ਸੈਂਟਰ ਨੇ ਕਲੀਅਰ ਨਹੀਂ ਕੀਤੀ। ਜੀ 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 ਮਨਿੰਦਰਪਾਲ ਸਿੰਘ ਜੀ, ਹੁਣ ਮੈਂ ਤੁਹਾਡੇ ਕੋਲ ਪੁੱਛਾਂਗਾ, ਤੁਹਾਨੂੰ ਐਂਡ ਵਿੱਚ ਪੁੱਛਣ ਦਾ ਕਾਰਨ ਹੈ ਕਿ ਹੋਰ ਵੀ ਦੋ ਤਿੰਨ ਸਵਾਲ ਹੈ ਜੋ ਕਿ ਨਾਲ ਐਡ ਹੁੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਕਾਫੀ ਲੰਮਾ ਸਮਾਂ ਕਾਂਗਰਸ ਦੇ ਵਿੱਚ ਬਿਤਾਇਆ, ਮੁੱਖ ਮੰਤਰੀ ਵੀ ਰਹੇ, ਕਾਫੀ ਸਾਰੀ ਉਹਨਾਂ ਨੇ ਚੀਜ਼ਾਂ ਵਧੀਆ ਵੀ ਕੀਤੀਆਂ, ਪਰ ਉਹਨਾਂ ਨੇ ਹੀ ਟਾਈਮ ਟੂ ਟਾਈਮ ਜਿਹੜੀਆਂ ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਦੇ ਕੇ ਬਾਰ-ਬਾਰ ਗੱਲਾਂ ਕਹਿੰਦੇ ਰਹੇ ਜਾਂ ਫਿਰ ਇੱਕ ਹਿੰਟ ਦਿੰਦੇ ਰਹੇ ਕਿ ਹਾਂ ਵੀ ਆਉਣ ਵਾਲੇ ਸਮੇਂ ਵਿੱਚ ਇਹ ਵੀ ਜਿਹੜਾ ਸੱਪ ਹੈ ਕੱਢਿਆ ਜਾ ਸਕਦਾ। ਇਹਦੇ ਕਰਕੇ ਹੋਰ ਵੀ ਗੱਲਾਂ ਨਾਲ ਐਡ ਹੁੰਦੀਆਂ ਨੇ ਕਿ ਜਦੋਂ ਲਖੀਮਪੁਰ ਵਾਲੀ ਘਟਨਾ ਹੁੰਦੀ ਹੈ ਉਹਦੇ ਤੇ ਇੱਕ ਵੀ ਟਵੀਟ, ਕਿੰਨੇ ਦਿਨ ਹੋ ਗਏ ਇੱਕ ਵੀ ਸਿੰਗਲ ਟਵੀਟ ਨਹੀਂ ਉਹਨਾਂ ਦਾ ਸਾਹਮਣੇ ਆਉਂਦਾ, ਪਰ ਜਦੋਂ ਨੈਸ਼ਨਲ ਕਹਿ ਲਈਏ ਸੈਂਟਰ ਗਵਰਨਮੈਂਟ ਵੱਲੋਂ ਜਦੋਂ ਆਹ ਹੁਕਮ ਆਉਂਦਾ ਕਿ ਹਾਂ ਵੀ 50 ਕਿਲੋਮੀਟਰ ਦਾ ਜਿਹੜਾ ਦਾਇਰਾ ਉਹ BSF ਅਕਵਾਇਰ ਕਰੇਗਾ, ਨਾਲ ਹੀ ਕੈਪਟਨ ਸਾਹਿਬ ਦੀ ਹਾਮੀ ਆ ਜਾਂਦੀ ਕਿ ਹਾਂ ਵੀ ਨਹੀਂ, ਚੰਗਾ ਇਨੀਸ਼ੀਏਟਿਵ ਹੈ। ਸੋ ਇੱਥੇ ਸਵਾਲ ਉਹਨਾਂ ਦੇ ਬਿਲਕੁਲ ਸਾਫ਼ ਜਾਇਜ਼ ਖੜਾ ਹੁੰਦਾ ਹੈ ਕਿ ਬਈ ਉਹ ਵਾਕਈ ਕਾਂਗਰਸ ਵੱਲ ਸੀਗੇ, ਵਾਕਈ ਪੰਜਾਬ ਹਮਾਇਤੀ ਸੀਗੇ ਕਿ ਨਹੀਂ, ਕਿਉਂਕਿ ਹੁਣ ਜਿਹੜੇ ਉਹਨਾਂ ਦੇ ਰੰਗ ਨੇ ਉਹ ਬਿਲਕੁਲ ਹੀ ਇੱਕ ਕਹਿ ਲਈਏ ਕਿ BJP ਦੇ ਰੰਗ ਜਿਹੜੇ ਸਾਹਮਣੇ ਆ ਰਹੇ ਨੇ। ਤੁਹਾਡਾ ਕੀ ਕਹਿਣਾ ਇਸ ਬਾਰੇ? ਸਭ ਤੋਂ ਪਹਿਲਾਂ ਤਾਂ ਵਿਜ਼ਨ ਪੰਜਾਬ ਦੇ ਰਾਹੀਂ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ। ਮੈਂ ਚੰਦੀ ਜੀ ਦੀ ਵੀ ਤੇ ਟਾਂਡਾ ਜੀ ਦੀ ਵੀ ਇਸ ਗੱਲ ਦੇ ਨਾਲ ਸਹਿਮਤ ਹੈ ਕਿ ਸਾਨੂੰ ਸਾਰਿਆਂ ਨੂੰ ਰਾਜਨੀਤਿਕ ਤੰਗ ਨਜ਼ਰੀ ਤੋਂ ਉੱਪਰ ਉੱਠ ਕੇ ਇਹ ਜਿਹੜਾ ਪੰਜਾਬ ਦੇ ਉੱਪਰ ਸੈਂਟਰ ਸਰਕਾਰ ਵੱਲੋਂ ਆਪਣੇ BJP ਦੇ ਹਿੱਤਾਂ ਨੂੰ ਅੱਗੇ ਰੱਖਦਿਆਂ ਇਹ ਇੱਕ ਵਾਰ ਕੀਤਾ ਗਿਆ, ਸਾਨੂੰ ਸਾਰਿਆਂ ਨੂੰ ਰਾਜਨੀਤਿਕ ਵਖਰੇਵੇਂਬੰਦੀ ਨੂੰ ਛੱਡ ਕੇ ਇਕੱਠੇ ਹੋ ਕੇ ਇਹਦੇ ਤੇ ਲੜਨ ਦੀ ਲੋੜ ਹੈ। ਜਿੱਥੋਂ ਤੱਕ ਗੱਲ ਚੰਦੀ ਸਾਹਿਬ ਨੇ ਕੀਤੀ ਹੈ ਕਿ ਜਾਖੜ ਸਾਹਿਬ ਨੇ ਕੱਲ ਆ ਗੱਲ ਕੀਤੀ ਹੈ ਜਾਂ ਸਰਕਾਰ ਨੇ ਇਹਦੇ ਵਿੱਚ ਆਪਣਾ ਪੱਖ ਕਲੀਅਰ ਨਹੀਂ ਕੀਤਾ, ਕੱਲ ਸ਼ਾਮ ਨੂੰ ਇਹ ਗੱਲ ਸਾਹਮਣੇ ਆਈ ਸੀਗੀ। ਅੱਜ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜੀ ਨੇ ਵੀ ਇਸ ਪੱਖ ਨੂੰ ਬੜੀ ਕਲੀਅਰਲੀ ਕੰਡੈਮ ਵੀ ਕੀਤਾ ਤੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰੀ ਜਿਸ ਦਿਨ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਸੀ, ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਦੇ ਵਿੱਚ ਮੈਂ ਡਰੱਗ ਇਸ਼ੂ ਨੂੰ ਤੇ ਵੈਪਨ ਸਪਲਾਈ ਇਸ਼ੂ ਨੂੰ ਉਠਾ ਕੇ ਬਾਰਡਰ ਸੀਲ ਕਰਨ ਦੀ ਗੱਲ ਕੀਤੀ ਸੀ, ਨਾ ਕਿ ਬਾਰਡਰ ਐਕਸਟੈਂਡ ਕਰਨ ਦੀ ਗੱਲ ਕੀਤੀ ਸੀ। ਅੱਜ ਉਹਨਾਂ ਨੇ ਇਹ ਦਾਇਰਾ ਜਿਹੜਾ ਸੀ ਇਹਨੂੰ 15 ਤੋਂ 50 ਤੇ ਖੜਨ ਵਾਲੀ ਜਿਹੜੀ ਗੱਲ ਕੀਤੀ ਹੈ, ਇਹਦੇ ਵਿੱਚ ਕਿਤੇ ਵੀ CM ਪੰਜਾਬ ਦੀ ਇਹੋ ਜਿਹੀ ਕੋਈ ਗੱਲ ਨਹੀਂ ਸੀ। ਜਾਂ ਜਿਵੇਂ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਇਹ ਉਹਨਾਂ ਕੋਲੋਂ ਵਿਸਰ ਭੋਲੇ ਹੋ ਗਿਆ, ਇੰਨਾ ਵਿਸਰ ਭੋਲਾ ਕੋਈ ਵੀ ਬੰਦਾ ਨਹੀਂ ਹੁੰਦਾ। ਵੱਡੀ ਗੱਲ ਜੇ ਅਸੀਂ ਇਹ ਗੱਲ ਕਹਿ ਲਈਏ, ਜਿਵੇਂ ਤੁਸੀਂ ਕਿਹਾ ਗੱਲ ਤਾਂ ਸਰ 12 ਸਟੇਟਾਂ ਦੀ ਹੋਈ ਹੈ, ਪੱਛਮੀ ਬੰਗਾਲ ਵੀ ਉਹਦੇ 'ਚ ਇਨਵੋਲਵ ਹੈ, ਅਸਾਮ ਵੀ ਉਹਦੇ 'ਚ ਇਨਵੋਲਵ ਹੈ, ਰਾਜਸਥਾਨ ਵੀ ਇਨਵੋਲਵ ਹੈ। ਕਿੰਨੀਆਂ ਸਟੇਟਸ ਨੇ? ਕੀ ਸਾਰੀਆਂ ਸਟੇਟਾਂ ਦੀ ਸਹਿਮਤੀ ਲਈ ਗਈ ਹੈ CM ਦੀ ਉਹਦੇ ਤੇ ਜੇ ਬਾਕੀਆਂ ਦੀ ਨਹੀਂ ਲਈ ਗਈ ਤੇ ਫਿਰ CM ਪੰਜਾਬ ਤੇ ਜਾਂ ਕਾਂਗਰਸ ਗਵਰਨਮੈਂਟ ਮੌਜੂਦਾ ਜਿਹੜੀ ਹੈ ਉਹਦੇ ਤੇ ਅਟੈਕ ਕਰਨ ਦੀ ਬਜਾਏ ਸਾਨੂੰ ਚਾਹੀਦਾ ਇਹ ਹੈ ਕਿ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਮੇਰੇ ਭਰਾ ਨੇ ਗੱਲ ਕੀਤੀ ਹੈ ਕਿ ਜੋ ਇਹਦੇ ਪਿੱਛੇ ਉਹਨਾਂ ਦੀ ਭਾਵਨਾ ਹੈ, ਸਾਨੂੰ ਉਸ ਭਾਵਨਾ ਨੂੰ ਵੇਖਣਾ ਚਾਹੀਦਾ, ਪੜਚੋਲਣਾ ਚਾਹੀਦਾ ਤੇ ਸਾਨੂੰ ਉਸ ਗੱਲ ਦੇ ਉੱਤੇ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਸਟੈਂਡ ਲੈਣਾ ਚਾਹੀਦਾ ਕਿ ਰਾਜਨੀਤੀ ਕਰਨ ਦੇ ਹੋਰ ਬਹੁਤ ਸਾਰੇ ਤਰੀਕੇ ਨੇ। ਇਸ ਤਰ੍ਹਾਂ ਬਾਰਡਰਾਂ ਨੂੰ ਡਿਸਟਰਬ ਕਰਕੇ, ਇਸ ਤਰ੍ਹਾਂ ਲੋਕਾਂ ਦੇ ਸੰਵਿਧਾਨਕ ਹੱਕ ਜਿਹੜੇ ਨੇ ਸੂਬੇ ਸਟੇਟਾਂ ਦੇ, ਉਹਨਾਂ ਨੂੰ ਖੋ ਕੇ ਰਾਜਨੀਤੀ ਕੀਤੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਕੋਈ ਬਹੁਤੀ ਜ਼ਿਆਦਾ ਫਾਇਦਾ ਦੇਣ ਵਾਲੀ ਨਹੀਂ ਗੀ। ਜਿੱਥੋਂ ਤੱਕ ਇਹਨਾਂ ਨੇ ਗੱਲ ਕੀਤੀ ਹੈ ਜਾਂ ਤੁਸੀਂ ਵੀ ਕੋਸ਼ਿਸ਼ ਗੱਲ ਕੀਤੀ ਹੈ, ਹੁਣ ਤਾਂ ਗੱਲ ਬੜੀ ਕਲੀਅਰ ਹੁੰਦੀ ਜਾ ਰਹੀ ਹੈ ਕਿ ਤੁਸੀਂ ਗੱਲ ਸਿਰਫ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹੈ ਉਦੋਂ ਬਾਰਡਰ ਦਾ ਜਾਂ ਪਾਕਿਸਤਾਨ ਦਾ ਹਵਾ ਖੜਾ ਕੀਤਾ ਜਾਂਦਾ। ਜੇ ਥੋੜਾ ਜਿਹਾ ਪਾਰਲੀਮੈਂਟ ਇਲੈਕਸ਼ਨ ਜਾਂ ਉਸ ਤੋਂ ਵੀ ਪਹਿਲਾਂ ਜਾਓ, ਹਿੰਦੁਸਤਾਨ ਦੇ ਵਿੱਚ ਜਦੋਂ ਵੀ ਕਦੀ ਇਲੈਕਸ਼ਨ ਆਉਂਦੀ ਹੈ ਤਾਂ ਉਸ ਵੇਲੇ ਪਾਕਿਸਤਾਨ ਦਾ ਕਦੀ ਡਰੋਨ ਦਾ, ਕਦੀ ਬਾਲੇ ਚੱਕ ਦਾ, ਕਦੀ ਦੂਸਰਾ, ਇਹ ਇਸ ਤਰ੍ਹਾਂ ਦੇ ਸਾਰੇ ਜਿਹੜੇ ਨੇ
षडयंत्र रचे जाते हैं। और अज चौथी कि पंजवीं इलैक्शन है जिहड़ी पाकिस्तान का हवा खड़ा करके हिंदुस्तान दे विच उहनूं लड़िया जाता है तो उहनूं जितण की कोशिश की जाती है। पर मेरा ख्याल इस चीज़ दे विच पंजाब दे विच कामयाब नहीं होया जाना, क्योंकि पंजाब इस चालबाजी तो उपर उठ के पंजाब तो अज अपने सिद्धांत की, अपनी रोजी रोटी की, अपने चुल्हिਆਂ नाल बजी जिहड़ी मंग है, जिहड़ा संघर्ष है, पंजाब तो जो दी लड़ाई ਜੇ ਇੱਥੇ ਜੇਕਰ ਗੱਲ ਕਰੀਏ ਤਾਂ ਇੱਥੇ ਤਾਂ ਜੱਗ ਜ਼ਾਹਰ ਹੈ ਕਿ ਹਾਂ ਵੀ ਕਿਵੇਂ ਪੰਜਾਬ ਨੂੰ ਤੋੜਿਆ ਮਰੋੜਿਆ ਗਿਆ, ਕਿਵੇਂ ਪੰਜਾਬ ਨੂੰ ਵੰਡਿਆ ਗਿਆ। ਕੁਝ ਹਿੱਸਾ ਪਹਿਲਾਂ ਹਰਿਆਣੇ ਨੂੰ ਦੇਤਾ, ਕੁਝ ਦਿੱਲੀ ਵੱਲ ਵੰਡਿਆ ਗਿਆ, ਕੁਝ ਜੰਮੂ ਵੱਲ ਦੇਤਾ ਗਿਆ। ਪੰਜਾਬ ਨੂੰ ਆਲਰੇਡੀ ਕਾਫੀ ਛੋਟਾ ਕਰ ਚੁੱਕੇ ਨੇ। ਇੱਕ ਹੋਰ ਚਾਲ ਕਹਿ ਲਈਏ ਕਿ BSF ਦੇ ਜ਼ਰੀਏ ਕਸ਼ਮੀਰ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਜਿੱਥੇ BJP ਦਾ ਓਵਰਆਲ ਪੂਰੀ ਇੰਡੀਆ ਦੇ ਵਿੱਚ ਸੇਮ ਸਟੈਂਡ ਹੈ, ਉੱਥੇ ਤੁਸੀਂ ਗੱਲ ਕੀਤੀ ਕਿ ਚੰਨੀ ਸਾਹਿਬ ਨੇ ਆਪਣਾ ਸਟੈਂਡ ਲਿਆ, ਉਹਨਾਂ ਨੇ ਵਿਰੋਧ ਵੀ ਕੀਤਾ। ਬਟ ਸੇਮ ਟਾਈਮ ਤੇ ਬੀਤੇ ਥੋੜੇ ਦਿਨ ਪਹਿਲਾਂ ਜਦੋਂ ਉਹਨਾਂ ਦੇ ਬੇਟੇ ਦਾ ਵਿਆਹ ਹੁੰਦਾ ਹੈ, ਉੱਥੇ ਖੱਟਰ ਸਾਹਿਬ ਨੂੰ ਇਨਵੀਟੇਸ਼ਨ ਦੇਣ ਦੀ ਕੀ ਲੋੜ ਪੈ ਗਈ। ਚਲੋ ਇੱਕ ਪੁਆਇੰਟ ਤਾਂ ਆਪਾਂ ਕਹਿ ਦਿੰਦੇ ਕਿ ਹਾਂ ਵੀ ਉਹਨਾਂ ਦਾ ਨਿੱਜੀ ਲਾਈਫ ਹੈ, ਬਟ ਨਿੱਜੀ ਲਾਈਫ ਹੋਣ ਦੇ ਬਾਵਜੂਦ ਪੰਜਾਬ ਨਾਲ ਜਿੰਨਾ ਕੁ ਉਹਨਾਂ ਨੇ ਵਰਤਾਓ ਕੀਤਾ ਹੈ, 700 ਲੋਕ ਤੋਂ ਵੱਧ ਜਿਹੜਾ ਸ਼ਹੀਦ ਹੋ ਚੁੱਕਿਆ, ਕਿਉਂਕਿ ਉਹਨਾਂ ਦੀ ਪਾਰਟੀ ਦੀ ਜਿਹੜੀ ਪਾਲਿਸੀ ਹੈ ਉਹਨਾਂ ਦੇ ਅੰਦਰ ਸਭ ਲੋਕ ਜਿਹੜੇ ਉਹਨੂੰ ਭੁਗਤ ਰਹੇ ਨੇ। ਉੱਥੇ ਆ ਕੇ ਤੁਸੀਂ ਇੱਕ ਵੱਖਰਾ ਤੁਸੀਂ ਕਹਿ ਲਓ ਕਿ ਜਿਹੜਾ ਇਹੋ ਜਿਹਾ ਸਟੈਪ ਲੈਣਾ, ਉਹਨਾਂ ਨੂੰ ਇਨਵਾਈਟ ਕਰਨਾ, ਉਹ ਚੰਗੀ ਗੱਲ ਨਹੀਂ ਸੀ। ਉਹ ਲੋਕੀ ਉਹਦੇ ਤੋਂ ਵੀ ਗੁੱਸਾ ਨੇ ਕਿ ਬਈ ਜੇ ਸਟੈਂਡ ਰਹਿਣਾ ਤੇ ਬਰਾਬਰ ਤੇ ਲਓ, ਜੇ ਖੜਨਾ ਤੇ ਪੂਰਾ ਚੱਜ ਨਾਲ ਖੜੇ ਹੋ। ਇੱਦਾਂ ਨਹੀਂ ਕਿ ਹਾਂ ਵੀ ਸਾਹਮਣੇ ਖੜੇ ਹੋ ਕੇ ਬਾਅਦ ਚ ਫਿਰ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਉਹ ਚੀਜ਼ ਸਹੀ ਨਹੀਂ ਹੈ। ਉਹਦੇ ਬਾਰੇ ਕੀ ਕਹਿੰਦੇ ਹੋ ਮਨਿੰਦਰ ਜੀ? देखो, परिवारक साझा ਜਾਂ ਅਸੀਂ ਇਹ ਕਹਿ ਲਈਏ ਕਿ ਪੰਜਾਬੀ ਸੱਭਿਆਚਾਰ ਦੇ ਜਿਹੜੇ ਸੰਸਕਾਰ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਰਾਜਨੀਤੀ ਉਹਨਾਂ ਤੇ ਹਾਵੀ ਨਹੀਂ ਹੋ ਸਕਦੀ। ਜੇ ਅਸੀਂ ਇਸ ਗੱਲ ਤੇ ਇਤਰਾਜ਼ ਕਰੀਏ ਕਿ ਖੱਟੜ ਸਾਹਿਬ ਨੂੰ ਉਸ ਵਿਆਹ ਦੇ ਉੱਤੇ ਕਿਉਂ ਸੱਦਿਆ ਗਿਆ, ਗੁਆਂਢੀ ਸੂਬੇ ਦਾ ਮੁੱਖ ਮੰਤਰੀ ਹੈ, ਜੇ ਉਹਨਾਂ ਨੇ ਆਪਣੇ ਪੁਰਾਣੇ ਸਾਂਝਾਂ ਦੇ ਹੁੰਦਿਆਂ ਹੋਇਆਂ ਇਨਵੀਟੇਸ਼ਨ ਦਿੱਤਾ ਹੈ ਤਾਂ ਮੇਰਾ ਖਿਆਲ ਇਹਦੇ ਵਿੱਚ ਕਿਸੇ ਕਿਸਮ ਦੀ ਇਹਨੂੰ ਰਾਜਨੀਤਿਕ ਅੱਖ ਦੇ ਨਾਲ ਨਹੀਂ ਵੇਖਿਆ ਜਾ ਸਕਦਾ। ਹਾਂ, ਜਿੱਥੋਂ ਤੱਕ ਪੰਜਾਬ ਦੇ ਹਿੱਤ ਦੀ ਸਵਾਲ ਹੈ, ਉਹਨਾਂ ਨੇ ਖੱਟੜ ਸਾਹਿਬ ਦੇ ਨਾਲ ਜਾ ਕੇ ਕੋਈ ਪੰਜਾਬ ਦੇ ਹਿੱਤਾਂ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ। ਬਾਕੀ ਪੰਜਾਬੀ ਸੱਭਿਆਚਾਰ ਦੀ ਜਿਹੜੀ ਗੱਲ ਸੀਗੀ ਉਹ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਦੀ ਗੱਲ ਕੀਤੀ ਜੀ। ਸੋ ਹੋਰ ਵੀ ਜਿਹੜੇ ਮੁੱਦੇ ਨੇ ਇਸ ਪ੍ਰੋਗਰਾਮ ਦੇ ਹਿੱਸਾ ਬਣਨਗੇ। ਫਿਲਹਾਲ ਵੇਲਾ ਅੱਜ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੇਖਦੇ ਹਾਂ ਪ੍ਰੋਗਰਾਮ ਇਲੈਕਸ਼ਨ ਆਰ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਇਸ ਵਾਰ ਤੇ ਜਿਹੜੇ ਇਲੈਕਸ਼ਨ ਨੇ ਉਹ ਕਾਫੀ ਹੱਦ ਤੱਕ ਨਾ ਬਿਜਲੀ ਦੇ ਆਲੇ ਦੁਆਲੇ ਰਹੇ। ਹੋਣੇ ਤਾਂ ਚਾਹੀਦੇ ਸੀਗੇ ਕਿ ਸਿਹਤ ਦੀ ਵੀ ਗੱਲ ਹੋਵੇ, ਸਿੱਖਿਆ ਦੀ ਵੀ ਗੱਲ ਹੋਵੇ, ਪਰ ਬਾਰ-ਬਾਰ ਬਿਜਲੀ ਦਾ ਮੁੱਦਾ ਹਰ ਵਾਰ ਇੱਕ ਵੱਖਰਾ ਹੀ ਰੂਪ ਲੈ ਕੇ ਸਾਹਮਣੇ ਆਉਂਦਾ ਰਿਹਾ। ਸੋ ਅਲੱਗ-ਅਲੱਗ ਪਾਰਟੀਆਂ ਨੇ ਅਲੱਗ-ਅਲੱਗ ਵਾਅਦੇ ਵੀ ਕੀਤੇ ਕਿ ਬਈ ਸਾਡੀ ਪਾਰਟੀ ਆਏਗੀ ਦੁਬਾਰਾ ਤਾਂ ਅਸੀਂ ਜੀ ਮਾਫ ਕਰ ਦਾਂਗੇ, ਇੰਨੇ ਯੂਨਿਟ ਫ੍ਰੀ ਕਰ ਦੇਵਾਂਗੇ, ਫਲਾਣੇ। ਬਟ ਇੱਥੇ ਜੇਕਰ ਗੱਲ ਕਰੀ ਤਾਂ ਇਸ ਵਕਤ ਜੋ ਸਮਾਂ ਫਿਰ ਹੰਡਾਇਆ ਜਾ ਰਿਹਾ ਤੇ ਲੰਬੇ ਬਿਜਲੀ ਦੇ ਕੱਟ, ਪਰ ਫਿਰ ਵੀ ਜਿਹੜੇ ਵਾਅਦੇ ਕੀਤੇ ਜਾ ਰਹੇ ਨੇ ਉਹ ਬਿਲਕੁਲ ਅੱਡ ਨੇ। ਜ਼ਮੀਨੀ ਤੌਰ ਤੇ ਹਕੀਕਤ ਜਿਹੜੀ ਹੈ ਬਿਲਕੁਲ ਵੱਖਰੀ ਹੈ। ਸੋ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਸਾਫ਼ ਦਿਖਾਈ ਦੇ ਰਿਹਾ। ਸਭ ਤੋਂ ਪਹਿਲਾਂ ਮੈਂ ਹਰੀਸ਼ ਰਾਏ ਜੀ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਹੁਣ ਜਿਹੜੇ ਸਿਆਣੇ ਕਹਿ ਲਓ ਐਕਸਪਰਟ ਕਹਿੰਦੇ ਨੇ ਕਿ ਬਈ ਅਸੀਂ ਬਿਜਲੀ ਸ਼ਾਇਦ ਹੋਰ ਮਹਿੰਗੀ ਕਰ ਦੇਵਾਂਗੇ ਕਿਉਂਕਿ ਜਿਹੜਾ ਹੈ ਡਿਮਾਂਡ ਤੇ ਸਪਲਾਈ ਵਿੱਚ ਫਰਕ ਆ ਰਿਹਾ। ਉੱਥੇ ਜਿੱਥੇ ਆਪਾਂ ਆਲਰੇਡੀ 3 ਲੱਖ ਕਰੋੜ ਦੇ ਕਰਜ਼ਾਈ ਆ ਪੰਜਾਬ ਦੇ ਵਿੱਚ, ਤੁਹਾਡੀ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਹੋਰ ਬਿਜਲੀ ਮੁਫਤ ਕਰ ਦੇਵਾਂਗੇ ਜਾਂ ਸਸਤੀ ਕਰ ਦੇਵਾਂਗੇ। ਬਟ ਜਿੰਨੀ ਮਹਿੰਗਾਈ ਹੋਈ ਜਾ ਰਹੀ ਹੈ ਉਹ ਆਲਰੇਡੀ ਆਪਾਂ ਇੰਨੇ ਕਰਜ਼ਾਈ ਆ, ਕਿਵੇਂ ਚੱਲੇਗੀ ਸਾਰੀ ਗੱਲਬਾਤ? ਸਭ ਤੋਂ ਪਹਿਲਾਂ ਤਾਂ ਇਸ਼ੂ ਇਹ ਹੈ ਕਿ ਪੰਜਾਬ ਪਿਛੋਕੜ 'ਚ ਦੇਖੀਏ 12 ਘੰਟੇ ਦਾ ਕੱਟ ਹੁੰਦਾ ਸੀ ਤੇ ਕਿਸਾਨਾਂ ਨੂੰ ਵੀ ਬਿਜਲੀ 4-5 ਘੰਟੇ ਤੋਂ ਵੱਧ ਨਹੀਂ ਸੀ ਮਿਲਦੀ। ਪੰਜਾਬ ਡੈਫੀਸ਼ੀਐਂਟ ਸੀ। ਕੈਪਟਨ ਅਮਰਿੰਦਰ ਜੀ ਦੀ ਪੁਰਾਣੀ ਸਰਕਾਰ ਰਹੀ ਹੈ, ਇੱਕ ਬਲਬ ਜਗਾਉਣ ਜੋਗੀ ਬਿਜਲੀ ਪੈਦਾ ਨਹੀਂ। ਆਹ 5 ਸਾਲ 'ਚ ਵੀ ਉਹੀ ਹਾਲ। ਉਸ ਸਿਚੁਏਸ਼ਨ ਦੇ ਵਿੱਚ ਉਹ 10 ਸਾਲ ਐਸੇ ਸੀ ਜਿਹਦੇ ਵਿੱਚ ਅਸੀਂ ਪ੍ਰਾਈਵੇਟ ਪਲਾਂਟਸ ਲਿਆ ਕੇ ਪੰਜਾਬ ਨੂੰ ਬਿਜਲੀ ਸਰਪਲਸ ਕਰਕੇ ਅੱਜ ਪੰਜਾਬ 'ਚ ਕੱਟ ਨਾਮ ਦੀ ਚੀਜ਼ ਲੋਕਾਂ ਨੂੰ ਪਤਾ ਨਹੀਂ ਕੱਟ ਕੀ ਹੁੰਦਾ। 6 ਮਹੀਨੇ ਤੋਂ ਮਿਸਮੈਨੇਜਮੈਂਟ ਨਾਲ ਮੁੜ ਕੇ ਕੱਟਸ ਪੰਜਾਬ 'ਚ ਦੇਖਣ ਨੂੰ ਮਿਲੇ। ਇਸੇ ਤਰ੍ਹਾਂ ਜੇ ਅਸੀਂ ਦੂਜੇ ਦੇਖਦੇ ਹਾਂ ਪਾਣੀ ਵਾਲੇ ਜਿਹੜੇ ਹੈਗੇ ਪ੍ਰੋਜੈਕਟਸ, ਸਾਡੇ ਹਾਈਡਰੋ ਪ੍ਰੋਜੈਕਟਸ, ਉਹਦੇ 'ਚ ਵੀ ਜੇ ਭਾਖੜਾ ਡੈਮ ਨੂੰ ਛੱਡ ਦਿਓ ਤਾਂ ਥਿੰਨ ਡੈਮ ਹੈ, ਰਣਜੀਤ ਸਾਗਰ ਹੈ, ਇਹ ਸਾਰੇ ਦੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਹੀ ਪ੍ਰੋਜੈਕਟ ਕਨਸੀਵ ਹੋ ਕੇ ਕੰਪਲੀਟ। ਹੁਣ ਸਿਚੁਏਸ਼ਨ ਇਹ ਹੈ ਪੰਜਾਬ ਦੇ ਵਿੱਚ ਕਿ ਬਿਜਲੀ ਮਿਸਮੈਨੇਜਮੈਂਟ ਨਾਲ ਮਹਿੰਗੀ ਹੈ। ਮਹਿੰਗੀ ਦੀਆਂ ਕਈ ਵਜ੍ਹਾ। ਉਹਨੇ ਕੰਟਰੈਕਟਸ ਨੂੰ ਬੜਾ ਰੌਲਾ ਪਾਇਆ ਸਾਡੀਆਂ ਵਿਰੋਧੀ ਪਾਰਟੀਆਂ ਨੇ ਕਿ ਇਹਨਾਂ ਨੂੰ ਕੈਂਸਲ ਕਰਨਾ ਚਾਹੀਦਾ। ਕੁਐਸਚਨ ਇਹ ਹੈ ਕਿ ਕੰਟਰੈਕਟਸ ਬੜੇ ਕੰਪੀਟੀਟਿਵ ਰੇਟ ਤੇ हैं। वो 2 रुपये 86 पैसे तो लैके 2 रुपये 90 पैसे यूनिट के कॉन्ट्रैक्ट्स हैं।
ਜਿਹੜਾ ਅੱਜ ਦੇ ਦਿਨ 4 ਰੁਪਏ ਤੇ ਕੰਟਰੈਕਟਸ ਨਵੇਂ ਆ ਰਹੇ ਹਨ, ਇਹ ਵਾਇਬਲ ਨਹੀਂ ਹੈ। ਵਾਇਬਲ ਇਹ ਵੀ ਨਹੀਂ ਹੈ ਕਿਉਂਕਿ ਸਾਡੇ ਕੋਲ ਜਿਹਨਾਂ ਨੂੰ ਕੈਂਸਲ ਕਰ ਦਿੰਦੇ ਆ ਤਾਂ ਬਿਜਲੀ ਲੈਣੀ ਕਿੱਥੋਂ, ਪੂਰੀ ਕਿੱਥੋਂ ਕਰਦੇ ਆ? 5-6 ਹਜ਼ਾਰ ਮੈਗਾਵਾਟ ਦਾ ਕੱਟਾ ਕਿੱਥੋਂ ਪੂਰਾ ਕਰਦੇ? ਹੁਣ ਹੈ ਕਿ ਪ੍ਰੂਡੈਂਸੀ ਦੇ ਨਾਲ ਜੇ ਅਸੀਂ ਇੰਡਸਟਰੀ ਦੀ ਗਰੋਥ ਕਰਦੇ ਹਾਂ ਕਿ ਜਿਹੜੀ ਆਪਟੀਮਮ ਪ੍ਰੋਡਕਸ਼ਨ ਆਫ ਇਲੈਕਟ੍ਰਿਸਿਟੀ ਪੰਜਾਬ ਦੀ ਉਹ ਨਾਲ ਦੀ ਨਾਲ ਕੰਜ਼ਿਊਮ ਹੋਈ ਚੱਲੇ, ਤਾਂ ਜਿਹੜੇ ਪਲਾਂਟਸ ਆਈਡਲ ਰਹਿੰਦੇ ਆ, ਆਈਡਲ ਸਮੇਂ ਦੇ ਵਿੱਚ ਜਿਹੜੇ ਉਹਨਾਂ ਨੂੰ ਨਾਨ ਪ੍ਰੋਡਕਸ਼ਨ ਟਾਈਮ ਦਾ ਸੈਟਬੈਕ ਦੇ ਪੈਸੇ ਦੇਣੇ ਪੈਂਦੇ ਆ, ਤਕਰੀਬਨ ਰੁਪਈਆ 1.5 ਰੁਪਇਆ ਪਰ ਯੂਨਿਟ ਦੇ ਹਿਸਾਬ ਨਾਲ, ਉਹਦੇ ਤੋਂ ਬਚਤ ਕਿਵੇਂ ਕੀਤੀ ਜਾਵੇ। ਪਲੱਸ ਪੰਜਾਬ ਦੇ ਵਿੱਚ ਆਪਾਂ ਨੂੰ ਮਿਸਮੈਚ ਜਿਹੜਾ ਹੈਗਾ ਸਿਸਟਮ, ਉਹਨੂੰ ਦੂਰ ਕਰਨ ਲਈ ਸਾਨੂੰ ਕਲੀਨਰ એનર્ਜੀ ਵੱਲ ਵੀ ਧਿਆਨ ਦੇਣਾ ਪੈਣਾ ਹੈ। ਇਹ ਜਿਹੜੇ ਟਾਰਗੇਟਸ ਹੈ ਇਹ ਲੈਣੇ ਪੈਣ, ਤੇ ਬਿਜਲੀ ਅਫੋਰਡੇਬਲ ਰੇਟਸ ਤੇ ਲੋਕਾਂ ਨੂੰ ਦੇਣੀ ਪੈਣੀ ਹੈ, ਉਹਦੇ ਬਿਨਾਂ ਗੁਜ਼ਾਰਾ ਨਹੀਂ ਹੈ। ਅਸੀਂ ਇਹਦੇ ਲਈ ਇਸੇ ਕਰਕੇ ਪੂਰਾ ਪਲਾਨਡ ਮੂਵ ਬਣਾਇਆ ਹੈ ਕਿ ਅਸੀਂ ਬਿਜਲੀ ਇੰਡਸਟਰੀ ਨੂੰ ਵੀ 5 ਰੁਪਏ ਤੇ ਦੇਵਾਂਗੇ, ਤੇ ਅਸੀਂ ਜਿਹੜੇ ਆਮ ਸਧਾਰਨ ਲੋਕ ਆ ਉਹਨਾਂ ਨੂੰ ਮੁੱਢਲੇ 400 ਯੂਨਿਟ ਜਿਹੜੇ ਆ ਫ੍ਰੀ ਦੇਵਾਂਗੇ। ਉਹ ਸਾਰਾ ਅਸੀਂ ਜਿਹੜਾ ਪਲਾਨ ਹੈ ਉਹ ਕਲੀਨਰ એનર્ਜੀ ਕ੍ਰੀਏਟ ਕਰਨ ਦੇ ਉੱਤੇ ਹੀ ਬਣਾਇਆ ਹੋਇਆ ਹੈ, ਐਂਡ ਉਹ ਬੜਾ ਸਕਸੈਸਫੁਲ ਕਰਕੇ ਉਹਨੂੰ ਦਿਖਾਵਾਂਗੇ। ਅਸੀਂ ਪਾਸਟ ਦੇ ਵਿੱਚ ਵੀ ਜੋ ਕਿਹਾ ਕਿ ਬਿਜਲੀ ਸਰਪਲਸ ਕਰਾਂਗੇ, ਬਿਜਲੀ ਸਰਪਲਸ ਕੀਤਾ ਹੈ, ਤੇ ਅਸੀਂ ਹੁਣ ਵੀ ਕਹਿ ਰਹੇ ਹਾਂ ਕਿ ਬਿਜਲੀ ਰੀਜ਼ਨੇਬਲ ਅਫੋਰਡੇਬਲ ਰੇਟ ਤੇ ਦੇਵਾਂਗੇ, ਤਾਂ ਕਰਕੇ ਦਿਖਾਵਾਂਗੇ। ਜੀ ਰਮਨ ਚੰਦੀ ਜੀ, ਤੁਸੀਂ ਕੀ ਕਹਿੰਦੇ ਹੋ? ਤੁਹਾਡੀ ਪਾਰਟੀ ਵੀ ਸੇਮ ਕਹਿ ਲਈਏ ਅਨਾਉਂਸਮੈਂਟ ਕੀਤੇ ਹੋਏ ਨੇ, ਤੁਸੀਂ ਤਾਂ ਗਰੰਟੀ ਦਿੰਦੇ ਹੋ ਕਿ ਹਾਂ ਬਈ ਇੰਨੇ ਜਿਹੜੇ ਯੂਨਿਟ ਨੇ ਫ੍ਰੀ ਹੋਣਗੇ, ਹਾਲਾਂਕਿ ਉਸ ਤੋਂ ਬਾਅਦ ਇੱਕ ਯੂਨਿਟ ਹੋਰ ਆ ਜਾਂਦਾ ਤਾਂ ਤੁਸੀਂ ਸਾਰੇ ਦੇ ਪੈਸੇ ਲਵੋਗੇ, ਬਟ ਫਿਰ ਵੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਉਂਕਿ ਬਿਜਲੀ ਹੋਰ ਮਹਿੰਗੀ ਹੋ ਸਕਦੀ ਹੈ, ਕੀ ਤੁਹਾਡਾ ਜਿਹੜਾ ਵਾਅਦਾ ਹੈ, ਜਿਹੜੀ ਗਰੰਟੀ ਹੈ, ਉਹ ਕਾਇਮ ਰਹੇਗੀ? ਦੇਖੋ ਮੋਹਨ ਜੀ, ਪਹਿਲਾਂ ਮੈਂ ਤੁਹਾਡੀ ਇਸ ਗੱਲ ਦਾ ਜਵਾਬ ਦੇ ਦਿੰਦਾ ਵੀ ਜੇ ਉਸ ਤੋਂ ਵੱਧ ਇੱਕ ਯੂਨਿਟ ਹੋਰ ਆ ਜਾਂਦਾ ਤਾਂ ਸਾਰਿਆਂ ਦੇ ਪੈਸੇ ਲੱਗਣਗੇ। ਇਹ ਸਾਰਾ ਕੁਝ ਪੰਜਾਬ ਦੀ ਵਿਰੋਧੀ ਪਾਰਟੀਆਂ ਨੇ ਫੈਲਾਇਆ ਹੋਇਆ। ਅੱਜ ਐਕਸਪਲੇਨ ਕਰ ਦਿਓ, ਅੱਜ ਸਵੇਸ ਦੀ ਤਰ੍ਹਾਂ। ਦੇਖੋ ਮੈਂ ਕੇਜਰੀਵਾਲ ਜੀ ਦਾ ਬੜਾ ਕਲੀਅਰ ਹੈ ਇਹਦੇ ਤੇ, ਆਪਾਂ ਨਾ ਗਲਤ ਇਸ਼ੂ ਤੇ ਨਾ ਜਾਈਏ। ਉਹਨਾਂ ਨੇ ਬਿਲਕੁਲ ਸਾਫ਼ ਵੀਡੀਓ ਕਲੀਅਰ ਹੈ। ਸੁਣੋ, ਤੁਸੀਂ ਸੁਣੋ ਮੇਰੇ ਕੋਲੋਂ, ਮੈਂ ਕਹਿ ਦੇਣਾ, ਤੁਸੀਂ ਦੇਖੋ ਪੰਜਾਬ ਔਰ ਦਿੱਲੀ ਦੀ ਜਨਤਾ ਦਾ ਇਹ ਪਹਿਲਾਂ ਤੋਂ ਹੀ ਹੈ ਬੜਾ ਨੇੜੇ ਦਾ ਨਾਤਾ ਰਿਹਾ। ਅੱਧਾ ਪੰਜਾਬ ਦਿੱਲੀ ਦੇ ਵਿੱਚ ਬੈਠਾ, ਕੋਈ ਇਹੋ ਜਿਹਾ ਚੱਕਰ ਨਹੀਂ ਹੈ। ਤੁਸੀਂ ਦਿੱਲੀ ਦੀ ਜਨਤਾ ਤੋਂ ਪੁੱਛੋ। ਦੇਖੋ ਤੁਹਾਡਾ ਵੀ ਇਹ ਫਰਜ਼ ਬਣਦਾ ਹੈ, ਵਿਜ਼ਨ ਪੰਜਾਬ ਵਾਲੇ, ਮੇਰੀ ਗੱਲ ਤੇ ਨਾ ਤੁਸੀਂ ਜਾਓ, ਤੁਸੀਂ ਦਿੱਲੀ ਦੀ ਜਨਤਾ ਤੋਂ ਆਪਣੇ ਲੈਵਲ ਤੇ ਦੇਖੋ ਇਨਕੁਆਇਰੀ। 200 ਤੋਂ ਉੱਤੇ ਇੱਕ ਯੂਨਿਟ ਹੁੰਦਾ ਤਾਂ ਫੁੱਲ ਚਾਰਜ ਹੁੰਦਾ ਦਿੱਲੀ ਦੇ। ਦੁੱਧ ਪਾਣੀ ਦਾ ਪਾਣੀ ਆਪਣੇ ਆਪ ਹੋ ਜਾਣਾ। ਸਾਡੇ ਮੂੰਹੋਂ ਨਾ ਸੁਣੋ ਵੀ ਜੇ ਆਮ ਆਦਮੀ ਪਾਰਟੀ ਝੂਠ ਬੋਲਦੀ ਹੈ, ਤੁਸੀਂ ਇਸ ਗੱਲ ਨੂੰ ਕਲੀਅਰ ਕਰੋ। ਚੰਨੀ ਸਾਹਿਬ, ਅਸੀਂ ਕੋਈ ਐਲੀਗੇਸ਼ਨ ਨਹੀਂ ਲਾਏ, ਅਸੀਂ ਕੋਈ ਝੂਠ ਬੋਲਣ ਦੀ ਐਲੀਗੇਸ਼ਨ ਨਹੀਂ ਲਾਏ। ਅਰਵਿੰਦ ਕੇਜਰੀਵਾਲ ਹੁਣੇ ਦੀ ਪ੍ਰੈਸ ਕਾਨਫਰੰਸ ਵਿੱਚ ਹੀ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਵੀ ਜਦੋਂ ਵਧਣਗੇ, ਅਸੀਂ ਤਾਂ ਉਹੀ ਗੱਲ ਰਿਪੀਟ ਕੀਤੀ ਹੈ, ਵਿਜ਼ਨ ਪੰਜਾਬ ਕੁਝ ਨਹੀਂ ਕਹਿ ਰਿਹਾ। ਮੈਂ ਉੱਥੇ ਆ ਜਾਣਾ, ਹਰ ਇੱਕ ਚੀਜ਼ ਦਾ ਵਿਜ਼ਨ ਲੈ ਕੇ ਚੱਲਣਾ ਪੈਂਦਾ ਹੈ। ਇਹ ਵਿਅਕਤੀ ਪਾਰਟੀਆਂ ਅਕਾਲੀ ਦਲ, ਕਾਂਗਰਸ ਔਰ ਭਾਜਪਾ ਦਾ ਇਤਿਹਾਸ ਜਿਹੜਾ ਦੇਖੋ ਬੜਾ ਪੁਰਾਣਾ, 100 ਸਾਲ ਤੋਂ ਉੱਪਰ ਹੋ ਚੁੱਕਿਆ। ਸਾਡਾ ਇਤਿਹਾਸ 8-10 ਸਾਲ ਪੁਰਾਣਾ ਹੈ ਜੀ। ਖੁੱਲੀ ਕਿਤਾਬ ਹੈ ਆਮ ਆਦਮੀ ਪਾਰਟੀ। ਇਹਨਾਂ ਦਾ ਇਤਿਹਾਸ ਦੀ ਕਿਤਾਬਾਂ ਪੜ੍ਹਨੀਆਂ ਪੈਣੀਆਂ ਨੇ, ਨਵੀਂ ਜਨਰੇਸ਼ਨ ਨੂੰ ਸਾਰਾ ਕੁਝ ਘੋਖਣਾ ਪੈਣਾ ਹੈ ਕਿ ਕੀ ਇਤਿਹਾਸ ਹੈ ਇਹਨਾਂ ਦਾ। ਇੱਕ ਉਦਾਹਰਨ ਦਊਂਗਾ ਮੈਂ, ਆਪਣੇ ਨਾਲੋਂ ਛੋਟਾ ਦੇਖੋ ਕੰਟਰੀ ਹੈ ਇਜ਼ਰਾਈਲ। ਇਜ਼ਰਾਈਲ ਖੇਤਰਫਲ ਦੇ ਵਿੱਚ ਵੀ ਛੋਟਾ, ਪੰਜਾਬ ਤੋਂ, ਦੇਸ਼ ਤੋਂ ਨਹੀਂ, ਔਰ ਪਾਪੂਲੇਸ਼ਨ ਦੇ ਪੰਜਾਬ ਦੀ ਪਾਪੂਲੇਸ਼ਨ 3 ਕਰੋੜ ਦੇ ਕਰੀਬ ਹੋ ਚੁੱਕੀ ਹੈ, ਇਹ ਤੋਂ ਵੀ ਛੋਟਾ ਹੈ। ਉਹਦਾ ਪਿਛੋਕੜ ਆਪਾਂ ਦੇਖ ਕੇ ਦੱਸੀਏ, ਜੇ ਉਹ ਸਹੀ ਰਸਤੇ ਤੇ ਚੱਲ ਕੇ ਆਪਣੀ ਦੇਸ਼ ਨੂੰ ਇੱਥੋਂ ਤੱਕ ਪਹੁੰਚਾ ਸਕਦਾ ਤਾਂ ਪੰਜਾਬ ਕਿਉਂ ਨਹੀਂ? ਕਿੱਥੇ ਕਮੀ ਹੈ ਸਾਡੇ ਪੰਜਾਬ ਦੇ ਅੰਦਰ? ਇਹ ਸੋਚਣਾ ਪਏਗਾ ਸਾਡੀ ਅੱਜ ਦੀ ਜਨਰੇਸ਼ਨ ਨੂੰ। ਗੱਲ ਰਹੀ ਹੈ ਬਿਜਲੀ ਦੀ, ਬਿਜਲੀ ਦੇ ਮੁੱਦਿਆਂ ਤੇ ਕੈਪਟਨ ਸਾਹਿਬ ਜਦੋਂ 2017 ਦੇ ਵਿੱਚ ਸਰਕਾਰ ਬਣਾਉਂਦੇ ਨੇ, ਉਹ ਵਾਅਦਾ ਕਰਦੇ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਵੀ ਅਸੀਂ ਵਾਈਟ ਪੇਪਰ ਜਾਰੀ ਕਰਾਂਗੇ। ਕਿਉਂ ਨਹੀਂ ਹੁਣ ਤੱਕ ਵਾਈਟ ਪੇਪਰ ਜਾਰੀ ਕੀਤਾ? ਮੈਂ ਅਕਾਲੀ ਦਲ ਤੇ ਨਹੀਂ ਜਾਊਂਗਾ, ਅਕਾਲੀ ਦਲ ਦੇ ਸੁਖਬੀਰ ਬਾਦਲ ਜੀ ਬਹੁਤ ਕੁਝ ਕਹਿੰਦੇ ਨੇ। ਜੇ ਕਾਂਗਰਸ ਵਾਈਟ ਪੇਪਰ ਜਾਰੀ ਕਰ ਦਿੰਦੀ ਹੈ ਤਾਂ ਅਕਾਲੀ ਦਲ ਦਾ ਆਪੇ ਸਾਰਾ ਕੁਝ ਉਜਾਗਰ ਹੋ ਜਾਣਾ ਉਸ ਵਾਈਟ ਪੇਪਰ ਦੇ ਅੰਦਰ ਵੀ ਇਹਨਾਂ ਨੇ ਰੇਟ ਮਹਿੰਗੇ ਲਾ ਕੇ, ਜੋ ਅੱਜ ਰੇਟ ਲੱਗ ਰਹੇ ਨੇ, 25 ਸਾਲ ਦਾ ਇਹਨਾਂ ਨੇ ਸਾਰਾ ਕੁਝ ਕੀਤਾ। ਉਹ 25 ਸਾਲ ਦੇ ਵਿੱਚ ਜੇ ਇਹਨਾਂ ਨੇ 2012 ਚੋਂ ਸਮਝੌਤੇ ਕੀਤੇ ਨੇ ਤਾਂ 25 ਸਾਲ ਦੇ ਲੋ 2037 ਤੱਕ ਬਣਦੇ ਨੇ। ਉਹ ਰੇਟ ਤਾਂ ਸੁਖਬੀਰ ਬਾਦਲ ਜੀ ਦੇ ਦਿੱਤੇ ਹੋਏ ਨੇ, ਅਕਾਲੀ ਦਲ ਦੇ ਦਿੱਤੇ ਹੋਏ ਨੇ। ਇਹ ਜਨਤਾ ਨੂੰ ਸੋਚਣਾ ਪਏਗਾ। ਉਹ ਰੇਟ ਕਾਂਗਰਸ ਦੇ ਨਹੀਂ ਦਿੱਤੇ ਹੋਏ। ਰਿਹਾ ਮੁੱਦਾ ਹੁਣ ਕਾਂਗਰਸ ਦਾ। ਕਾਂਗਰਸ ਦੇਖੋ ਆਮ ਆਦਮੀ ਪਾਰਟੀ ਪੀਪੀਏ ਦੇ ਐਗਰੀਮੈਂਟ ਨੂੰ ਲੈ ਕੇ ਰੌਲਾ ਪਾ ਰਹੀ ਹੈ ਕਿ ਇਹਨਾਂ ਸਮਝੌਤਿਆਂ ਤੇ ਇਹ ਰੱਦ ਹੋਣੇ ਚਾਹੀਦੇ ਨੇ। ਇਹਨਾਂ ਦੀ ਨਜ਼ਰਸਾਨੀ ਦੁਬਾਰਾ ਤੋਂ ਹੋਣੀ ਚਾਹੀਦੀ ਹੈ। ਕਿਉਂ? ਟਾਟਾ ਮੁੰਦਰਾ ਵਾਲੇ ਨਾਲ ਸਮਝੌਤਾ ਸੀ 475 ਮੈਗਾਵਾਟ ਦਾ ਪੰਜਾਬ ਦਾ ਜੀ, 3 ਰੁਪਏ ਪਰ ਯੂਨਿਟ ਦੇ ਹਿਸਾਬ ਨਾਲ। ਟਾਟਾ ਮੁੰਦਰਾ ਨੇ ਦੇਖੋ ਆਪਣੇ ਆਪ ਕੈਂਸਲ ਕਰ ਦਿੱਤਾ।
ਵੀ ਅਸੀਂ 3 ਰੁਪਏ ਰੇਟ ਨਹੀਂ ਦੇ ਸਕਦੇ, ਸਾਡਾ ਰੇਟ ਵਧਾਓ, ਬਿਜਲੀ ਦੇਣੀ ਬੰਦ ਕਰ ਦਿੱਤੀ ਪੰਜਾਬ ਨੂੰ। ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਵਕੀਲ ਸਾਹਿਬ ਬੈਠੇ ਨੇ, ਸਾਰਾ ਕੁਝ ਸਮਝਦੇ ਨੇ, ਜਵਾਬ ਦੇ ਦੇਣ। ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਰਿਟ ਪਾਈ। ਸੁਪਰੀਮ ਕੋਰਟ ਦੇ ਰਿਟ ਪਾਉਣ ਤੋਂ ਬਾਅਦ ਦੇਖੋ ਸੈਂਟਰ ਨੇ ਵਿੱਚ ਆਪਣੀ ਹਲਫਨਾਮਾ ਲਿਆ, ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਇਸ ਨੂੰ ਦੁਬਾਰਾ ਤੋਂ ਬਾਚੋ ਔਰ ਰੇਟਾਂ ਨੂੰ ਤੁਸੀਂ ਰੀਵਿਜ਼ਿਟ ਕਰੋ। ਜੇ ਇੱਕ ਪਲਾਂਟ ਵਾਲਾ ਇਹ ਕਹਿ ਸਕਦਾ ਸਾਨੂੰ ਰੇਟ ਘੱਟ ਮਿਲ ਰਿਹਾ, ਵੱਧ ਸਕਦੇ ਨੇ, ਤਾਂ ਪੰਜਾਬ ਸਰਕਾਰ ਕਿਉਂ ਨਹੀਂ ਰੀਵਿਜ਼ਿਟ ਉਹਦੀ ਕਰ ਸਕਦੀ? ਸਿਰਫ ਪੈਸੇ ਬਣਾਉਣ ਦਾ ਸਾਧਨ ਹੈ ਇਹ। ਸਾਡੀ ਲੋਕ ਸੇਵਾ ਦੀ ਭਾਵਨਾ ਬਿਲਕੁਲ ਖਤਮ ਹੋ ਚੁੱਕੀ ਹੈ। ਮੇਰਾ ਪਾਰਟੀ ਦੇ ਤੌਰ ਤੇ ਵੀ, ਮੇਰਾ ਵਿਅਕਤੀਗਤ ਦੇ ਤੌਰ ਤੇ ਵੀ 20 ਸਾਲ ਦਾ ਇਤਿਹਾਸ ਮੇਰਾ ਸਿਆਸਤ ਦਾ, ਕਾਂਗਰਸ ਦਾ ਰਿਹਾ। ਮੈਂ ਆਉਣ ਵਾਲੇ ਸਮੇਂ ਜੋ ਕੁਝ ਇਹ 20 ਸਾਲਾਂ ਦੇ ਵਿੱਚ ਮੇਰੇ ਨਾਲ ਵਿਚਰਿਆ, ਮੈਂ ਆਉਣ ਵਾਲੇ ਸਮੇਂ ਜਦ ਮੈਨੂੰ ਮੌਕਾ ਮਿਲਿਆ ਮੈਂ ਦੱਸੂਗਾ ਪੰਜਾਬ ਦੀ ਜਨਤਾ ਨੂੰ ਕਿ ਕੀ ਕੁਝ ਹੋਇਆ ਮੇਰੇ ਨਾਲ, ਕੀ ਕੁਝ ਕੀਤਾ ਇਹਨਾਂ ਰਵਾਇਤੀ ਪਾਰਟੀਆਂ ਨੇ ਮੇਰੇ ਨਾਲ। ਮੇਰਾ ਆਪਣਾ ਵੀ ਖੋਲਿਆ ਇਹਨਾਂ ਨੇ, ਲੇਕਿਨ ਉਹ ਜਦ ਸਮਾਂ ਆਊਗਾ ਮੈਂ ਸਾਰਾ ਕੁਝ ਪਿਕਚਰ ਦੇ ਸਾਹਮਣੇ ਲਿਆਉਂਗਾ। ਇਹ ਸਿਰਫ ਇਮਾਨਦਾਰ ਲੋਕ ਨੂੰ ਤਾਂ ਝੱਲਦਾ ਹੀ ਨਹੀਂ ਹੈ ਬਿਲਕੁਲ ਵੀ ਇਹ। ਜੀ ਹਰੀਸ਼ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਕਿਆ ਭੂਸ਼ਣ ਪਰਿਵਾਰ ਇਮਾਨਦਾਰ ਨਹੀਂ ਸੀ? ਕਿਆ ਜੋਗਿੰਦਰ ਯਾਦਵ ਇਮਾਨਦਾਰ ਨਹੀਂ ਸੀ? ਕਿਆ ਕੁਮਾਰ ਵਿਸ਼ਵਾਸ ਇਮਾਨਦਾਰ ਨਹੀਂ ਸੀ? ਕਿਆ ਤੁਹਾਡੇ 8 ਸਾਲਾਂ ਦੇ ਇਤਿਹਾਸ ਤੁਹਾਡਾ ਮੰਤਰੀ ਬਲਾਤਕਾਰ 'ਚ ਨਹੀਂ ਹੈ? ਤੁਹਾਡਾ ਮੰਤਰੀ ਕਰਪਸ਼ਨ ਦੇ ਵਿੱਚ ਨਹੀਂ ਆਇਆ? ਤੁਹਾਡਾ ਮੰਤਰੀ ਕ੍ਰਾਈਮ ਅਗੇਂਸਟ ਹਿਸ ਵਾਈਫ ਨਹੀਂ ਆਇਆ? ਇਹ ਗੱਲਾਂ ਨਾ ਪਲੀਜ਼ ਨਾ ਕਰੀਏ। ਇਹ ਨਾ ਆਪਾਂ ਡਿਸਟਰੈਕਟ ਕਰਨ ਨੂੰ ਦੂਜਿਆਂ ਨੂੰ ਮਾੜਾ ਤੇ ਆਪਣਿਆਂ ਨੂੰ ਚੰਗਾ। ਕਿਆ ਦਿੱਲੀ ਦੇ ਵਿੱਚ ਵੀ ਤੁਸੀਂ ਥਰਮਲ ਪਲਾਂਟਸ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਆ ਉਹਦੇ ਵਿੱਚੋਂ ਸ਼ੇਅਰ ਨਹੀਂ ਲੈਂਦੇ? ਉਹਦੇ 'ਚੋਂ ਤੁਹਾਨੂੰ ਉਸੇ ਰੇਟ ਤੇ ਬਿਜਲੀ ਨਹੀਂ ਮਿਲਦੀ ਜਿਸ ਰੇਟ ਤੇ ਪੰਜਾਬ 'ਚ ਮਿਲਦੀ ਹੈ? ਕਿਆ ਦਿੱਲੀ ਦੇ ਬਿਜਲੀ ਦੇ ਰੇਟ ਪੰਜਾਬ ਨਾਲੋਂ ਕਿਸ ਗੱਲੋਂ ਬੈਟਰ ਹੈ ਦੱਸੋ? ਉੱਥੇ 12 ਰੁਪਏ ਯੂਨਿਟ ਵੀ ਹੈ, ਕਮਰਸ਼ੀਅਲ 10 ਰੁਪਏ ਯੂਨਿਟ ਵੀ ਹੈ। ਉੱਥੇ ਵੀ 200 ਯੂਨਿਟ ਤੋਂ 201 ਯੂਨਿਟ ਹੁੰਦਾ ਹੈ ਤਾਂ ਉਸੇ ਟਾਈਮ ਸਾਰਾ ਬਿੱਲ ਲੱਗ ਜਾਂਦਾ ਹੈ। ਤੁਸੀਂ ਉੱਥੇ 300 ਯੂਨਿਟ ਕਿਉਂ ਨਹੀਂ ਕੀਤਾ? ਤੁਸੀਂ ਉੱਥੇ ਦੇ ਗਾਉਂ ਦੇ ਵਿੱਚ ਉੱਥੇ ਕਲੀਨਿਕ ਕਿਉਂ ਨਹੀਂ ਖੋਲੀ? ਡਾਕਟਰ ਕਿਉਂ ਨਹੀਂ ਖੋਲੇ? ਇਹ ਗਰੰਟੀਆਂ ਤਾਂ ਦੇਣੀਆਂ ਪੈਂਦੀਆਂ ਜਦ ਲੋਕਾਂ ਦਾ ਮੂਡ ਬਣਾਉਣਾ। ਪਹਿਲਾਂ ਦੱਸੋ ਮਾਡਲ ਕਿਹੜਾ ਹੈਗਾ? ਇਹ ਨਾ ਇਜ਼ਰਾਈਲ ਨਾਲ ਕੰਪੇਅਰ ਕਰ ਲੈਣਾ ਬੜਾ ਸਹਿਜੇ ਹੈ। ਦਿੱਲੀ ਇਜ਼ਰਾਈਲ ਨਾਲੋਂ ਛੋਟਾ ਹੈ, ਤੁਸੀਂ ਦਿੱਲੀ ਨੂੰ ਇਜ਼ਰਾਈਲ ਦੇ ਬਰਾਬਰ ਕਰ ਦਿੱਤਾ। ਇਹ ਪਲੀਜ਼ ਡੋਂਟ ਟਾਕ ਲਾਈਕ ਦਿਸ। ਆਪਾਂ ਰੀਅਲਿਸਟਿਕ ਗੱਲਾਂ ਕਰੀਏ ਕਿ ਰੀਅਲਿਸਟਿਕ ਗੱਲਾਂ ਦੇ ਵਿੱਚ ਕੀ ਹੋ ਸਕਦਾ ਹੈ। ਐਂਡ ਇਸ ਤਰ੍ਹਾਂ ਲੋਕਾਂ ਨੂੰ ਲੁਭਾਉਣ ਵਾਲੀਆਂ ਗੱਲਾਂ ਕਰਕੇ ਜਿਹੜੀਆਂ ਤੁਸੀਂ ਕਰਦੇ ਹੋ, ਇਹ ਲੋਕ ਸਿਆਣੇ ਹੋ ਚੁੱਕੇ ਆ। ਰਮਨ ਚੰਡੀ ਜੀ, ਦੇਖੋ ਗੱਲ ਇਹ ਹੈ ਢਾਂਡਾ ਸਾਹਿਬ, ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ। ਦਿੱਲੀ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਵੀ ਰਹੀਆਂ ਨੇ, ਅਕਾਲੀ ਦਲ ਦੀਆਂ ਸਰਕਾਰਾਂ ਵੀ ਰਹੀਆਂ ਨੇ, ਸੌਰੀ ਭਾਜਪਾ ਦੀ ਸਰਕਾਰ ਵੀ ਰਹੀ ਹੈ। ਤੇ ਕਹਿਣ ਦਾ ਮਤਲਬ ਇਹ ਹੈ ਕਿ 2019 ਦੀ CAG ਦੀ ਰਿਪੋਰਟ ਹੈ ਕਿ ਕੇਜਰੀਵਾਲ ਜੀ ਇਮਾਨਦਾਰ ਨਹੀਂ। ਪ੍ਰੋਫਿਟ ਦੇ ਵਿੱਚ ਸਰਕਾਰ 28 ਸਟੇਟਾਂ ਨੇ ਆਪਣੇ ਦੇਸ਼ ਦੀਆਂ, ਮੈਨੂੰ ਗਿਣਾਓ ਕਿਹੜੀ ਪ੍ਰੋਫਿਟ ਦੇ ਵਿੱਚ ਸਰਕਾਰ ਅੱਜ ਦੀ ਡੇਟ ਦੇ ਵਿੱਚ ਜਾਂਦੀ ਹੈ? ਕਿਹਨੇ ਕਦੇ ਪੰਜਾਬ ਦੇ 3 ਲੱਖ ਕਰੋੜ ਦਾ ਕਰਜ਼ਾ, ਕੀ ਆਪਾਂ ਪੰਜਾਬ ਨੂੰ ਕੈਲੀਫੋਰਨੀਆ USA ਬਣਾਉਣ ਲਈ ਕਰਜ਼ਾ ਚੜਿਆ? ਫਿਰ ਪੰਜਾਬ ਦੀ ਜਨਤਾ ਕਦੇ ਵੀ ਸਰਕਾਰ ਨਾ ਬਦਲਦੀ ਜੇ ਇਸ ਤਰ੍ਹਾਂ ਹੁੰਦਾ ਕਿ ਪੰਜਾਬ ਦਾ ਵਿਜ਼ਨ ਰੱਖ ਕੇ ਪੰਜਾਬ ਨੂੰ ਉੱਪਰ ਲਿਜਾਣ ਲਈ ਇਹ ਕਰਜ਼ਾ ਚੜਿਆ। ਇਹ ਤਾਂ ਪੰਜਾਬ, ਜਿਹੜਾ ਪੰਜਾਬ ਦਾ ਕਰਜ਼ਾ ਹੈ, ਜ਼ਿਆਦਾਤਰ ਤੁਹਾਨੂੰ ਜੇ ਇਹਦੀ ਜਾਂਚ ਆਪਣੇ ਸਹੀ ਤਰੀਕੇ ਨਾਲ ਹੋ ਜਾਏ ਤਾਂ ਲੀਡਰਾਂ ਦੀਆਂ ਜੇਬਾਂ 'ਚ ਮਿਲੇਗਾ। ਇਹ ਦੋਸ਼ ਨਹੀਂ, ਇਹੀ ਸੱਚਾਈ ਹੈ। ਕਿਉਂਕਿ ਸਿਆਸਤ ਇੱਕ ਅਜਿਹੀ ਬਣ ਚੁੱਕੀ ਹੈ ਜੋ ਅਸਲੀਅਤ ਹੁੰਦੀ ਹੈ ਪਰਦੇ ਮਗਰ, ਉਹ ਲੋਕਾਂ ਸਾਹਮਣੇ ਜ਼ਿਆਦਾਤਰ ਨਹੀਂ ਆਉਂਦੀ। ਇਹ ਸੱਚਾਈ ਹੈ। ਮੈਂ ਕਰਨਾ ਚਾਹੁੰਦਾ ਰਮਨ ਜੀ, ਕਰਜ਼ਾ ਕਿਸ ਗੱਲ ਦਾ? ਤੁਸੀਂ ਲੋਕਾਂ ਦੀ ਜੇਬਾਂ 'ਚ ਕਹਿ ਕੇ ਇਸ ਕਿਸਮ ਦੀ ਵਾਈਲਡ ਸਟੇਟਮੈਂਟ ਦਿੰਦੇ ਹੋ। ਤੁਸੀਂ ਦੱਸੋ ਕਰਜ਼ਾ ਹੈ ਕਾਹਦਾ? ਤੁਹਾਨੂੰ ਨੌਲੇਜ ਹੈ ਕਰਜ਼ਾ ਕਿਸ ਚੀਜ਼ ਦਾ? ਤੁਹਾਨੂੰ ਪਤਾ ਕਰਜ਼ਾ ਹੈ ਕਿਸ ਚੀਜ਼ ਦਾ? ਡੂ ਯੂ ਨੋ ਕਿ ਗਵਰਨਮੈਂਟ ਆਫ ਇੰਡੀਆ ਦੀ ਫਿਸਕਲ ਪਾਲਿਸੀ ਕੀ ਹੈ? ਡੂ ਯੂ ਨੋ ਕਿ ਡੈਫਿਸਿਟ ਫਾਈਨੈਂਸਿੰਗ RBI ਚਲਾਉਂਦਾ ਹੈ? ਡੂ ਯੂ ਨੋ ਸਮਾਲ ਸੇਵਿੰਗਸ ਦੇ ਜਿਹੜੇ ਸਾਰੇ ਪੈਸੇ ਸੂਬਿਆਂ ਨੂੰ ਦਿੱਤੇ ਜਾਂਦੇ ਆ ਬਾਈ ਵੇ ਆਫ ਕਰਜ਼ਾ? ਤੁਹਾਨੂੰ ਪਤਾ ਹੈ ਕਿ ਨੈਸ਼ਨਲਾਈਜ਼ ਸਾਰੇ ਬੈਂਕਾਂ ਦਾ 40% ਪੈਸਾ ਹੈ ਉਹ ਮੈਜੋਰਿਟੀ ਗਵਰਨਮੈਂਟ ਆਫ ਇੰਡੀਆ ਰੈਸਟ ਬਿਡਿੰਗ ਹੋ ਕੇ ਸਾਰੀਆਂ ਸਟੇਟਸ ਲੈਂਦੀ ਹੈ, ਇੰਕਲੂਡਿੰਗ ਤੁਹਾਡੀ ਦਿੱਲੀ ਸਟੇਟ ਵੀ ਕਰਜ਼ੇ ਤੇ ਹੈ। ਤੁਹਾਨੂੰ ਇਹ ਪਤਾ ਹੈ GST ਦਾ ਤੁਹਾਨੂੰ ਲਾਭ ਹੋਇਆ ਕਿਉਂਕਿ ਤੁਸੀਂ ਕੰਜ਼ਿਊਮਿੰਗ ਸਟੇਟ ਹੋ, ਇਸ ਕਰਕੇ ਤੁਸੀਂ ਸਰਪਲਸ ਹੋ। ਤੁਹਾਨੂੰ ਇਹ ਪਤਾ ਹੈ ਕਿ ਤੁਹਾਡੀ ਇੰਟਰਨਲ ਸਿਕਿਉਰਿਟੀ ਸਾਰੀ ਦੀ ਸਾਰੀ ਗਵਰਨਮੈਂਟ ਆਫ ਇੰਡੀਆ ਕਰਦੀ ਹੈ, ਮੇਜਰ ਰੋਡਸ ਗਵਰਨਮੈਂਟ ਆਫ ਇੰਡੀਆ ਕਰਦੀ ਹੈ। ਡੂ ਯੂ ਨੋ ਕਿ ਤੁਹਾਡੀ ਲਾਇਬਿਲਿਟੀ ਆਫ ਜਿਹੜੀ ਹੈ ਬਹੁਤ ਘੱਟ ਹੈ ਦਿੱਲੀ ਦੇ ਵਿੱਚ ਐਜ਼ ਕੰਪੇਅਰ ਟੂ ਅਦਰ ਸਟੇਟਸ। ਤੁਸੀਂ ਉਹ ਸਿਰਫ ਦਿੱਲੀ ਨਾਲ ਡਮਰੂ ਵਜਾ ਕੇ ਤੁਸੀਂ ਲੋਕਾਂ ਨੂੰ ਮੂਰਖ ਨਾ ਬਣਾਓ। ਇਹ ਲੋਕਾਂ ਦੀਆਂ ਜੇਬਾਂ 'ਚ ਕਰਜ਼ਾ ਜਾਂਦਾ ਹੈ। ਦਿੱਲੀ ਦਾ ਕਿੰਨਾ ਡੈਫਿਸਿਟ ਫਾਈਨੈਂਸ ਹੈ? ਡੂ ਯੂ ਨੋ ਦਿਸ? ਤੁਹਾਡਾ ਸਰ ਜਿਹੜਾ ਤੁਸੀਂ ਪਹਿਲਾਂ ਦਿੱਤੀ ਇੱਕ ਸੈਕਿੰਡ, ਤੁਸੀਂ ਅੱਜ ਤੱਕ ਕਰਜ਼ਾ ਕਹਿ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਹੋ। ਕਰਜ਼ਾ ਮੈਨੂੰ ਪਤਾ ਹੈ ਪੰਜਾਬ ਸਟ੍ਰੈਸ ਸਟੇਟ ਹੈ, ਕੇਰਲਾ ਸਟ੍ਰੈਸ ਸਟੇਟ ਹੈ, ਕਲਕੱਤਾ ਵੈਸਟ ਬੰਗਾਲ ਸਟ੍ਰੈਸ ਸਟੇਟ ਹੈ। ਪੰਜਾਬ ਦੇ ਜਿਹੜੇ ਹਾਲਾਤ ਟੈਰਰਿਜ਼ਮ ਚੋਂ ਨਿਕਲੇ ਉਦੋਂ ਦੇ ਅਸੀਂ ਉਸ ਸਟ੍ਰੈਸ 'ਚ ਆਏ ਹਾਂ।
ਤੁਸੀਂ ਰੌਲਾ ਪਾਣਾ ਬਹੁਤ, ਕਾਂਗਰਸ ਨੇ ਵੀ ਪਿਛਲੀ ਵਾਰ ਰੌਲਾ ਪਾਇਆ ਸੀਗਾ, 2 ਲੱਖ ਤੋਂ 3 ਲੱਖ ਪਹੁੰਚ ਗਏ, 1 ਲੱਖ ਕਰੋੜ ਵੱਧ ਗਿਆ ਇਹਨਾਂ ਦੇ 1 ਸਾਲ ਦੇ ਰਜੀਮ ਦੇ ਵਿੱਚ। 4.5 ਤੋਂ ਘਟਾ ਕੇ 3.5 ਲਿਆਏ ਸੀ, ਹੁਣ 4.6 ਤੇ ਪਹੁੰਚ ਗਿਆ। ਡੋਂਟ ਮਿਸਕੋਟ ਦੀ ਇਸ਼ੂਜ਼। ਪਹਿਲਾਂ ਅੰਡਰਸਟੈਂਡ ਕਰੋ ਕਿ ਹਰ ਥਾਂ ਤੁਸੀਂ ਕਰਜ਼ਾ ਬੋਲਦੇ ਹੋ, ਕਰਜ਼ਾ ਹੈ ਕੀ? ਪਹਿਲਾਂ ਇੱਕ ਦਿਨ ਇਹਦੇ ਤੇ ਡਿਬੇਟ ਰੱਖ ਲਈ ਜਾਵੇ, ਤੁਹਾਨੂੰ ਮੈਂ ਨੌਲੇਜ ਦੇ ਦੇਵਾਂ ਕਰਜ਼ਾ ਹੁੰਦਾ ਕੀ ਹੈ। ਠੀਕ ਹੈ ਸਰ, ਕੋਈ ਗੱਲ ਨਹੀਂ, ਰੱਖ ਲਾਂਗੇ ਆਪਾਂ, ਕੋਈ ਗੱਲ ਨਹੀਂ। ਜੀ ਮੈਂ ਹੁਣ ਸਾਡੀ ਨੌਲੇਜ ਦੇ ਵਿੱਚ ਵਾਧਾ ਹੋਏਗਾ ਕਿ ਪੈਸਾ ਆਪਣੇ ਦੇਸ਼ ਕੋਲ ਕਿੱਥੋਂ ਆਉਂਦਾ। ਗੱਲ ਨਾ ਕਰਿਆ ਕਰੋ, ਸਾਰੀਆਂ ਚੀਜ਼ਾਂ ਛੋਟੇ ਹੋ ਜਾਂਦੇ ਆ ਫਿਰ ਜਦ ਇਹ ਜਿਹੀ ਗੱਲਾਂ ਕਰਦੇ ਆ ਡਿਬੇਟ ਨੂੰ ਛੋਟਾ ਕਰਦੇ ਆ। ਮੈਂ ਹੁਣ ਜਿਹੜਾ ਸਵਾਲ ਸੀ ਬਿਜਲੀ ਦਾ ਸਵਾਲ ਜਿਹੜਾ ਕਰ ਰਹੇ ਆ, ਜੀ ਰਮਨ ਜੀ ਇਸਤੇਮਾਲ ਸਹੀ ਕਰਨ। ਵਾਕਈ ਜੀ ਨੌਲੇਜ ਸਾਰਿਆਂ ਨੂੰ ਜ਼ਰੂਰ ਮਿਲੇਗੀ ਇਸ ਡਿਬੇਟ ਨੂੰ ਵੇਖਣ ਤੋਂ ਬਾਅਦ। ਫਿਲਹਾਲ ਜਿਹੜਾ ਮੈਂ ਬਿਜਲੀ ਦਾ ਮੁੱਦਾ ਜਿਹੜਾ ਮੇਨ ਗੱਲ ਕਰ ਰਿਹਾ, ਸੋ ਕਿਉਂ ਨਾ ਸੀ ਜਿਹੜੇ ਰੂਲਿੰਗ ਪਾਰਟੀ ਜਿਹੜੀ ਹੈ ਕਾਂਗਰਸ ਜਿਹੜੀ ਪਾਰਟੀ, ਉਹਨਾਂ ਕੋਲੋਂ ਪੁੱਛਿਆ ਜਾਵੇ, ਕਿਉਂਕਿ ਉਹਨਾਂ ਦੇ ਹੀ ਜਿਹੜੇ ਪੰਜਾਬ ਜਿਹੜੇ ਪ੍ਰਧਾਨ ਜਿਹੜੇ ਨਵੇਂ ਬਣੇ ਆ ਨਵਜੋਤ ਸਿੰਘ ਸਿੱਧੂ ਹੁਣੀ, ਉਹਨਾਂ ਨੇ ਕਿਹਾ ਸੀਗਾ ਕਿ ਸਾਡੀ ਜਦੋਂ ਸਰਕਾਰ ਆਵੇਗੀ, ਜਦ ਕਿ ਉਹਨਾਂ ਦੀ ਸਰਕਾਰ ਆਲਰੇਡੀ ਹੈ, ਚਲੋ ਪ੍ਰਧਾਨ ਬਣ ਗਏ, ਕਹਿੰਦੇ ਅਸੀਂ ਤਾਂ ਜੀ 3 ਰੁਪਏ ਯੂਨਿਟ ਕਰ ਦੇਵਾਂਗੇ, ਅਸੀਂ ਜਿਹੜੇ ਸਮਝੌਤੇ ਆ ਉਹ ਰੱਦ ਕਰ ਦਿਆਂਗੇ। ਤੇ ਅਮਰਿੰਦਰ ਸਿੰਘ ਜੀ, ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਨਾ ਸਮਝੌਤੇ ਰੱਦ ਹੋ ਰਹੇ ਨੇ, ਨਾ ਰੇਟ ਘੱਟ ਹੋ ਰਿਹਾ ਵਾ, ਕੀ ਮਤਲਬ ਤੁਹਾਡੀ ਤਾਂ ਸਰਕਾਰ ਆਲਰੇਡੀ ਹੈ ਕਿ ਦੁਬਾਰਾ ਫੇਰ ਲੋਕਾਂ ਨੂੰ ਗੁੰਮਰਾਹ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੁਬਾਰਾ ਸਾਨੂੰ ਫੇਰ ਵੋਟ ਪਾਓ, ਫੇਰ ਤੁਹਾਨੂੰ ਗੁੰਮਰਾਹ ਕਰੀਏ? ਕੀ ਸਟੈਂਡ ਕੀ ਲੈਣਾ ਚਾਹੁੰਦੀ ਹੈ ਕਾਂਗਰਸ ਸਰਕਾਰ? ਕਿਉਂਕਿ ਲੋਕਾਂ ਦੇ ਮਸਲੇ ਉੱਥੇ ਹੀ ਖੜੇ ਨੇ, ਕੱਟ ਤਾਂ ਲੱਗ ਹੀ ਰਹੇ ਨੇ, ਲੋਕੀ ਤਾਂ ਤੰਗ ਹੈਗੇ ਹੀ ਨੇ, ਉੱਤੋਂ ਕਹਿੰਦੇ ਮਹਿੰਗੀ ਵੀ ਹੋ ਜਾਣੀ। ਕੀ ਕਰੇਗੀ ਕਾਂਗਰਸ ਸਰਕਾਰ? ਪਹਿਲੀ ਗੱਲ ਤਾਂ ਮੈਨੂੰ ਟਾਈਮ ਕਾਫੀ ਦੇਰ ਬਾਅਦ ਮਿਲਿਆ, ਮੈਨੂੰ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ। ਜੀ ਰਮਨ ਜੀ ਨੇ ਇੱਕ ਪਰੰਪਰਾਵਾਦੀ ਪਾਰਟੀਆਂ ਦੀ ਤੇ ਮੋਡਰੇਟ ਪਾਰਟੀ ਦੀ ਗੱਲ ਕੀਤੀ ਹੈ। ਮੈਂ ਰਮਨ ਜੀ ਨੂੰ ਇਹ ਗੱਲ ਕਹਾਂਗਾ ਕਿ ਜਦੋਂ ਆਪਾਂ ਦਿੱਲੀ ਦਾ ਮਾਡਲ ਦਿਖਾਉਣਾ ਚਾਹੁੰਦੇ ਹਾਂ, ਪੰਜਾਬ ਇੱਕ ਸਟੇਟ ਹੈ, ਦਿੱਲੀ ਨੂੰ ਪਾਪੂਲੇਸ਼ਨ ਕਰਕੇ ਸਟੇਟ ਨਾ ਕਹੀ ਜਾਓ ਬ੍ਰਦਰ, ਦਿੱਲੀ ਇੱਕ ਸਿਟੀ ਹੈ। ਔਰ ਦਿੱਲੀ, ਜਿਵੇਂ ਟਾਂਡਾ ਜੀ ਨੇ ਕਿਹਾ, ਕੰਜ਼ਿਊਮਿੰਗ ਸਿਟੀ ਹੈ, ਉਹਦੇ ਵਿੱਚ ਟੈਕਸਿਸ ਦੀ ਕਲੈਕਸ਼ਨ ਆਟੋਮੈਟਿਕਲੀ ਤੁਹਾਡੀ ਵੱਧ ਜਾਂਦੀ ਹੈ ਤੇ ਖਰਚੇ ਤੁਹਾਡੇ ਜਿਹੜੇ ਨੇ ਉਹ ਕੰਪੈਰੀਟਿਵਲੀ ਘਟ ਜਾਂਦੇ ਨੇ। ਇਸ ਕਰਕੇ ਉਹਨੂੰ ਅਸੀਂ ਸਟੇਟ ਨਾਲ ਕੰਪੇਅਰ ਨਹੀਂ ਕਰ ਸਕਦੇ। ਪੰਜਾਬ ਦੇ ਵਿੱਚ ਜੇ ਤੁਸੀਂ ਗੱਲ ਪੰਜਾਬ ਦੀ ਕਰਨੀ ਆ ਤਾਂ ਪੰਜਾਬ ਮਾਡਲ ਲੈ ਕੇ ਆਓ, ਸਾਨੂੰ ਦਿੱਲੀ ਮਾਡਲ ਨਾ ਦਿਖਾਓ। ਤੇ ਜੇ ਤੁਸੀਂ ਪੰਜਾਬ ਮਾਡਲ ਦੇਖਣਾ ਹੈ, ਜਿਨ੍ਹਾਂ ਨੂੰ ਪਰੰਪਰਾਵਾਦੀ ਪਾਰਟੀਆਂ ਕਹਿ ਰਹੇ ਹੋ, ਮੇਰੇ ਵੀਰ ਤੁਸੀਂ ਇਹ ਗੱਲ ਕਹੀ ਹੈ ਕਿ ਮੈਂ 20 ਸਾਲ ਤੋਂ ਕਾਂਗਰਸ ਦੇ ਵਿੱਚ ਹਾਂ ਤੇ 20 ਸਾਲ ਦੇ ਵਿੱਚੋਂ 10 ਸਾਲ ਕਾਂਗਰਸ ਨੇ ਰਾਜ ਕੀਤਾ ਹੈ। ਕਾਂਗਰਸ ਨੇ ਲਗਾਤਾਰ 10 ਸਾਲ ਪਾਵਰ ਸੈਕਟਰ, ਐਗਰੀਕਲਚਰ ਸੈਕਟਰ ਦੇ ਵਿੱਚ ਫ੍ਰੀ ਬਿਜਲੀ ਦਿੱਤੀ ਹੈ, ਕਦੀ ਉਹਦੀ ਗੱਲ ਕੀਤੀ ਜੇ? ਅਕਾਲੀ ਦਲ ਨੇ 10 ਸਾਲ ਦਿੱਤੀ ਹੈ, ਜਿਹਨੂੰ ਪਰੰਪਰਾਵਾਦੀ ਪਾਰਟੀ ਆਪਾਂ ਕਹਿ ਦਿੰਦੇ, ਕੀ ਉਹਦੀ ਗੱਲ ਕੀਤੀ ਜੇ? ਆਪਾਂ ਸਿਰਫ 200 ਯੂਨਿਟ ਜਿਹੜੀ ਘਰਾਂ ਦੀ ਕੰਜ਼ੰਪਸ਼ਨ ਹੈ ਡੋਮੈਸਟਿਕ, ਆਪਾਂ ਉਹਦੀ ਗੱਲ ਤਾਂ ਕਰੀ ਜਾਂਦੇ ਹਾਂ। ਅੱਜ ਤੱਕ ਦਿੱਲੀ ਨੇ ਪਾਵਰ ਸੈਕਟਰ ਨੂੰ ਫ੍ਰੀ ਬਿਜਲੀ ਕਿਉਂ ਨਹੀਂ ਦਿੱਤੀ? ਜੇ ਤੁਸੀਂ ਦਿੱਲੀ ਦਾ ਮਾਡਲ ਪੰਜਾਬ 'ਚ ਲਿਆਉਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਪੰਜਾਬ ਦਾ ਮਾਡਲ ਵੀ ਦਿੱਲੀ ਦੇ ਵਿੱਚ ਲੈ ਜਾਓ। ਜੋ ਕੁਝ ਪੰਜਾਬ ਦੇ ਲੋਕ ਲੈ ਰਹੇ ਨੇ ਉਹ ਵੀ ਦਿੱਲੀ ਨੂੰ ਜ਼ਰੂਰ ਦਿਓ ਤੇ ਫਿਰ ਉਸ ਤੇ ਜਾਂ ਫਿਰ ਦਿੱਲੀ ਨੂੰ ਦਿੱਲੀ ਨਾਲ ਚੱਲਣ ਦਿਓ। ਪੰਜਾਬ ਵਾਸਤੇ ਆਪਣੀ ਅਪਰੋਚ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਜਿਹੜੀ ਆ ਉਹ ਕਲੀਅਰ ਰੱਖੋ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਵਾਈਟ ਪੇਪਰ ਦੀ, ਮੇਰਾ ਖਿਆਲ ਹੈ, ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਹੈ, ਵਾਈਟ ਪੇਪਰ ਜਾਰੀ ਕਿਉਂ ਨਹੀਂ ਹੋਇਆ? ਅਸੀਂ ਇਸ ਤੋਂ ਅੱਗੇ ਵੀ ਥੋੜਾ ਜਿਹਾ ਚਲੇ ਜਾਈਏ। ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲੀਆਂ? ਡਰੱਗ ਇਸ਼ੂਜ਼ ਪੈਂਡਿੰਗ ਕਿਉਂ ਪਏ ਨੇ? ਪਹਿਲਾਂ ਇਹ ਗੱਲਾਂ ਡਿਸਟ੍ਰੈਕਟ ਨਾ ਕਰੋ। ਜਦੋਂ ਐਂਡ ਦੇ ਵਿੱਚ ਡਿਸਟ੍ਰੈਕਟ ਨਾ ਕਰੋ, ਉਹਦੇ ਤੇ ਰੱਖੋ ਪਾਵਰ ਜਿੱਥੇ ਚੱਲ ਰਹੀ ਸੀ। ਟਾਂਡਾ ਜੀ ਗੱਲ ਕਰ ਲੈਣ ਦਿਓ, ਮੈਂ ਆਪਣੇ ਇਸ਼ੂ ਤੇ ਹੀ ਆਵਾਂਗਾ। ਇਹਨੂੰ ਮੈਂ ਗੱਲਾਂ ਬਹੁਤ ਫਿਰ ਤੁਹਾਨੂੰ ਮੌਕਾ ਨਹੀਂ ਮਿਲਦਾ, ਐਵੇਂ ਨਾ ਕਰੋ ਪਲੀਜ਼, ਨਾ ਕਰੋ। ਗੱਲ ਸਿਰਫ ਇਹ ਕਰ ਰਿਹਾ ਕਿ ਇਹਨਾਂ ਇਸ਼ੂਜ਼ ਤੇ 4.5 ਸਾਲ ਕੰਮ ਕਿਉਂ ਨਹੀਂ ਹੋਇਆ? ਪਹਿਲਾਂ ਆਪਾਂ ਡਰਾਇੰਗ ਰੂਮਾਂ ਦੇ ਵਿੱਚ ਬੈਠੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਲੱਗਦਾ ਹੈ ਅੰਡਰ ਟੇਬਲ ਕੁਝ ਇਸ ਤਰ੍ਹਾਂ ਹੋ ਰਿਹਾ, ਤੇ ਹੁਣ ਉਹ ਗੱਲ ਬ੍ਰਦਰ ਕਲੀਅਰ ਹੋ ਗਈ ਹੈ ਕਿ 4.5 ਸਾਲ ਵਾਈਟ ਪੇਪਰ ਕਿਹਨੇ ਨਹੀਂ ਆਉਣ ਦਿੱਤਾ। 4.5 ਸਾਲ ਇਹਨਾਂ ਇਸ਼ੂਜ਼ ਦੇ ਉੱਤੇ ਕੰਮ ਕਿਉਂ ਨਹੀਂ ਹੋਇਆ? ਵਾਟ ਅਬਾਊਟ ਕੈਪਟਨ ਅਮਰਿੰਦਰ ਕੈਬਨਿਟ ਮੈਂਬਰਸ ਜਿਹੜੇ ਤੁਸੀਂ ਰੀਇੰਡਕਟ ਕੀਤੇ ਆ ਵਾਪਸ, ਕਿਆ ਉਹ ਕੈਬਨਿਟ ਦੇ ਜ਼ਿੰਮੇਦਾਰ ਨਹੀਂ ਸੀ?
ਬਿਲਕੁਲ ਸੀ, क्या उन्होंने कलेक्टिव रिस्पॉन्सिबिलिटी नहीं ਬਿਲਕੁਲ थी? ਸੀ, ਤੁਸੀਂ ਬਿਲकुल ਤੁਹਾਡਾ ਸੀ, ਕੱਲਾ ਕੈਪਟਨ ਸਾਹਿਬ ਦੇ ਬਿਲਕੁਲ ਪੁੱਤ ਦੀ ਸੀ, ਕੋਸ਼ਿਸ਼ ਪਰ ਕਰ ਰਹੇ ਹੋ। ਬਿਲकुल ਸੀ, ਪਲੀਜ਼ ਪਰ ਪਲੀਜ਼ ਕੀ ਪਲੀਜ਼ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦੇ 2.5 ਸਾਲ ਸਿੱਧੂ ਸਾਹਿਬ ਨਹੀਂ ਸੀ, 2.5 ਸਾਲ ਸਿੱਧੂ ਸਾਹਿਬ ਨੇ ਪਾਵਰ ਤੇ ਕਿਉਂ ਨਹੀਂ ਬੋਲੇ? 2.5 ਸਾਲ ਸਿੱਧੂ ਬੇਅਦਬੀ ਤੇ ਕਿਉਂ ਨਹੀਂ ਬੋਲੇ? ਪਰਿਵਾਰ ਦੇ ਰਾਜ ਦੇ ਵਿੱਚ ਕਦੀ ਮਿਨਿਸਟਰਾਂ ਦੀ ਜਿਹੜੇ ਤੁਸੀਂ ਕਰਪਟ ਮੰਤਰੀ ਵਾਪਸ ਲਏ ਹੈ, ਇੱਕ ਬੰਬ ਬਲਾਸਟ ਵਾਲਾ ਲਿਆ, ਇੱਕ ਰੇਪਿਸਟ ਲਿਆ, ਕਿਆ ਉਹ ਜਿਹੜੇ ਨਵੇਂ ਸਪੈਸ਼ਲ ਮੰਤਰੀ ਹੈ ਨਵਾਂ ਮਸਾਲਾ ਲਿਆਣਗੇ? ਜਿਹੜੇ ਪੁਰਾਣੇ ਲਏ ਹੈ, ਕਿਆ ਚੰਨੀ ਸਾਹਿਬ ਜਿਹੜੀ ਕੋਠੇ ਵਾਲੀ ਗੱਡੀ ਦੀ ਗੱਲ ਕਰਦੇ ਹੈ ਉਸ ਕੈਬਨਿਟ ਚ ਨਹੀਂ ਸੀ? ਮੇਰਾ ਖਿਆਲ ਗੱਡੀਆਂ ਆਈਆਂ, ਨੈਰੇਟਿਵ ਨਾ ਬਦਲੋ। ਹੈਗਾ ਤੂੰ ਲਿਆ ਨਾ, ਤੁਸੀਂ ਭੱਜ ਨਹੀਂ ਸਕੋਗੇ, ਹੋਣੇ ਚਾਹੀਦੇ। ਇਹ ਝੂਠ ਬੋਲ ਕੇ ਨਹੀਂ ਭੱਜ ਸਕਦੇ। ਨੋ ਨੋ ਨੋ, ਕਲੈਕਟਿਵ ਰਿਸਪੌਂਸਿਬਿਲਿਟੀ ਕੈਬਨਿਟ ਦੀ ਹੈ। 4.5 ਸਾਲ ਸੋਨੀਆ ਗਾਂਧੀ ਜੀ ਕਿੱਥੇ ਸੀ? ਪੰਜਾਬ ਦੀ ਜਨਤਾ ਜਾਣਦੀ ਹੈ ਕਿ ਤੁਹਾਡੀ ਸੈਂਟਰਲ ਟੀਮ ਕਿੱਥੇ ਸੀ? ਤੁਹਾਡੇ 18 ਪੁਆਇੰਟ ਪ੍ਰੋਗਰਾਮ ਕਿੱਥੇ ਸੀ? 4 ਸਾਲ ਦੇ ਬਾਅਦ ਅੱਜ ਆਪਣੇ ਕਹਿ ਦੇਣਾ ਟੇਬਲ ਦੇ ਨੀਤੀਆਂ ਜਾ ਰਹੀਆਂ ਕਿ ਕੈਪਟਨ ਅਮਰਿੰਦਰ ਬੀਜੇਪੀ ਨਾਲ ਰਲੇ ਹੋਏ ਸੀ, ਇਹ ਗੱਲਾਂ ਚੱਲਣੀਆਂ ਨਹੀਂ ਹੈ। ਜੀ ਮੈਂ ਕਹਾਂਗਾ ਇੱਕ ਟਾਈਮ ਤੇ ਬੋਲਿਆ ਜਾਵੇ। ਰਾਜਨੀਤੀ ਹੋ ਰਹੀ ਹੈ ਤੇ ਝੂਠੀ ਰਾਜਨੀਤੀ ਕਿੱਥੇ ਪਰਪ ਰਹੀ ਹੈ? ਪੰਜਾਬ ਦੇ ਲੋਕ ਗੁਟਕਾ ਫੜ ਕੇ 17 ਚ ਵੀ ਇਹਦਾ ਜਵਾਬ ਦੇਣਗੇ। ਗੁਟਕਾ ਫੜ ਕੇ ਝੂਠ ਬੋਲਣ ਵਾਲੀ ਰਾਜਨੀਤੀ। ਹਰੀਸ਼ ਜੀ ਇੱਕ ਵਾਰ ਆਪਣਾ ਪੁਆਇੰਟ ਰੱਖ ਲੈਣ ਦਿਓ ਮਨਿੰਦਰ ਜੀ ਨੂੰ, ਉਸ ਤੋਂ ਬਾਅਦ ਤੁਸੀਂ ਜਿਹੜਾ ਟੈਕਲ ਹੈ, ਜਿਹੜਾ ਜਵਾਬ ਹੈ ਤੁਸੀਂ ਬੇਸ਼ੱਕ ਦੇ ਸਕਦੇ ਹੋ। ਇੱਕ ਵਾਰ ਮਨਿੰਦਰ ਜੀ ਨੂੰ ਆਪਣੀ ਗੱਲ ਰੱਖ ਲੈਣ ਦਿਓ। ਮਨਿੰਦਰ ਜੀ, ਮੇਰਾ ਖਿਆਲ ਹੈ ਮੈਂ ਲਗਾਤਾਰ 15 ਮਿੰਟ ਚੁੱਪ ਬੈਠਾ ਰਿਹਾ, ਮੈਂ ਕਿਸੇ ਦੀ ਗੱਲ ਦੇ ਵਿੱਚ ਬੋਲਿਆ। ਜੀ ਮਨਿੰਦਰ ਜੀ ਤੁਸੀਂ ਗੱਲ ਕਰ ਸਕਦੇ ਹੋ। ਤੇ ਮੇਰਾ ਖਿਆਲ ਹੈ ਡਿਬੇਟ ਦਾ ਇਹ ਕੋਈ ਹੈਲਦੀ ਪ੍ਰੋਸੈਸ ਨਹੀਂ ਹੈਗਾ ਕਿ ਤੁਸੀਂ ਦੂਜੇ ਦੇ ਮੂੰਹ ਚੋਂ ਗੱਲ ਫੜ ਕੇ ਤੇ ਉਹਨੂੰ ਰੌਲੇ ਰੱਪੇ ਦੇ ਵਿੱਚ ਲੈ ਜਾਓ ਤੇ ਅਸਲ ਗੱਲ ਜਿਹੜੀ ਹੈ ਉਹ ਮੁੱਦੇ ਤੋਂ ਭਟਕਾ ਦਿੱਤੀ ਜਾਵੇ। ਚੁੱਪ ਰਹਿ ਕੇ ਸੁਣਨ ਦਾ ਜਿਹੜਾ ਪਲੱਸ ਪੁਆਇੰਟ ਹੈ, ਇਹ ਵੀ ਡਿਬੇਟ ਦਾ ਇੱਕ ਹੈਲਦੀ ਪੁਆਇੰਟ। ਜੀ ਮਨਿੰਦਰ ਜੀ। ਹਾਂਜੀ, ਤੁਸੀਂ ਗੱਲ ਕੀਤੀ ਸੀ ਜੀ ਕਿ ਸਿੱਧੂ ਸਾਹਿਬ ਕਹਿੰਦੇ ਸੀਗੇ 3 ਰੁਪਏ ਕਰ ਦਿਆਂਗੇ। ਸਿੱਧੂ ਸਾਹਿਬ ਨੇ ਪਾਵਰ PPA ਜਿਹੜੇ ਨੇ ਉਹਨਾਂ ਨੂੰ ਰੱਦ ਕਰਨ ਦੀ ਗੱਲ ਕੀਤੀ ਸੀ। ਸਰਕਾਰ ਅੱਜ ਵੀ ਉੱਥੇ ਖੜੀ। ਸਰਕਾਰ ਬਣਨ ਤੋਂ ਲੈ ਕੇ ਅੱਜ ਤੱਕ ਟਾਈਮ ਕਿੰਨਾ ਹੋਇਆ? ਅੱਜ ਇੱਕਦਮ ਇਹਨਾਂ ਨੂੰ ਰੱਦ ਕਰ ਦਿੱਤਾ ਜਾਵੇ ਤੇ ਇਹਨਾਂ ਦੇ ਲੀਗਲ ਐਸਪੈਕਟਸ ਜਿਹੜੇ ਨੇ ਜਾਣਦੇ ਨੇ ਟਾਂਡਾ ਜੀ ਹੁਣੀ ਬੜੀ ਚੰਗੀ ਤਰ੍ਹਾਂ ਕਿ ਕੋਰਟਾਂ ਦੇ ਵਿੱਚੋਂ ਸਟੇ ਲੈ ਕੇ ਉਹ ਪਾਰਟੀਆਂ ਫਿਰ ਸਾਡੇ ਸਿਰ ਤੇ ਬੈਠਣਗੀਆਂ। ਅਸੀਂ ਸਾਰੇ ਕੁਝ ਨੂੰ ਕਵਰ ਕਰਨ ਤੋਂ ਬਾਅਦ ਇਹ ਸਟੈਪ ਲੈਣੇ ਨੇ ਔਰ ਸਰਕਾਰ ਇਹਦੇ ਤੇ ਕੰਮ ਕਰ ਰਹੀ ਹੈ, ਪਾਰਟੀ ਉਹਦੀ ਬੈਕਿੰਗ ਕਰ ਰਹੀ ਹੈ, ਪਾਰਟੀ ਉਹਦੇ ਮਗਰ। ਹਰੀਸ਼ ਜੀ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਸਰ, ਇਸ ਤਰ੍ਹਾਂ ਹੈ, ਜਦ ਸਿੱਧੂ ਸਾਹਿਬ ਪਹਿਲਾਂ ਇਹ ਗੱਲਾਂ ਕਹਿੰਦੇ ਸੀ, ਸਿੱਧੂ ਸਾਹਿਬ ਨੂੰ ਪਾਵਰ ਮਿਨਿਸਟਰੀ ਮਿਲੀ ਸੀ, ਉਹਦੇ ਵਿੱਚੋਂ ਲੀਗਲ ਐਸਪੈਕਟ ਵੀ ਦੇਖ ਲੈਂਦੇ ਤੇ ਸਾਰੇ ਐਸਪੈਕਟ ਦੇਖ ਲੈਂਦੇ, 3 ਰੁਪਏ ਬਿਜਲੀ ਵੀ ਕਰ ਦਿੰਦੇ ਤੇ ਰੱਦ ਵੀ ਕਰ ਦਿੰਦੇ। ਕਿਆ ਉਦੋਂ ਲੀਗਲ ਐਸਪੈਕਟ ਫੜਿਆ ਨਹੀਂ ਸੀ? ਕਿਆ ਉਦੋਂ ਇਹ ਮਾਫ ਕਰਨਾ ਕਿ ਇੱਕ ਅਸੀਂ ਮੂਰਖਾਂ ਵਾਂਗੂ ਸਟੇਟਮੈਂਟ ਦੇ ਦਿੰਦੇ ਵਿਦਆਊਟ ਸਟੱਡੀ ਕੀਤੇ, ਵਿਦਆਊਟ ਲੀਗਲ ਐਸਪੈਕਟ ਸਟੱਡੀ ਕੀਤੇ? ਇਹੀ ਤਾਂ ਉਸ ਸਮੇਂ ਦੀ ਗਵਰਨਮੈਂਟ ਵੀ ਕਹਿੰਦੀ ਸੀ, ਅਸੀਂ ਵੀ ਕਹਿੰਦੇ ਸੀ ਕਿ ਕਰੋ ਰੱਦ, ਜੇ ਤੁਸੀਂ ਕਰ ਸਕਦੇ ਹੋ ਲੀਗਲੀ ਤਾਂ ਰੱਦ ਕਰੋ। ਜਿਹੜੇ ਸਭ ਤੋਂ ਚੀਪ ਉਸ ਸਮੇਂ ਦੇ ਕੰਟਰੈਕਟਸ ਹੈ ਉਹਨੂੰ ਤੁਸੀਂ ਕਿੱਦਾਂ ਰੱਦ ਕਰ ਦੋਗੇ? ਅੱਜ ਰੱਦ ਕਰਕੇ ਜਿਹੜੀ 3 ਰੁਪਏ 76 ਪੈਸੇ ਬਿਜਲੀ ਆ ਰਹੀ ਹੈ, ਅੱਜ 4 ਰੁਪਏ 20-30 ਪੈਸੇ ਵਾਲੇ ਕੰਟਰੈਕਟਸ ਹੋ ਰਹੇ ਆ, ਕਿੱਦਾਂ ਕਰ ਲਓਗੇ? ਇਨਫਲੇਸ਼ਨ ਆ ਚੁੱਕੀ ਹੈ, ਕਾਸਟ ਵੱਧ ਚੁੱਕੀ ਹੈ ਪਲਾਂਟਸ ਦੀ। ਪਲਾਂਟਸ ਨੂੰ ਕਨਸੀਵ ਕਰਨ ਨੂੰ ਤੇ ਬਣਾਉਣ ਨੂੰ 4 ਸਾਲ ਲੱਗ ਜਾਂਦੇ ਆ। ਇਹ ਸਟੇਟਮੈਂਟਸ ਦੇ ਕੇ ਗਲਤ ਨੈਰੇਟਿਵਸ ਬਣਾ ਕੇ ਰਾਜਨੀਤੀ ਜਿਹੜੀ ਕਰਨ ਵਾਲਾ ਸਿਸਟਮ ਹੈ ਬੰਦ ਹੋਣਾ ਚਾਹੀਦਾ ਹੈ। ਸਿਸਟਮ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਪੰਜਾਬ ਬਿਜਲੀ ਸਰਪਲਸ ਸੂਬਾ, ਅੱਜ ਸਾਡੇ ਪੰਜਾਬ 'ਚ ਕੱਟ ਨਹੀਂ ਲੱਗਦੇ। ਅੱਜ ਤਰ੍ਹਾਂ ਇੰਡਸਟਰੀ ਕਰ ਰਹੀ ਹੈ, ਅੱਜ 16 ਰੁਪਏ ਦਾ ਬਿਜਲੀ ਦਾ ਯੂਨਿਟ ਪੈ ਰਿਹਾ ਇੰਡਸਟਰੀ ਨੂੰ, ਜਿਹੜੇ ਉਹ ਜਨਰੇਟਰ ਵਿਚਾਰੇ ਚਲਾ ਰਹੇ ਆ। ਤੁਸੀਂ ਇਸ ਐਂਗਲ ਤੋਂ ਕਦੇ ਧਿਆਨ ਹੀ ਨਹੀਂ ਕਰਦੇ। ਤੁਸੀਂ ਸੋਚਦੇ ਹੋ ਬੜੇ ਸੈਬ ਨਹੀਂ, ਅਸੀਂ 5-6 ਹਜ਼ਾਰ ਮੈਗਾਵਾਟ ਦੇ ਯੂਨਿਟ ਕੈਂਸਲ ਕਰਕੇ ਉੱਥੋਂ ਕਿੱਥੋਂ ਲਿਆਵਾਂਗੇ ਬਿਜਲੀ? ਕਿੱਥੋਂ ਪਰਚੇਸ ਕਰੋਗੇ ਤੁਸੀਂ? ਕਿੱਥੋਂ ਅਵੇਲੇਬਲ ਹੋਊਗੀ? ਕੀ ਸਾਧਨ ਹੋਣਗੇ? ਕਿਆ ਤੁਹਾਡੇ ਕੋਲ ਵੀਲਿੰਗ ਕਪੈਸਿਟੀ ਹੈ? ਫਿਰ ਜਦ ਬਿਜਲੀ ਤੁਸੀਂ ਕੈਂਸਲ ਕਰ ਦੋਗੇ, ਬਿਜਲੀ ਨਹੀਂ ਆਊਗੀ, ਫਿਰ ਅਸੀਂ ਸਟੱਡੀ ਕਰ ਰਹੇ ਹਾਂ ਕਿ ਵੀਲਿੰਗ ਕਪੈਸਿਟੀ ਹੈ ਨਹੀਂ। ਤੁਹਾਨੂੰ ਇਹ ਵੀ ਆਈਡੀਆ ਹੋਣਾ ਚਾਹੀਦਾ ਹੈ ਕਿ ਬਿਜਲੀ ਜੇ ਬੰਗਾਲ 'ਚ ਅਵੇਲੇਬਲ ਹੈ, ਮਦਰਾਸ 'ਚ ਅਵੇਲੇਬਲ ਹੈ, ਅਸੀਂ ਨਹੀਂ ਲਿਆ ਸਕਦੇ। ਸਾਨੂੰ ਵੀਲਿੰਗ ਐਸਪੈਕਟ ਦੇਖਣਾ ਪੈਂਦਾ, ਵੀਲ ਕਰਕੇ ਤੁਸੀਂ ਕਿੱਥੋਂ ਤੇ ਕਿੰਨੀ ਬਿਜਲੀ ਤੇ ਕਿਹੜੇ ਸਮੇਂ ਲਿਆ ਸਕਦੇ ਹੋ। ਇਹ ਇੰਨੇ ਟੈਕਨੀਕਲ ਇਸ਼ੂਜ਼ ਹੈ, ਇਹਨੂੰ ਇੰਨਾ ਸੈਬਨ ਬੋਲ ਦੇਣਾ ਕਿ ਅਸੀਂ ਵਾਈਟ ਪੇਪਰ ਜਾਰੀ ਨਹੀਂ ਕਰ ਸਕਦੇ। ਰੀਜ਼ਨ ਇਹ ਹੈ ਕਿ ਆਪਾਂ ਰੋਂਗ ਨੈਰੇਟਿਵਸ ਬਣਾ ਕੇ, ਜਿਵੇਂ ਤੁਸੀਂ ਕਿਹਾ ਨਾ ਕਿ ਇਲੈਕਸ਼ਨ ਦੇ ਸਮੇਂ ਜਾਂਦੇ ਆ, ਇਲੈਕਸ਼ਨ ਦੇ ਸਮੇਂ ਹੀ ਬੇਅਦਬੀ ਆਈ ਸੀ, ਇਲੈਕਸ਼ਨ ਦੇ ਸਮੇਂ ਹੀ ਮਾਹੌਲ ਬਣਿਆ ਸੀ, ਇਲੈਕਸ਼ਨ ਦੇ ਸਮੇਂ ਹੀ ਐਜੀਟੇਸ਼ਨ ਬਣੀ ਸੀ। ਇਲੈਕਸ਼ਨ ਬਾਅਦ ਕਿਉਂ ਨਹੀਂ ਬਣੀ? 19 ਦੀ ਪਾਰਲੀਮੈਂਟ ਇਲੈਕਸ਼ਨ ਬਾਅਦ ਕਿਉਂ ਬਿਠਾਏ ਗਏ ਬੰਦੇ ਧਰਨੇ ਤੇ ਕਿਉਂ ਕਾਂਗਰਸ ਦੇ 5 ਮਿਨਿਸਟਰਾਂ ਦੇ ਕਹੇ ਤੇ ਉਹਨਾਂ ਨੂੰ ਉਠਾਇਆ ਗਿਆ? ਉਹਦੇ ਤੋਂ ਨਜ਼ਰ ਨਹੀਂ ਆਉਂਦਾ ਕਿ ਕਿਹੜਾ ਰਾਜਨੀਤੀ ਇਸ ਗੱਲ ਦੀ ਖੇਡ ਰਿਹਾ। ਆਪਾਂ ਇਸ ਕਿਸਮ ਦੀ ਰਾਜਨੀਤੀ ਜਿਹੜੀ ਲੋਕਾਂ ਦੇ ਵਿੱਚ ਡਿਵਾਈਡ ਪੈਦਾ ਕਰੇ ਉਹ ਬੰਦ ਕਰ ਦੇਣੀ ਚਾਹੀਦੀ। ਸਾਨੂੰ ਰੀਅਲਿਸਟਿਕ ਰਾਜਨੀਤੀ ਕਰਨੀ ਚਾਹੀਦੀ।
ਇਹੀ ਕਾਰਨ ਹੈ ਕਿ ਸਾਡਾ ਜਿਹੜਾ ਅੱਜ ਦਾ ਜਿਹੜਾ ਮੁੱਦਾ ਹੈ ਕਿ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਕਿਉਂ ਹੈ, ਕਿਉਂਕਿ ਲੋਕਾਂ ਦੇ ਮਸਲੇ ਉੱਥੇ ਦੇ ਉੱਥੇ ਹੀ ਖੜੇ ਨੇ। ਲੋਕਾਂ ਨੂੰ ਗੁੰਮਰਾਹ ਜਿਹੜਾ ਹੈ ਕੀਤਾ ਜਾਂਦਾ ਹੈ, ਜਿਸ ਕਰਕੇ ਲੋਕਾਂ ਦੀ ਆਵਾਜ਼ ਜਿਹੜੀ ਹੈ ਅਸੀਂ ਇਸ ਪ੍ਰੋਗਰਾਮ ਵਿੱਚ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਸਮਾਂ ਹੋ ਚੁੱਕਾ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਇੱਕ ਹੋਰ ਮੁੱਦਾ ਜਿਹੜਾ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ, ਸਭ ਤੋਂ ਪਹਿਲਾਂ ਮੈਂ ਫਿਰ ਅਮਰਿੰਦਰਪਾਲ ਜੀ ਤੋਂ ਹੀ ਪੁੱਛਾਂਗਾ ਕਿ ਜਦੋਂ ਹੀ ਨਵੇਂ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਨਵੇਂ ਮਿਲੇ ਨੇ ਤੇ ਉਦੋਂ ਹੀ ਜਿੰਨੇ ਸਾਰੇ ਪੋਸਟਰ ਲੱਗੇ ਸੀਗੇ ਕੈਪਟਨ ਹੋਣਾ ਦੇ, ਸਾਰੇ ਪੋਸਟਰ ਲਵਾ ਦਿੱਤੇ ਗਏ, ਚੰਨੀ ਸਾਹਿਬ ਦੇ ਨਵੇਂ ਚਾੜ ਦਿੱਤੇ ਗਏ, ਕਾਫੀ ਥਾਵਾਂ ਦੇ ਤੇ ਉਹ ਪੋਸਟਰ ਲਗਾ ਦਿੱਤੇ ਗਏ ਜਿਹੜੀ ਹਕੀਕਤ ਗਰਾਊਂਡ ਲੈਵਲ ਤੇ ਚੀਜ਼ਾਂ ਹੋਈਆਂ ਵੀ ਨਹੀਂ। ਜਿਵੇਂ ਨਰਮੇ ਦੇ ਮੁਆਵਜ਼ੇ ਦੀ ਗੱਲ ਚੱਲੀ, ਪਰ ਨਰਮੇ ਦੇ ਮੁਆਵਜ਼ੇ ਦੇ ਪੋਸਟਰ ਵੀ ਲਗਾਤੇ ਕਿ ਹਾਂ ਵੀ ਪੰਜਾਬ ਸਰਕਾਰ ਨੇ ਉਹਨਾਂ ਦੇ ਮੁਆਵਜ਼ੇ ਨੇ ਉਹ ਦੇ ਦਿੱਤੇ ਨੇ, ਪਰ ਗਰਾਊਂਡ ਲੈਵਲ ਤੇ ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਨੇ ਫਿਰ ਐਜੀਟੇਸ਼ਨ ਕੀਤਾ, ਉਹਨਾਂ ਨੇ ਫਿਰ ਹੜਤਾਲ ਕੀਤੀ, ਆਪਣਾ ਰੋਸ ਪ੍ਰਗਟ ਕੀਤਾ ਕਿ ਬਈ ਕਿੱਥੇ ਨੇ ਪੈਸੇ, ਕਿੱਥੇ ਸਾਨੂੰ ਤੁਸੀਂ ਕੰਪਨਸੇਟ ਕੀਤਾ, ਕਿੱਥੇ ਤੁਸੀਂ ਸਾਨੂੰ ਮੁਆਵਜ਼ਾ ਦਿੱਤਾ। ਸੋ ਉੱਥੇ ਫਿਰ ਉਹੀ ਗੱਲ ਆ ਜਾਂਦੀ ਹੈ, ਕਹਿਣੀ ਤੇ ਕਰਨੀ ਦੇ ਵਿੱਚ ਫਰਕ। ਮਤਲਬ ਆਪਾਂ ਉਮੀਦ ਕਰ ਰਹੇ ਹਾਂ, ਨੋ ਡਾਊਟ ਕਿਤੇ ਨਾ ਕਿਤੇ ਚੰਨੀ ਜੀ ਦੀ ਇੱਕ ਵਧੀਆ ਇਮੇਜ ਵੀ ਬਣੀ ਹੈ, ਲੋਕਾਂ ਨੂੰ ਥੋੜਾ ਟਰਸਟ ਵੀ ਹੋਣ ਲੱਗ ਪਿਆ ਕਿ ਚਲੋ ਸ਼ਾਇਦ ਇਹ ਕੋਈ ਕੰਮ ਕਰ ਸਕਦੇ ਨੇ, ਪਰ ਉਹ ਲੱਗ ਨਹੀਂ ਰਿਹਾ। ਜੋ ਗੱਲਾਂ ਅਨਾਉਂਸਮੈਂਟ ਹੋਈਆਂ ਨੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਹੀ ਤਰੀਕੇ ਨਾਲ ਤੁਰ ਨਹੀਂ ਰਹੀਆਂ, ਜਾਂ ਹਾਲੇ ਵੀ ਸ਼ਾਇਦ ਵਕਤ ਲਿਆ ਜਾ ਰਿਹਾ ਕਿ ਬਈ ਇਲੈਕਸ਼ਨ ਤੋਂ ਬਾਅਦ ਹੀ ਅਸੀਂ ਕਰਾਂਗੇ। ਕੀ ਕਹਿਣਾ ਚਾਹੁੰਦੇ ਹੋ ਮਨਿੰਦਰਪਾਲ ਜੀ? ਮੇਰਾ ਖਿਆਲ ਜਿੱਥੋਂ ਤੱਕ ਗਵਰਨਮੈਂਟ ਦੀਆਂ ਪਾਲਿਸੀਜ਼ ਨੂੰ ਬਣਾਉਣ ਦਾ ਤੇ ਫਿਰ ਉਹਨੂੰ ਲੋਕਾਂ ਵਿੱਚ ਲੈ ਕੇ ਜਾਣ ਵਾਸਤੇ ਪ੍ਰਚਾਰਨ ਦਾ ਗਵਰਨਮੈਂਟ ਦੇ ਕੋਲ ਹੱਕ ਹੈ, ਡੈਮੋਕ੍ਰੇਸੀ ਦਾ ਮਿਲਿਆ ਹੋਇਆ, ਉਹਨੂੰ ਆਪਾਂ ਚੈਲੰਜ ਨਹੀਂ ਕਰ ਸਕਦੇ। ਰਹੀ ਗੱਲ ਜਿਵੇਂ ਤੁਸੀਂ ਕਿਹਾ ਕਿ ਮੁਆਵਜ਼ੇ ਮਿਲੇ ਨਹੀਂ, ਮੁਆਵਜ਼ੇ ਦਾ ਪ੍ਰੋਸੈਸ ਚੰਨੀ ਸਾਹਿਬ ਨੇ ਆਪ ਨਰਮੇ ਵਾਲੀਆਂ ਪੈਲੀਆਂ ਦੇ ਵਿੱਚ ਜਾ ਕੇ ਜ਼ਿਮੀਂਦਾਰਾਂ ਦੇ ਨਾਲ ਜਾ ਕੇ ਉਹਨੂੰ ਆਪ ਸਟਾਰਟ ਕੀਤਾ ਸੀ। ਜਦੋਂ ਇੱਕ ਪ੍ਰੋਸੈਸ ਸਟਾਰਟ ਹੋਇਆ, ਅਸੀਂ ਜ਼ਿਮੀਂਦਾਰ ਨੂੰ ਉਹਦੇ ਬਾਰੇ ਅਵੇਅਰ ਕਰਾਂਗੇ, ਅਸੀਂ ਉਹਨਾਂ ਤੱਕ ਉਹ ਗੱਲ ਲੈ ਕੇ ਜਾਵਾਂਗੇ ਤਾਂ ਫਿਰ ਹੀ ਉਸ ਪ੍ਰੋਸੈਸ ਦਾ ਹਿੱਸਾ ਬਣ ਕੇ ਆਪਣੇ ਖਰਾਬੇ ਦੀਆਂ ਜਿਹੜੀਆਂ ਗਿਰਦਾਵਰੀਆਂ ਨੇ ਉਹ ਉਹਨਾਂ ਦੇ ਵਿੱਚ ਹਿੱਸਾ ਹੋਣਗੇ। ਜੇ ਉਹਨਾਂ ਤੱਕ ਇਹ ਗੱਲ ਪਤਾ ਹੀ ਨਹੀਂ ਲੱਗੇਗਾ ਕਿ ਗਵਰਨਮੈਂਟ ਕਰ ਕੀ ਰਹੀ ਹੈ ਤੇ ਫਿਰ ਗਵਰਨਮੈਂਟ ਦੇ ਨਾਲ ਲੋਕ ਸ਼ਾਮਲ ਕਿਵੇਂ ਹੋਣਗੇ। ਇਸ ਕਰਕੇ ਉਹ ਗੱਲਾਂ ਜਿਹੜੀਆਂ ਸੀ ਉਹਨਾਂ ਨੂੰ ਪ੍ਰਚਾਰਨਾ ਜ਼ਰੂਰੀ ਸੀ। ਸਰਕਾਰ ਨੇ ਉਹਨਾਂ ਗੱਲਾਂ ਨੂੰ ਪ੍ਰਚਾਰਿਆ। ਮੁਆਵਜ਼ੇ ਦੀ ਜਿੱਥੋਂ ਤੱਕ ਗੱਲ ਹੈ, ਹੁਣ ਤੱਕ ਉਹਦੀਆਂ ਜਿਹੜੇ ਡਾਟਾ ਜਿਹੜੇ ਨੇ ਉਹ ਇਕੱਠੇ ਕੀਤੇ ਜਾ ਰਹੇ ਨੇ। ਉਹਦੇ ਬਾਅਦ ਮੁਆਵਜ਼ੇ ਜਿਹੜੇ ਆ ਉਹ ਦੇਣ ਵਾਸਤੇ ਗਵਰਨਮੈਂਟ ਕਮਿਟਡ ਹੈ, ਗਵਰਨਮੈਂਟ ਨੇ ਦੇਣੇ ਜੀ। ਅਗਲਾ ਸਵਾਲ ਹਰੀਸ਼ ਰਾਜ ਜੀ ਤੁਹਾਡੇ ਕੋਲ ਪੁੱਛਾਂਗਾ, ਥੋੜਾ ਜਵਾਬ ਭਾਵੇਂ ਲੰਬਾ ਹੋ ਸਕਦਾ ਹੈ ਪਰ ਬੜਾ ਵਾਜਬ ਦਾ ਜਵਾਬ ਹੈ, ਕਿਉਂਕਿ ਤੁਹਾਨੂੰ ਜਦੋਂ ਅਸੀਂ ਸੁਣਦੇ ਹਾਂ ਤਾਂ ਵਾਕਈ ਦਾ ਲੱਗਦਾ ਕਿ ਵਾਕਈ ਅਕਾਲੀ ਦਲ ਨੇ ਆਪਣੇ ਸਮੇਂ ਵਿੱਚ ਬਹੁਤ ਕੰਮ ਕੀਤਾ। ਪਰ ਜੇ ਇੰਨਾ ਵਧੀਆ ਕੰਮ ਕੀਤਾ ਤਾਂ ਫਿਰ ਜਦੋਂ 2017 ਦੇ ਇਲੈਕਸ਼ਨ ਹੁੰਦੇ ਨੇ ਉਦੋਂ ਅਕਾਲੀ ਦਲ ਨੂੰ ਉਹੋ ਜਿਹੀਆਂ ਰਿਸਪੌਂਸ ਕਿਉਂ ਨਹੀਂ ਮਿਲਦਾ? ਕਿੱਥੇ ਕਮੀ ਰਹਿ ਜਾਂਦੀ ਹੈ? ਕਿਉਂਕਿ ਤੁਸੀਂ ਪਹਿਲਾਂ ਕਹਿੰਦੇ ਹੋ ਕਿ ਜੋ ਕਿਹਾ ਸੀ ਉਹ ਕੀਤਾ, ਜੋ ਕਹਾਂਗੇ ਉਹ ਫਿਰ ਕਰਾਂਗੇ, ਪਰ ਜੇ ਵਾਕਈ ਜੋ ਕਿਹਾ ਸੀ, ਜੇ ਸਾਰਾ ਕੁਝ ਕੀਤਾ ਸੀ ਤਾਂ ਫਿਰ ਕਮੀ ਕਿੱਥੇ ਰਹਿ ਗਈ ਸੀ? ਕਮੀ ਦੋ ਰਹੀਆਂ ਜੀ। ਨੰਬਰ 1 ਤਾਂ ਇੱਕ ਬਹੁਤ ਵੱਡਾ ਇਸ਼ੂ ਜਿਹੜੀ ਸਾਨੂੰ ਢਾਲ ਲੱਗੀ ਉਹ ਬੇਅਦਬੀ ਕੀਤੀ, ਪਰ ਉਹ ਕੇਸਿਸ ਨੂੰ ਲੌਜੀਕਲ ਕੰਕਲੂਜਨ ਤੇ ਪਹੁੰਚਾ ਨਹੀਂ ਸਕੇ, ਸਮਾਂ ਐਸਾ ਸੀ। ਪਰ ਅਸੀਂ ਉਸ ਹਾਲਾਤ ਦੇ ਵਿੱਚ ਪੰਜਾਬ ਦੀ ਅਮਨ ਸ਼ਾਂਤੀ ਕਾਇਮ ਰੱਖੀ। ਇਹਦੇ ਇਲਾਵਾ ਦੂਜਾ ਜਿਹੜਾ ਗੁਟਕਾ ਫੜ ਕੇ ਝੂਠ ਬੋਲ ਕੇ ਲੋਕੀ ਸਮਝਣ ਲੱਗ ਗਏ ਸੀ ਕਿ ਘਰ ਦੇ ਵਿੱਚ ਤਾਂ ਘਰ ਵਾਲੇ ਨੂੰ ਵੀ ਨੌਕਰੀ ਮਿਲ ਜੂ, ਘਰ ਵਾਲੀ ਨੂੰ ਵੀ ਮਿਲ ਜੂ, ਮੁੰਡੇ ਨੂੰ ਵੀ ਮਿਲ ਜੂ, ਪੋਤੇ ਨੂੰ ਵੀ ਮਿਲ ਜੂ, ਤੇ ਜਿਹੜਾ ਮੁੰਡਾ ਨੂੰ ਨੌਕਰੀ ਨਹੀਂ ਮਿਲੀ ਉਹਦੇ ਬੈਂਕ ਦੇ ਖਾਤੇ 'ਚ 5000 ਰੁਪਏ ਮਹੀਨਾ ਕੈਪਟਨ ਸਾਹਿਬ ਭੇਜਿਆ ਕਰਨਗੇ। ਤੇ ਜਿਸ ਕਿਸਮ ਦੇ ਹਾਲਾਤ ਤੇ ਸਮਾਰਟਫੋਨ ਬੱਚੇ ਕੱਛਾਂ ਮਾਰਨ ਲੱਗ ਗਏ ਕਿ ਹੁਣ ਮੰਮੀ ਪਾਪਾ ਲੋੜ ਹੀ ਨਹੀਂ, ਸਮਾਰਟਫੋਨ ਤਾਂ ਸਾਨੂੰ ਕੈਪਟਨ ਅੰਕਲ ਨੇ ਘੱਲ ਦੇਣਾ, ਹਰੇਕ ਦੇ ਘਰ ਸਮਾਰਟਫੋਨ ਆ ਜਾਣਾ, ਇਹ ਬਿਜਲੀ ਦੇ ਬਿੱਲ ਮਾਫ ਹੋ ਜਾਣਗੇ। ਸਾਡੇ ਜ਼ਿਮੀਂਦਾਰ ਸੋਚਦੇ ਸੀ ਕਿ ਉਹਨਾਂ ਨੇ ਬੈਂਕਾਂ ਦੀਆਂ ਕਿਸ਼ਤਾਂ ਲਾਣੀਆਂ ਬੰਦ ਕਰਤੀਆਂ। ਕੈਪਟਨ ਸਾਹਿਬ ਨੇ ਕਿਹਾ ਸੀ ਕਿਸੇ ਬੈਂਕ ਦੇ, ਕਿਸੇ ਆੜ੍ਹਤੀਏ ਦੇ, ਕਿਸੇ ਦੇ ਪੈਸੇ ਨਹੀਂ ਮੋੜਨੇ ਤੁਸੀਂ, ਇਹ ਮੈਂ ਗਰੰਟੀ ਦਿੰਦਾ, ਮੈਂ ਮੋੜੂੰਗਾ, ਸਰਕਾਰ ਮੋੜੂਗੀ। ਇਹ ਸਾਰੀਆਂ ਗੱਲਾਂ 'ਚ ਭਰਮਾ ਕੇ ਲੋਕ ਆਏ। ਇਹਦੇ ਬਾਰੇ ਦੋ ਰਾਏ ਨਹੀਂ ਹੈ ਕਿ ਪੰਜਾਬ ਦੀ ਤੁਸੀਂ ਇਨਫਰਾਸਟ੍ਰਕਚਰ ਦੇਖੋ, ਪਿਛਲੇ 10 ਸਾਲ ਦੀ ਤੁਸੀਂ ਬਿਜਲੀ ਦਾ ਤਾਂ ਇਸ਼ੂ ਡਿਸਕਸ ਕਰ ਹੀ ਹਟੇ ਹੋ। ਕੋਈ ਇਹੋ ਜਿਹੀ ਹਾਈਵੇ ਨਹੀਂ ਹੈ ਜਿਹੜੀ 4 ਲੇਨ 6 ਦੇ ਨਾ ਹੁੰਦੀ ਹੋਵੇ। 270 ਦੇ ਕਰੀਬ ਰੇਲਵੇ ਓਵਰਬ੍ਰਿਜ ਬਣਿਆ, ਪੰਜਾਬ ਦੇ ਇਤਿਹਾਸ 'ਚ ਕਦੇ ਨਹੀਂ ਹੋਇਆ। ਸਤਲੁਜ ਦੇ ਉੱਤੇ ਨਵੇਂ 2 ਬ੍ਰਿਜਸ ਦਬਾਨੇ ਜੋੜਨੇ, ਇਹ ਪੰਜਾਬ ਦੇ ਇਤਿਹਾਸ 'ਚ ਕਦੇ ਨਹੀਂ ਹੋਇਆ। ਪੰਜਾਬ ਦੀ ਇਨਫਰਾਸਟ੍ਰਕਚਰ ਹੈ ਜਿਹੜੀ ਅਦਰਵਾਈਜ਼ ਓਵਰਆਲ, ਜਿਵੇਂ ਸਾਂਝ ਕੇਂਦਰ ਬਣਾਉਣੇ, ਗਵਰਨਮੈਂਟ ਦੀਆਂ ਬਿਲਡਿੰਗਸ ਬਣਾਉਣੀਆਂ, ਗਵਰਨਮੈਂਟ ਦੇ ਜਿਹੜੇ ਐਡਮਿਨਿਸਟ੍ਰੇਟਿਵ ਬਲਾਕਸ ਹੈ ਉਹ ਬਣਨੇ, ਨਵੇਂ ਗਵਰਨਮੈਂਟ ਕਾਲਜਸ ਬਣਨੇ, IIT ਦਾ ਆਉਣਾ ਜਾਂ IMA ਦਾ ਆਉਣਾ। ਰੋਪੜ ਦੀ IIT ਦੇਖੋ ਹੁਣ ਤੁਸੀਂ, ਕੰਟਰੀ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਵੀ ਉਹਦੇ ਮਾਰਕ ਮਾਰਨ ਲੱਗ ਗਈ। ਬਟ ਇਹ ਚੀਜ਼ਾਂ ਅਸੀਂ ਲੋਕਾਂ ਨੂੰ ਕਨਵਿੰਸ ਨਹੀਂ ਕਰ ਸਕੇ। ਲੁਭਾਉਣ ਵਾਲੀਆਂ ਚੀਜ਼ਾਂ
ਲੋਕਾਂ ਨੂੰ ਜ਼ਿਆਦਾ ਨਜ਼ਰ ਆਉਣ ਲੱਗ ਗਿਆ। ਇਹਦੇ 'ਚ ਸਾਨੂੰ ਜ਼ਰੂਰ ਡਾਕ ਮਿਲੀ ਹੈ। ਅੱਜ ਲੋਕ ਰਿਅਲਾਈਜ਼ ਕਰ ਰਹੇ ਹੈ ਕਿ ਉਹ ਜਿਹੜੀ ਗਲਤੀ ਹੋਈ ਹੈ, ਅਸੀਂ ਜਿਹੜਾ ਭੁਲੇਖਿਆਂ 'ਚ ਸਾਨੂੰ ਕਾਂਗਰਸ ਨੇ ਪਾਇਆ, ਉਹਦਾ ਸਾਨੂੰ ਬਹੁਤ ਡੈਮੇਜ ਹੋਇਆ। ਹੁਣ ਲੋਕੀ ਇੰਡਸਟਰੀ ਵਾਲੇ ਕਹਿਣ ਲੱਗੇ ਕਿ ਸਾਨੂੰ ਛੋਟੀ ਜਿਹੀ ਦਿੱਕਤ ਹੁੰਦੀ ਸੀ ਤਾਂ ਅਸੈਸਿਬਲ ਗਵਰਨਮੈਂਟ ਸੀ। ਪ੍ਰਕਾਸ਼ ਸਿੰਘ ਬਾਦਲ ਹਰ ਮਹੀਨੇ ਲੁਧਿਆਣੇ ਵਰਗੀ ਸਿਟੀ 'ਚ ਆਪ ਆ ਜਾਂਦੇ ਸੀ ਮਿਲਣ ਲੋਕਾਂ ਤੇ 4.5 ਸਾਲ 'ਚ ਅਸੀਂ ਇੱਕ ਦਿਨ, ਸਾਡੀ ਕਿਸਮਤ ਨਹੀਂ ਹੋਈ ਕਿ ਕੈਪਟਨ ਅਮਰਿੰਦਰ ਲੁਧਿਆਣੇ ਆ ਕੇ ਇੰਡਸਟਰੀ ਨਾਲ ਗੱਲ ਕਰ ਜਾਣ ਜਾਂ ਕਿ MLA ਜ਼ਰੂਰ ਮਿਲਣਾ। ਇਹ ਚੀਜ਼ਾਂ ਜਿਹੜੀਆਂ ਸਾਰੀਆਂ ਇਹ ਰਿਅਲਾਈਜ਼ੇਸ਼ਨ ਹੋ ਰਹੀਆਂ ਲੋਕਾਂ ਨੂੰ ਹੁਣ, ਐਂਡ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਫਰਕ ਹੈ ਇਸ ਵਿੱਚ ਜੀ। ਇਸ ਤੋਂ ਇਲਾਵਾ ਮੈਂ ਕਹਾਂਗਾ ਇੱਕ ਹੋਰ ਪੁਆਇੰਟ ਮੇਰੇ ਹਿਸਾਬ ਨਾਲ ਸ਼ਾਇਦ ਕਾਰਨ ਰਿਹਾ ਕਿ ਜਿਵੇਂ ਤੁਸੀਂ ਪਹਿਲਾਂ ਅਨਾਉਂਸਮੈਂਟ ਕੀਤੀ ਸੀਗੀ ਕਿ ਆਪਾਂ 3 ਲੱਖ ਨੌਕਰੀਆਂ ਦੇਵਾਂਗੇ, ਪਰ ਉੱਥੇ ਵੀ ਸ਼ਾਇਦ ਤੁਹਾਡੀ ਸਰਕਾਰ ਜਿਹੜੀ ਉੱਥੇ ਅਸਫਲ ਹੋਈ, ਕਿਉਂਕਿ 3 ਲੱਖ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਐਂਡ ਇਸ ਵਾਰ ਫਿਰ ਤੁਸੀਂ 3 ਲੱਖ ਨੌਕਰੀਆਂ ਦਾ ਹੀ ਦੁਬਾਰਾ ਫਿਰ ਆਪਣੇ ਜਿਹੜੇ ਨੁਕਤੇ ਜਿਹੜੇ ਕੱਢੇ ਸੀਗੇ ਉਹਨਾਂ ਵਿੱਚ ਤੁਸੀਂ ਪੁਆਇੰਟ ਸ਼ਾਮਿਲ ਕੀਤਾ। ਚਲੋ ਦੇਖਦੇ ਹਾਂ ਕਿ ਇਸ ਵਾਰ ਅਗਰ ਤੁਹਾਨੂੰ ਮੌਕਾ ਮਿਲਦਾ ਤੇ 3 ਲੱਖ ਜਾਂ ਕਿੰਨੀਆਂ ਲੱਖ ਤੁਸੀਂ ਨੌਕਰੀਆਂ ਪੇਸ਼ ਕਰ ਪਾਉਂਦੇ ਹੋ। ਸੋ ਅਗਲਾ ਸਵਾਲ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਨਾਲ ਰਮਨ ਚੰਡੀ ਜੀ ਜੁੜੇ ਨੇ ਉਹਨਾਂ ਤੋਂ ਪੁੱਛਣਾ ਚਾਹਾਂਗਾ ਕਿ ਅਰਵਿੰਦ ਕੇਜਰੀਵਾਲ ਚਲੋ ਗੱਲ ਕਰਦੇ ਨੇ ਦਿੱਲੀ ਮਾਡਲ ਦੀਆਂ, ਪਰ ਇੱਥੇ ਜੇਕਰ ਪੰਜਾਬ ਦੇ ਵਿੱਚ ਉਹਨਾਂ ਨੇ ਹਾਲੇ ਤੱਕ ਆਪਣੇ ਪੈਰ ਜਮਾਏ ਨੇ ਜਾਂ ਗੱਲਬਾਤ ਕੀਤੀ ਹੈ ਤਾਂ ਸਿਰਫ ਕਾਂਗਰਸ ਜਾਂ ਅਕਾਲੀ ਦਲ ਦੀਆਂ ਜਿਹੜੀਆਂ ਆਲਰੇਡੀਆਂ ਰਨਿੰਗ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਨੂੰ ਹੀ ਰਿਪੀਟ ਕਰਕੇ ਗਰੰਟੀ ਦਾ ਨਾਮ ਦੇ ਕੇ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਹਿਣ ਦਾ ਮਤਲਬ, ਕਹਿਣ ਨੂੰ ਭਾਵੇਂ ਦਿੱਲੀ ਮਾਡਲ, ਪਰ ਪੰਜਾਬ ਦੀ ਹੀ ਜਿਹੜੀਆਂ ਮਾਡਲ ਦੀਆਂ ਜਿਹੜੀਆਂ ਆਲਰੇਡੀ ਗੱਲਾਂ ਜਿਹੜੀ ਆਪਾਂ ਹੰਢਾ ਰਹੇ ਹਾਂ ਜਾਂ ਆਪਾਂ ਉਹਨਾਂ ਨੂੰ ਲੈ ਰਹੇ ਹਾਂ, ਆਨੰਦ ਲੈ ਰਹੇ ਉਹਨਾਂ ਦਾ, ਉਹਨਾਂ ਨੂੰ ਹੀ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਆਪਣਾ ਕਹਿ ਕੇ ਪੇਸ਼ ਕਰ ਰਹੀ ਹੈ। ਸੋ ਜੋ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਤਾਂ ਆਲਰੇਡੀ ਜਿਹੜੀਆਂ ਬਾਕੀ ਜਿਹੜੀਆਂ ਪਾਰਟੀਆਂ ਨੇ ਕਾਂਗਰਸ ਦੀਆਂ, ਪੰਜਾਬ ਦੀਆਂ, ਜਿਵੇਂ ਕਾਂਗਰਸ ਤੇ ਅਕਾਲੀ ਦਲ, ਸੋ ਉਹਨਾਂ ਨੇ ਹੀ ਉਹਨਾਂ ਦੀ ਜਿਹੜਾ ਇੱਕ ਜਾਤ ਦਾ ਮੁੱਦਾ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਫਿਰ ਇੱਕ ਫ੍ਰੀ ਬਿਜਲੀ ਦਾ ਮੁੱਦੇ ਦੇਣ ਦੀ ਕੋਸ਼ਿਸ਼ ਗੱਲ ਕੀਤੀ ਹੈ। ਸੋ ਆਲਰੇਡੀਆਂ ਪਾਲਿਸੀ ਦੇ ਉੱਪਰ ਹੀ ਆਮ ਆਦਮੀ ਪਾਰਟੀ ਸ਼ਾਇਦ ਆਪਣਾ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੁਝ ਆਪਣਾ, ਕੁਝ ਵੱਖਰੀ ਚੀਜ਼ ਹਜੇ ਤੱਕ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸਾਹਮਣੇ ਨਹੀਂ ਆ ਰਹੀ। ਰਮਨ ਚੰਡੀ, ਤੁਸੀਂ ਕੀ ਕਹਿੰਦੇ ਹੋ? ਦੇਖੋ ਮੋਹਿਤ ਜੀ, ਗੱਲ ਇਸ ਤਰ੍ਹਾਂ ਹੈ, ਆਮ ਆਦਮੀ ਪਾਰਟੀ, ਤੁਹਾਡਾ ਕਹਿਣ ਦਾ ਮਤਲਬ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਆਮ ਆਦਮੀ ਪਾਰਟੀ ਇਹਨਾਂ ਰਵੈਤੀ ਪਾਰਟੀਆਂ ਦੇ ਪਿੱਛੇ ਲੱਗ ਕੇ ਆਪਣਾ ਪੈਰ ਜਮਾਉਣਾ ਚਾਹੁੰਦੀ ਆ। ਆਮ ਆਦਮੀ ਪਾਰਟੀ ਕੋਲ ਆਪਣਾ ਪਰਸਨਲ ਵਿਜ਼ਨ ਕੁਝ ਨਹੀਂ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਦੇਖੋ ਪੰਜਾਬ ਦੇ ਲੋਕਾਂ ਨੇ ਜੋ ਸੁਵਿਧਾਵਾਂ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਦਿੱਤੀਆਂ ਨੇ ਉਹ ਪੰਜਾਬ ਦੇ ਲੋਕ ਭਲੀ ਭਾਂਤੀ ਜਾਣਦੇ ਨੇ। ਸੋਸ਼ਲ ਮੀਡੀਆ ਦਾ ਵੀ ਯੁੱਗ ਹੈ, ਕੱਲਾ ਇਹ ਨਹੀਂ ਹੈ ਵੀ ਕੱਲਾ ਸੋਸ਼ਲ ਮੀਡੀਆ ਦੇ ਰਾਹੀਂ ਸਰਕਾਰਾਂ ਬਣ ਜਾਂਦੀਆਂ ਨੇ, ਲੇਕਿਨ ਸੋਸ਼ਲ ਮੀਡੀਆ ਆਪਣਾ ਇੰਨਾ ਕੁ ਪੱਖ ਜ਼ਰੂਰ ਰੱਖ ਸਕਦਾ ਹੈ ਕਿ ਲੋਕ ਜਾਗਰੂਕ ਜ਼ਰੂਰ ਹੋ ਜਾਂਦੇ ਨੇ ਕਿ ਆਪਣੇ ਦੇਸ਼ ਦੁਨੀਆ ਦੇ ਵਿੱਚ ਕਿੱਥੇ ਕੀ ਹੋ ਰਿਹਾ ਹੈ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਆਪਣਾ ਇੱਕ ਵਿਜ਼ਨ ਲੈ ਕੇ ਚੱਲੇਗੀ ਔਰ ਜੋ ਚੋਣ ਮੈਨੀਫੈਸਟੋ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤਾ ਜਾਏਗਾ ਉਹ ਇਹਨਾਂ ਦੋਨਾਂ ਤਿੰਨਾਂ ਪਾਰਟੀਆਂ ਨਾਲ ਬਿਲਕੁਲ ਹਟ ਕੇ ਹੋਏਗਾ। ਉਹਦੇ 'ਚ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਦੇਖਣ ਨੂੰ ਮਿਲਣਗੀਆਂ। ਰਹੀ ਗੱਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ, ਦੇਖੋ ਮੈਂ ਪਹਿਲਾਂ ਵੀ ਕਹਿ ਕੇ ਚੁੱਕਿਆ ਕਿ ਅਰਵਿੰਦ ਕੇਜਰੀਵਾਲ ਜੀ ਇੱਕ ਇਮਾਨਦਾਰ ਨੇਤਾ ਵਜੋਂ ਜਾਣੇ ਜਾਂਦੇ ਨੇ। ਉਹਨਾਂ ਨੇ ਦਿੱਲੀ ਦੀ ਸਰਕਾਰ, ਐਵੇਂ ਨਹੀਂ 3 ਵਾਰੀ ਮੁੱਖ ਮੰਤਰੀ ਉਹ ਬਣੇ ਨੇ। ਜੇਕਰ ਦਿੱਲੀ ਦੀ ਜਨਤਾ ਨੇ, ਉੱਥੇ ਕੱਲੀ ਦਿੱਲੀ ਦੀ ਜਨਤਾ ਨਹੀਂ, ਤਕਰੀਬਨ ਹਰ ਇੱਕ ਸਟੇਟ ਦੀ ਜਨਤਾ ਉੱਥੇ ਬੈਠੀ ਹੈ। ਇਸ ਕਰਕੇ ਉਹਨਾਂ ਨੇ ਜੇ ਉਹਦੇ ਵਿੱਚ ਕੁਝ ਦੇਖਿਆ, ਇਸ ਤਰ੍ਹਾਂ ਕੀ ਇਹ ਰਵਾਇਤੀ ਪਾਰਟੀਆਂ 2022 ਦੇ ਵਿੱਚ ਇਹ ਆਪਣਾ ਨਾਅਰਾ ਲੈ ਕੇ ਚੱਲਣਗੀਆਂ ਕਿ ਜੇਕਰ ਅਸੀਂ ਪੰਜਾਬ ਲਈ, ਅਕਾਲੀ ਦਲ ਇਹ ਕਹੇ ਕਿ ਪਿਛਲਾ ਚਲੋ ਛੱਡ ਦੇ 10 ਸਾਲ ਰਾਜ ਜਿਹੜਾ ਰੈਗੂਲਰ ਕੀਤਾ, ਜੇਕਰ ਅਸੀਂ ਪੰਜਾਬ ਦੇ ਵਿੱਚ 10 ਸਾਲ ਪੰਜਾਬ ਨੂੰ ਅੱਗੇ ਲਿਜਾਣ ਲਈ ਕੁਝ ਕੀਤਾ ਤਾਂ ਸਾਨੂੰ ਤਾਂ ਵੋਟ ਦਿਓ, ਨਹੀਂ ਬਿਲਕੁਲ ਨਾ ਦਿਓ। ਕਾਂਗਰਸ ਆਪਣਾ 5 ਸਾਲ ਦਾ ਵਿਜ਼ਨ ਸਾਡਾ ਦੱਸ ਕੇ ਚੱਲੇ, ਆਮ ਆਦਮੀ ਪਾਰਟੀ ਫੇਰ ਕਹਿ ਕੇ ਚੱਲੇਗੀ ਇਹ ਅਸੀਂ ਕਹਾਂਗੇ, ਨਹੀਂ ਤਾਂ ਇਹਨਾਂ ਦੋਨਾਂ ਤਿੰਨਾਂ ਪਾਰਟੀਆਂ ਨੂੰ ਜੇਕਰ ਇਹਨਾਂ ਨੇ ਪੰਜਾਬ ਨੂੰ ਉੱਪਰ ਚੁੱਕਿਆ, ਪੰਜਾਬ ਦੇ ਜਨਤਾ ਦੇ ਹਿੱਤਾਂ ਦੀ ਰਾਖੀ ਕੀਤੀ ਹੈ ਤਾਂ ਇਹਨਾਂ ਨੂੰ ਵੋਟ ਦੇ ਦਿਓ, ਨਹੀਂ ਤਾਂ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਦਿਓ। ਅਰਵਿੰਦ ਕੇਜਰੀਵਾਲ ਜੀ ਨੇ ਆਪਣੇ ਦਿੱਲੀ ਦੇ ਵਿੱਚ ਇਹ ਨਾਅਰਾ ਦਿੱਤਾ ਸੀ ਕਿ ਜੇਕਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਕੁਝ ਕੀਤਾ ਹੈ, ਜੇਕਰ ਆਮ ਆਦਮੀ ਪਾਰਟੀ ਨੇ ਕੁਝ ਕੀਤਾ ਤਾਂ ਵੋਟ ਦਿਓ, ਨਹੀਂ ਤਾਂ ਬਿਲਕੁਲ ਨਾ ਦਿਓ। ਟਾਂਡਾ ਸਾਹਿਬ, ਇਹ ਮੁਸਕਰਾਹਟ ਵਾਲੀ ਗੱਲ ਨਹੀਂ ਹੈ, ਜੈਨੂਨ ਗੱਲ ਹੈ। ਗੱਲ ਉੱਥੇ ਆ ਗਈ ਤੁਸੀਂ ਮੈਨੂੰ ਟੋਕਦੇ ਹੋ, ਮੈਂ ਤੁਹਾਨੂੰ ਟੋਕਦਾ, ਇਸ ਤਰ੍ਹਾਂ ਦੀ ਜਿਹੜੀ ਸੱਚਾਈ ਹੈ। ਦੇਖੋ ਸੱਚਾਈ, ਇੱਕ ਮੈਂ ਗੱਲ ਹਟ ਕੇ ਕਰਨ ਲੱਗਿਆ, ਸੱਚਾਈ ਤਾਂ ਇਹ ਵੀ ਹੈ ਕਿ ਟਾਂਡਾ ਸਾਹਿਬ ਤੁਹਾਡੇ ਵੀ ਯਾਦ ਹੋਣਾ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ 5 ਵਾਰ ਮੁੱਖ ਮੰਤਰੀ ਰਹਿ ਗਏ ਪੰਜਾਬ ਦੇ। ਚਲੋ ਸਤਿਕਾਰਯੋਗ ਨੇ, ਮੇਰੇ ਵੀ ਸਤਿਕਾਰਤ ਨੇ, ਇਹੋ ਜਿਹੀ ਕੋਈ ਗੱਲ ਨਹੀਂ। ਪਹਿਲੀ ਵਾਰ ਉਹ 27 ਮਾਰਚ 1970 ਨੂੰ ਮੁੱਖ ਮੰਤਰੀ ਬਣੇ। ਉਹਨਾਂ ਦਾ ਕਾਰਜਕਾਲ 14 ਜੁਲਾਈ 1971 ਤੱਕ ਦਾ ਸਿਰਫ 1.25 ਸਾਲ ਦਾ ਸੀ। ਉਸ ਸਮੇਂ ਉਹਨਾਂ ਦੇ ਇੱਕ ਮੰਤਰੀ ਸਰਦਾਰ ਤਰਲੋਚਨ ਸਿੰਘ ਜੀ ਨੇ ਉਸ ਸਮੇਂ ਦੇ ਰਾਸ਼ਟਰਪਤੀ ਨੂੰ ਮੈਮੋਰੰਡਮ ਦਿੱਤਾ ਸੀ ਕਿ ਸਾਡੀ ਮੌਜੂਦਾ ਅਕਾਲੀ ਦਲ ਦੀ ਸਰਕਾਰ ਔਰ ਮੌਜੂਦਾ ਪ੍ਰਕਾਸ਼ ਸਿੰਘ ਬਾਦਲ ਜੀ ਚੀਫ ਮਿਨਿਸਟਰ ਪੰਜਾਬ ਕਰਪਟ ਨੇ, ਇਸ ਦੀ ਜਾਂਚ ਕੀਤੀ ਜਾਵੇ।
ਜਾਂਚ ਬਿਠਾਈ ਗਈ ਔਰ ਤੁਹਾਡੇ ਯਾਦ ਆ ਗਿਆ ਹੋਣਾ ਕਿ ਉਸ ਵੇਲੇ ਕਮਿਸ਼ਨ ਬਣਿਆ ਸ਼ੰਘਾਈ ਕਮਿਸ਼ਨ। 100 ਐਲੀਗੇਸ਼ਨਾਂ ਦੇ ਵਿੱਚੋਂ 13-14 ਐਲੀਗੇਸ਼ਨ ਪ੍ਰੂਫ ਹੋਏ, ਨਹੀਂ 14 ਪ੍ਰੂਫ ਹੋਏ, ਲੇਕਿਨ ਉਹ ਮੈਨੂੰ ਤੁਹਾਡੇ ਤੇ ਜਿਹੜੀਆਂ ਗੱਲਾਂ ਕਰਦੇ ਨਹੀਂ, ਇਹ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ। ਦੇਖੋ ਦੇਖੋ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਹੈ, ਨਵੀਂ ਜਨਰੇਸ਼ਨ ਨੂੰ ਆਪਾਂ ਦੇਖੋ 20 ਸਾਲ 25 ਸਾਲ 30 ਸਾਲ ਵਾਲਿਆਂ ਨੂੰ ਆਪਾਂ ਨਵੀਂ ਜਨਰੇਸ਼ਨ ਕਹਿੰਦੇ ਆ। 5 ਵਾਰ ਪੰਜਾਬ ਦੇ ਲੋਕਾਂ ਨੇ ਮੁੜ ਕੇ ਜਿਤਾਇਆ ਉਸੇ ਮੁੱਖ ਮੰਤਰੀ ਨੂੰ ਜਿਹੜੀਆਂ ਲੋਕਾਂ ਦੇ ਵੋਟ ਇਸ ਕਿਸਮ ਦਾ ਗੰਦ ਨਾ ਸੁੱਟੋ। ਲੋਕ ਉਹਨਾਂ ਨੂੰ ਪਿਆਰ ਕਰਦੇ ਤਾਂ ਚੰਗੇ ਨਹੀਂ ਲੱਗਦੇ। ਪਹਿਲਾਂ ਕਿਹਾ ਵੀ ਮੈਂ ਰਿਸਪੈਕਟ ਕਰਦਾ ਉਹਨਾਂ ਦੀ, ਲੇਕਿਨ ਪੰਜਾਬ ਦੀ ਨਵੀਂ ਜਨਰੇਸ਼ਨ ਨੂੰ ਇਹ ਪਤਾ ਹੈ ਕਿ ਦੇਖੋ ਕੈਪਟਨ ਇਕੱਠੇ ਸੀ ਨਹੀਂ। ਪੰਜਾਬ ਦੀ ਜਨਤਾ, ਹਰ ਜਨਤਾ ਹੁਣ ਸਮਝਦੀ ਹੈ। ਜੇ ਜ਼ਮਾਨਾ ਕਹਿੰਦੇ ਬਾਲ ਕਿੱਡੇ ਕਿੱਡੇ ਨੇ, ਸਾਰਾ ਕੁਝ ਅੱਗੇ ਆ ਜਾਣਾ। ਦੇਖੋ ਸਾਡੇ ਵੀ ਅੱਗੇ ਆ ਜਾਣਾ, ਤੁਹਾਡੇ ਵੀ ਅੱਗੇ ਆ ਜਾਣਾ। ਲੋਕ ਅੱਜ ਦੇ ਜਿਹੜੇ ਲੀਡਰ ਨੇ, ਅੱਜ ਇਹ ਕਹਿੰਦੇ ਨੇ ਅੱਧਾ ਮਿੰਟ 30 ਸੈਕਿੰਡ, ਅੱਜ ਦੀ ਜਿਹੜੀ ਜਨਰੇਸ਼ਨ ਹੈ, ਅੱਜ ਦੀ ਜਨਰੇਸ਼ਨ ਕੀ ਭਾਲਦੀ ਹੈ? ਸਾਡੇ ਲੀਡਰ ਰਿਸਪੈਕਟ ਤੇ ਪ੍ਰੋਟੈਕਟ ਦੇ ਆਧਾਰ ਤੇ ਕੰਮ ਨਹੀਂ ਕਰਦੇ। ਸਾਡੇ ਲੀਡਰਾਂ ਦੀ ਜਿਹੜੀ ਮਾਨਸਿਕਤਾ ਹੈ ਨਾ, ਉਹ ਸਿਰਫ ਲਾਲਚ ਦੇ ਵਿੱਚ ਆ ਕੇ ਸਿਰਫ ਇੱਕ ਪੈਸਾ ਕਮਾਉਣ ਖਾਤਰ ਰਹਿ ਗਈ ਹੈ, ਹੋਰ ਕੁਝ ਨਹੀਂ ਹੈ। ਇਹ ਸੱਚਾਈ ਹੈ। ਹਾਂ, ਇਹ ਕਹਿਣਾ ਮੈਂ ਭੁੱਲ ਗਿਆ, ਜ਼ਿਆਦਾਤਰ ਲੀਡਰ ਹੈ, ਮੈਂ ਮੰਨਦਾ ਵੀ ਲੀਡਰ ਹੈ ਵਿੱਚ, ਲੇਕਿਨ ਉਹਨਾਂ ਦੀ ਪੇਸ਼ ਕੋਈ ਨਹੀਂ ਚੱਲਣ ਦਿੱਤੀ ਜਾ ਰਹੀ। तो इस करके सोचना पड़ेगा पंजाब नूं, जी ਅਸੀਂ ਬਾਰ-ਬਾਰ ਗੱਲ ਕਰਦੇ ਆ ਪੰਜਾਬ ਦੀ। ਹਰ ਇੱਕ ਪਾਰਟੀ ਜਿਹੜੀ ਹੈ ਉਹ ਇਹੀ ਚਾਹੁੰਦੀ ਕਿ ਪੰਜਾਬ ਦੇ ਉੱਪਰ ਰਾਜ ਕਰੇ ਜਾਂ ਫਿਰ ਪੰਜਾਬ ਦੀ ਸੇਵਾ ਕਰੇ, ਪਰ ਜਿਹੜੇ ਮੌਜੂਦਾ ਹਾਲਾਤ ਜਿਹੜੇ ਦਿਖ ਰਹੇ ਨੇ, ਜੇ ਪੰਜਾਬ ਬਚੂਗਾ ਤਾਂ ਪੰਜਾਬ ਦੇ ਲਈ ਅਸੀਂ ਲੜਾਂਗੇ, ਕਿਉਂਕਿ ਪੰਜਾਬ ਦੇ ਜਿੰਨੇ ਮੁੱਦੇ ਅਸੀਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਸੂਬੇ ਦੇ ਆਪਣੇ ਕਿੰਨੇ ਸਾਰੇ ਮਸਲੇ ਨੇ। ਉਸ ਤੋਂ ਇਲਾਵਾ ਹੁਣ ਕੇਂਦਰ ਸਰਕਾਰ ਜਿਹੜੀ ਹੈ ਹੋਰ ਨਵੇਂ ਰੰਗ ਜਿਹੜੇ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਵੱਖਰਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਸਮੇਂ ਦੇ ਵਿੱਚ ਹਰ ਕੋਈ ਇਹੀ ਚਾਹੁੰਦਾ ਹੈ ਕਿ ਜਿਹੜੀਆਂ ਪਾਰਟੀਆਂ ਨੇ, ਠੀਕ ਹੈ, ਆਪਣੇ ਜਿਹੜਾ ਪਾਰਟੀ ਦਾ ਜਿਹੜਾ ਝੰਡਾ ਹੈ ਉਹਦੇ ਤਹਿਤ ਕੰਮ ਕਰੇ, ਪਰ ਆਵਾਜ਼ ਇੱਕ ਹੋਣੀ ਚਾਹੀਦੀ ਹੈ। ਚਿਹਰੇ ਭਾਵੇਂ ਵੱਖ-ਵੱਖ ਹੋਣ, ਪਰ ਆਵਾਜ਼ ਇੱਕ ਹੋਣੀ ਚਾਹੀਦੀ, ਤਾਂ ਜੋ ਕੇਂਦਰ ਨੂੰ ਲੱਗੇ ਕਿ ਵਾਕਈ ਪੰਜਾਬ ਦੇ ਵਿੱਚ ਵੱਖਰਾ ਏਕਾ ਹੈ, ਜੋ ਕਿ ਸ਼ੁਰੂ ਤੋਂ ਰਿਹਾ, ਕਿਉਂਕਿ ਹੱਕ ਸੇਮ ਨੇ, ਗੱਲਾਂ ਸੇਮ ਨੇ, ਮਸਲੇ ਸੇਮ ਨੇ। ਸੋ ਪੰਜਾਬ ਨੂੰ ਬਚਾਉਣ ਦੀ ਇੱਥੇ ਲੋੜ ਹੈ। ਸੋ ਮੈਂ ਸਾਰੀ ਪਾਰਟੀਆਂ ਕੋਲ ਦੁਬਾਰਾ ਇੱਕ ਲਾਸਟ ਵਿੱਚ ਇਹੀ ਗੱਲ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕਿਵੇਂ ਅਸੀਂ ਸਟੈਂਡ ਲਈਏ, ਕਿਵੇਂ ਅਸੀਂ ਆਵਾਜ਼ ਇੱਕ ਕਰੀਏ, ਬੁਲੰਦ ਹੋਵੇ, ਭਾਵੇਂ ਅਲੱਗ-ਅਲੱਗ ਪਾਰਟੀਆਂ ਦੇ ਹੀ ਹੋਣ, ਕਿਉਂਕਿ ਜੀ ਲੋਕਤੰਤਰ ਹੈ, ਰਾਜਨੀਤੀ ਹੋਣੀ ਬਹੁਤ ਜ਼ਰੂਰੀ ਹੈ, ਠੀਕ ਹੈ, ਪਰ ਉੱਥੇ ਆਪਾਂ ਪੰਜਾਬ ਨੂੰ ਵੀ ਰਲ ਕੇ ਬਚਾਉਣਾ, ਕਿਉਂਕਿ ਪੰਜਾਬ ਬਚੇਗਾ ਤਾਂ ਹੀ ਅਸੀਂ ਤਾਂ ਫਿਰ ਪੰਜਾਬ ਦੇ ਹੱਕਾਂ ਦੀ, ਪੰਜਾਬ ਦੇ ਉੱਪਰ ਰਾਜ, ਪੰਜਾਬ ਦੀ ਸੇਵਾ ਬਾਰੇ ਗੱਲ ਕਰ ਸਕਾਂਗੇ। ਸਭ ਤੋਂ ਪਹਿਲਾਂ ਮੈਂ ਫਿਰ ਜਿਹੜਾ ਜਵਾਬ ਹੈ ਮੈਂ ਹਰੀਸ਼ ਰਾਏ ਜੀ ਤੋਂ ਹੀ ਲੈਣਾ ਚਾਹਾਂਗਾ। ਹਰੀਸ਼ ਰਾਏ ਜੀ, ਤੁਸੀਂ ਕੀ ਆਖਦੇ ਹੋ? ਜੀ ਵੈਰੀ ਬਰੀਫਲੀ ਮੈਂ ਅੱਗੇ ਗੱਲ ਕਹੂੰ, ਅਸੀਂ ਸਦਾ ਇਹ ਕਹਿੰਦੇ ਹਾਂ, ਜੋ ਕਿਹਾ ਉਹ ਕੀਤੇ, ਲੋਕਾਂ ਤੋਂ ਮੰਨਦੇ ਹਾਂ ਕਿ ਅਸੀਂ ਪੰਜਾਬ ਦੀ ਗੱਲ ਕਰਦੇ। ਇਹ ਦੋਨੇ ਪਾਰਟੀਆਂ ਜਿਹੜੀਆਂ ਬੈਠੀਆਂ, ਇਹ ਸਾਰੀ ਪੈਨ ਇੰਡੀਆ ਦੀਆਂ ਪਾਰਟੀਆਂ। ਇਹਨਾਂ ਦੀ ਦਿੱਲੀ 'ਚ ਜਾ ਕੇ ਦਿੱਲੀ ਦੀ ਤੇ ਦਿੱਲੀ ਹਾਈ ਕੋਰਟ ਦੇ ਵਿੱਚ ਕੇਸ ਵੀ ਲਾਉਂਦੇ ਆ ਕਿ ਪੰਜਾਬ ਦੇ ਥਰਮਲ ਪਲਾਂਟਸ ਬੰਦ ਹੋ। ਉੱਥੇ ਕਹਿੰਦੇ ਆ ਪੰਜਾਬ ਦਾ ਪਾਣੀ ਦਿੱਲੀ ਨੂੰ ਤੇ ਹਰਿਆਣੇ ਨੂੰ ਪਹੁੰਚਣਾ ਚਾਹੀਦਾ ਹੈ। ਇਸੇ ਤਰ੍ਹਾਂ ਕਾਂਗਰਸ ਪਾਰਟੀ ਹੈ, ਪੰਜਾਬ 'ਚ ਕੁਛ, ਹਰਿਆਣੇ 'ਚ ਕੁਛ, ਦਿੱਲੀ 'ਚ ਕੁਛ। ਅਸੀਂ ਓਪਨ ਤਿਆਰ ਹੈ, ਸਾਡੇ ਨਾਲ ਰਲਣ ਸਾਰੀਆਂ ਪਾਰਟੀਆਂ। ਕੇਜਰੀਵਾਲ ਜੀ ਕੱਲ ਬਿਆਨ ਦੇਣ ਕਿ ਪੰਜਾਬ ਦੇ ਪਾਣੀਆਂ ਲਈ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਣਗੇ, ਕਿ ਉਹ ਪਾਣੀ ਸਾਡੇ ਬਹਾਲ ਹੋਣਗੇ। ਅਸੀਂ ਅੱਜ ਵੀ ਇਹਨਾਂ ਨੂੰ ਐਕਸੈਪਟ ਕਰਨ ਨੂੰ ਤਿਆਰ ਹੈ, ਨਾਲ ਚੱਲਣ ਲਈ ਤਿਆਰ ਹੈ ਇਸ ਲੜਾਈ ਲਈ। ਕਿਆ ਇਹ ਕਰਨਗੇ? ਕਿਆ ਮੈਡਮ ਸੋਨੀਆ ਗਾਂਧੀ ਜੀ ਇਹ ਬਿਆਨ ਦੇਣਗੇ? ਕਿਆ ਸੂਬਿਆਂ ਦੀ ਖੁਦਮੁਖਤਿਆਰੀ ਤੇ ਬੋਲਣਗੇ ਕਿ ਖੁਦਮੁਖਤਿਆਰੀ ਹੋਣੀ ਚਾਹੀਦੀ ਹੈ? ਇਹ ਇਸ਼ੂਜ਼ ਰੇਜ਼ ਕਰ ਲੈਣੇ ਤੇ ਇਸ਼ੂ ਕਹਿ ਦੇਣਾ ਗੱਲ ਹੋ ਰਿਹਾ, ਇਸ਼ੂ ਤੇ ਖਰਾ ਉਤਰਨਾ ਗੱਲ ਟੋਟਲੀ ਹੋ। ਕੇਜਰੀਵਾਲ ਜੀ ਦੇ ਜਿਹੜੇ ਡਬਲ ਟਾਕਸ ਹੈ, ਹੁਣ ਮੈਂ ਇਹਨਾਂ ਨੂੰ ਕਰਪਸ਼ਨ ਦੀ ਗੱਲ ਕਰਦੇ ਹਾਂ। ਪਿਛਲੀ ਵਾਰ ਸ਼ਰੇਆਮ ਕਿਹਾ ਗਿਆ ਕਿ ਇਹਨਾਂ ਦੇ ਦਿੱਲੀੋਂ ਭੇਜੀ ਹੋਈ ਟੀਮ ਨੇ ਸ਼ੋਸ਼ਣ ਵੀ ਕੀਤਾ ਔਰਤਾਂ ਦਾ, ਪੈਸੇ ਵੀ ਖਾਦੇ। ਕੇਜਰੀਵਾਲ ਜੀ ਨੇ ਕਿਹਾ ਸੀ ਕਿ ਮੈਂ ਜਨਹਿਤ ਕਰੂੰਗਾ, ਜਿੰਨੇ ਪੈਸੇ ਮੈਨੂੰ ਬਾਹਰੋਂ ਆਉਂਦੇ ਆ ਤੇ ਖਰਚ ਹੁੰਦੇ ਆ। ਜਨਹਿਤ ਕੀਤਾ ਉਹਨਾਂ ਨੇ, ਜਿੰਨੇ ਬਾਹਰੋਂ ਆਉਂਦੇ ਉਹ ਦੱਸਦੇ ਕਿੰਨੇ, ਪਰ ਖਰਚੇ ਕਿੱਥੇ ਅੱਜ ਨਹੀਂ ਦੱਸਿਆ। ਕੇਜਰੀਵਾਲ ਸਾਹਿਬ ਕਹਿੰਦੇ ਸੀਗੇ ਕਿ ਵਲੰਟੀਅਰ ਸਿਲੈਕਟ ਕਰਨਗੇ ਕੈਂਡੀਡੇਟ, ਫਿਰ ਇਹਨਾਂ ਨੇ ਕਰੋੜਾਂ ਰੁਪਏ ਲੈ ਕੇ ਸੀਟਾਂ ਟਿਕਟਾਂ ਕਿਉਂ ਵੰਡੀਆਂ? ਇਹ ਇਲਜ਼ਾਮ ਕਿਉਂ ਲੱਗੇ ਇਹਨਾਂ ਦੀ ਪਾਰਟੀ ਦੇ ਲੋਕਾਂ ਵੱਲੋਂ? ਅਸੀਂ ਤਾਂ ਨਹੀਂ ਲਾਏ, ਇਹਨਾਂ ਦੇ ਕੈਂਡੀਡੇਟਸ, ਪ੍ਰੋਸਪੈਕਟਿਵ ਕੈਂਡੀਡੇਟਸ ਨੇ ਲਗਾਏ। ਉਹਨਾਂ ਨੇ ਕਿਹਾ ਕਿ ਸੈਂਟਰ ਵਾਲੇ ਬੰਦੇ ਆ ਕੇ ਸਾਡਾ ਸ਼ੋਸ਼ਣ ਕਰਦੇ ਆ, ਅਸੀਂ ਤਾਂ ਨਹੀਂ ਲਗਾਇਆ। ਹੁਣ ਇਹ ਹਾਲਾਤ ਹੈ ਜਦ ਕੇਜਰੀਵਾਲ ਜੀ ਕਹਿੰਦੇ ਸੀਗੇ ਕਿ ਇੱਥੇ
ਆਪਸ ਚ ਡੈਮੋਕ੍ਰੇਸੀ ਹੋਊਗੀ। ਕੇਜਰੀਵਾਲ ਸਾਹਿਬ ਦੱਸਦੇ ਨੇ ਕਦ ਇਹਨਾਂ ਦੀ ਇਲੈਕਸ਼ਨ ਮੁੜ ਕੇ ਹੋਈ ਹੈ, ਇਹਨਾਂ ਨੇ ਆਪਣੇ ਕਨਸਟੀਟਿਊਸ਼ਨ ਨੂੰ ਲਾਗੂ ਕਦ ਕੀਤਾ, ਜਿਹੜੀ ਮੁੜ ਕੇ ਇਲੈਕਸ਼ਨ ਕਰਨੀ ਸੀ ਉਹ ਕਿਉਂ ਕੀਤੀ, ਕਿਉਂ ਇਹਨਾਂ ਨੇ ਵਿਦਨ ਦੀ ਪਾਰਟੀ ਆਵਾਜ਼ ਮਜ਼ਲ ਕੀਤੀ, ਬੰਦ ਕੀਤੀ, ਮਜਬੂਰ ਕੀਤਾ, ਇਹਨਾਂ ਦੇ ਵੱਡੇ ਲੀਡਰ ਛੱਡ ਕੇ ਇਹਨਾਂ ਨੂੰ ਲੱਗ ਚਲੇ ਗਏ। ਇਹ ਕਹਿ ਦੇਣਾ ਅੱਜ ਕਿੱਥੇ ਗਈ ਉਹ ਵੈਗਨਾਰ ਜਿਹਦੇ ਚੋਂ ਜਾਂਦੇ ਸੀ ਓਥ ਲੈਣ, ਅੱਜ ਕਿੱਥੇ ਗਈ ਉਹ ਸਿਕਿਉਰਿਟੀ ਨਹੀਂ ਲੈਣੀ, ਅੱਜ ਕਿੱਥੇ ਗਿਆ 2 ਕਮਰਿਆਂ ਦਾ ਫਲੈਟ। ਕਹਿਣੀਆਂ ਕੁਛ ਤੇ ਕਰਨੀਆਂ ਕੁਛ, ਸਮੇਂ ਨਾਲ ਰੰਗ ਬਦਲ ਕੇ ਗੱਲਾਂ ਕਰਨੀਆਂ, ਇਹਦੇ ਲਈ ਆਮ ਆਦਮੀ ਪਾਰਟੀ ਮਹਾਰਤ ਰੱਖਦੀ ਹੈ। ਇਹਨਾਂ ਦੇ ਐਮਐਲਏ ਛੱਡ ਕੇ ਅਕਾਲੀ ਦਲ ਚ ਆਏ, ਕਾਂਗਰਸ ਚ ਗਏ ਹੈ। ਇਹਨਾਂ ਨੇ ਸਹੁੰ ਖਾਧੀ ਸੀ ਆਪਣੇ ਬੱਚੇ ਦੀ ਕਿ ਸਪੋਰਟ ਨਹੀਂ ਲਊਂਗਾ, ਫਿਰ ਕਾਂਗਰਸ ਦੀ ਸਪੋਰਟ ਲੈ ਕੇ ਦਿੱਲੀ ਦੀ ਸਰਕਾਰ ਬਣਾਈ ਕਿ ਨਹੀਂ ਬਣਾਈ, ਫਿਰ ਉਹ ਤੋੜੀ, ਫਿਰ ਮੌਕੀਆਂ ਮੰਗ ਕੇ ਅਗਲੀਆਂ ਵੋਟਾਂ ਲਈਆਂ ਕਿ ਮੈਨੂੰ ਗਲਤੀ ਕਰ ਦਿਓ, ਮੈਂ ਮਾਫ ਕਰ ਦਊਂ। ਜੀ ਜੀ, ਮੈਂ ਕਹਾਂਗਾ ਇੱਥੇ ਤੁਸੀਂ ਆਪਣਾ ਜਿਹੜਾ ਆਖਰੀ ਜਿਹੜਾ ਵਿਊ ਪੁਆਇੰਟ ਹੈ ਤੁਸੀਂ ਉਹ ਵੀ ਨਾਲ ਰੱਖ ਸਕਦੇ ਹੋ, ਕਿਉਂਕਿ ਸਮਾਂ ਜਿਹੜਾ ਹੈ ਸਾਡੇ ਕੋਲ ਬਹੁਤੀ ਇਜਾਜ਼ਤ ਨਹੀਂ ਦੇ ਰਿਹਾ। ਇਸ ਤਰ੍ਹਾਂ ਤੁਸੀਂ ਆਪਣਾ ਕੋਈ ਆਖਰੀ ਵਿਊ ਪੁਆਇੰਟ ਰੱਖਣਾ ਚਾਹੁੰਦੇ ਹੋ ਤੁਸੀਂ ਰੱਖ ਸਕਦੇ ਹੋ, ਸਾਰੇ ਕੋਲ 2-2 ਮਿੰਟ ਹੀ ਨੇ। ਦੇਖੋ ਮੋਹਿਤ ਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ, ਚਲੋ ਮੈਂ ਹੁਣ ਬਹਿਸ ਨਹੀਂ ਕਹਿਣਾ ਚਾਹੁੰਦਾ, ਜੋ ਪੰਜਾਬ ਦਾ ਆਜ਼ਾਦੀ ਤੋਂ ਬਾਅਦ ਇਤਿਹਾਸ ਰਿਹਾ, ਪੰਜਾਬ ਕਦੇ ਇਧਰੋਂ ਵੱਢ ਲਿਆ, ਕਦੇ ਇਧਰੋਂ ਵੱਢ ਲਿਆ, 2 ਵਾਰੀ ਪੰਜਾਬ ਨੂੰ ਚੰਡੀਗੜ੍ਹ ਪੰਜਾਬ ਨੂੰ ਮਿਲਣ ਦਾ ਮੌਕਾ ਮਿਲਿਆ, ਜਨਵਰੀ 1970 ਚ ਔਰ ਜੁਲਾਈ 1985 ਚ। ਸਿਰਫ ਜੇ ਅੱਜ ਦੇ ਲੀਡਰ ਨੂੰ ਆਪਾਂ ਪੁੱਛ ਲਈਏ ਤਾਂ ਉਹ ਇਹ ਕਹਿ ਦਿੰਦੇ ਨੇ ਕਿ ਉਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ, ਕਾਂਗਰਸ ਨੇ ਦਿੱਤਾ, ਲਿਆ ਕੇ ਮੁੱਦਾ ਕੀ ਰਹਿ ਜਾਂਦਾ, ਕੁਰਸੀ ਦਾ। ਕੁਰਸੀ ਦੀ ਲੜਾਈ ਪਿੱਛੇ ਨੁਕਸਾਨ ਕਿਸ ਦਾ ਹੋਇਆ, ਪੰਜਾਬ ਦਾ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਅਜਿਹਾ ਇਤਿਹਾਸ ਦੇਖਣ ਨੂੰ ਨਹੀਂ ਮਿਲਿਆ ਕਿ ਇੱਕ ਪਲੇਟਫਾਰਮ ਤੇ ਨਾ ਤਾਂ ਕਦੇ ਕਿਸੇ ਮੌਜੂਦਾ ਸਰਕਾਰ ਨੇ, ਕਿਸੇ ਵੀ ਚੀਫ ਮਿਨਿਸਟਰ ਨੇ ਰੀਕਾਲ ਕੀਤੀ ਹੈ ਕਿ ਸਾਰੀਆਂ ਪਾਰਟੀਆਂ ਪੰਜਾਬ ਦੇ ਹਿੱਤ ਨੂੰ ਲੈ ਕੇ ਇੱਕ ਪਲੇਟਫਾਰਮ ਤੇ ਆਉਣ ਔਰ ਅਸੀਂ ਇਕੱਠੇ ਹੋ ਕੇ ਲੜੀਏ। ਸਿਰਫ ਕੁਰਸੀ ਦੀ ਲੜਾਈ ਰਹਿ ਜਾਂਦੀ ਹੈ ਇਹਨਾਂ ਦੀ, ਹੋਰ ਕੁਝ ਨਹੀਂ ਹੈ। ਆਮ ਆਦਮੀ ਪਾਰਟੀ ਦਾ ਇਸ ਤਰ੍ਹਾਂ ਦਾ ਬਲੇਮ ਨਹੀਂ ਲੱਗ ਸਕਦਾ, ਕਿਉਂਕਿ ਆਮ ਆਦਮੀ ਪਾਰਟੀ ਹਲੇ ਸਰਕਾਰ ਬਣਾਏਗੀ, ਪੰਜਾਬ ਦੀ ਜਨਤਾ ਨੇ ਸਰਕਾਰ ਬਣਾਉਣੀ ਹੈ, ਆਪਾਂ ਨੇ ਸਰਕਾਰ ਨਹੀਂ ਬਣਾਉਣੀ। ਇਸ ਕਰਕੇ ਚਾਹੀਦਾ ਹੈ ਕਿ ਪੰਜਾਬ ਦੇ ਹਿੱਤਾਂ ਨੂੰ ਮੂਹਰੇ ਰੱਖ ਕੇ ਆਪਾਂ ਕੁਝ ਦਾ ਪੰਜਾਬ ਦਾ ਸਵਾਰੀਏ, ਆਪਣਾ ਸਵਾਰਨ ਦੇ ਵਿੱਚ ਨਾ ਆਪਾਂ ਸਮਾਂ ਕੱਢ ਦਈਏ ਤਾਂ ਆਪਣੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਵੀ ਭੈੜਾ ਸਮਾਂ ਦੇਖੇਗੀ। ਖਾਲੀ ਤਾਂ ਪੰਜਾਬ ਪਹਿਲੇ ਹੀ ਹੋ ਰਿਹਾ। ਜੀ ਜੀ, ਬਾਕੀ ਆਪਣਾ ਆਪ ਘੱਟ ਸਵਾਰੀਏ, ਪੰਜਾਬ ਨੂੰ ਬਹੁਤਾ ਸਵਾਰੀਏ। ਬੜਾ ਖੂਬ ਕਿਹਾ ਤੁਸੀਂ। ਮਨਿੰਦਰਪਾਲ ਜੀ ਕੀ ਕਹਿਣਾ ਚਾਹੁੰਦੇ ਹੋ, ਆਖਰੀ ਸਟੇਟਮੈਂਟ? ਮੈਨੂੰ ਜਿਹੜੀਆਂ ਗੱਲਾਂ ਮੈਂ ਅੱਜ ਸੁਣੀਆਂ ਨੇ, ਇਹਨਾਂ ਦੇ ਪ੍ਰਸੰਗ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਿਣੀ ਹੈ, ਪੰਜਾਬ ਦੇ ਅੱਜ ਦੇ ਮੁੱਦੇ ਨੂੰ ਕਿਸੇ ਨੇ ਨਹੀਂ ਛੂਹਿਆ। ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ, ਮੈਂ ਹੁਣ ਵੀ ਇਹ ਗੱਲ ਕਰਦਾ। ਸੂਬਿਆਂ ਦੀ ਖੁਦਮੁਖਤਿਆਰੀ ਦੀ ਗੱਲ ਹੋ ਰਹੀ ਹੈ, ਪਾਣੀਆਂ ਦੇ ਇਸ਼ੂ ਦੀ ਗੱਲ ਹੋ ਰਹੀ ਹੈ, ਹੱਦਾਂ ਦੀ ਗੱਲ ਹੋ ਰਹੀ ਹੈ। ਰਮਨ ਜੀ ਹੁਣ ਨਾਲ ਇੱਕ ਚੰਡੀਗੜ੍ਹ ਦਾ ਇਸ਼ੂ ਵੀ ਜੋੜ ਗਏ ਨੇ। ਇਹ ਸਾਰੇ ਮੁੱਦੇ ਰਾਜਨੀਤੀ ਦੇ ਉਲਝਾਏ ਮੁੱਦੇ ਸੀ ਤੇ ਰਾਜਨੀਤੀ ਦੇ ਨਾਲ ਚੱਲਦੇ ਰਹਿਣੇ ਨੇ। ਅੱਜ ਪੰਜਾਬ ਦੀ ਹੋਂਦ ਦੀ ਲੜਾਈ ਲੜੀ ਜਾ ਰਹੀ ਹੈ, ਅੱਜ ਕਿਸਾਨੀ ਦੀ ਹੋਂਦ ਦੀ ਲੜਾਈ ਲੜੀ ਜਾ ਰਹੀ ਹੈ। ਕੀ ਕੋਈ ਕਿਸਾਨੀ ਦੇ ਮੁੱਦੇ ਦੇ ਉੱਤੇ ਵੀ ਕਿਸੇ ਦਾ ਕੋਈ ਸਟੈਂਡ ਹੈ? ਕਿ ਜਿਨ੍ਹਾਂ ਨੇ ਪਿਛਲੇ ਸਾਲ ਦੇ ਵਿੱਚ ਪਹਿਲਾਂ ਆਰਡੀਨੈਂਸ ਦੀ ਸਪੋਰਟ ਕਰਤੀ, ਆਰਡੀਨੈਂਸ ਤੋਂ ਬਾਅਦ ਜਦੋਂ ਉਹਨੇ ਐਕਟ ਬਣਨਾ ਸੀ ਉਦੋਂ ਉਹਦੇ ਉੱਤੇ ਸਾਈਨ ਕਰਤੇ, ਉਹਦੀ ਸਪੋਰਟ ਕਰਤੀ, ਉਹਦੇ ਬਾਅਦ ਅੱਜ ਤੱਕ ਵੀ ਇਹਨਾਂ ਡਿਬੇਟਸ ਦੇ ਵਿੱਚ ਉਹ ਇਸ਼ੂ ਕਿਉਂ ਨਹੀਂ ਆਉਂਦਾ ਕਿ ਅਸੀਂ ਕਿਸਾਨੀ ਦੇ ਮੁੱਦੇ ਦੇ ਉੱਤੇ ਕਿੱਥੇ ਖੜੇ ਹਾਂ? ਜੇ ਆਮ ਆਦਮੀ ਪਾਰਟੀ ਦੀ ਗੱਲ ਹੈ, ਠੀਕ ਹੈ, ਰਮਨ ਜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਅਜੇ ਪੰਜਾਬ ਦੇ ਵਿੱਚ ਕੁਝ ਕਰ ਵਿਖਾਉਂਦਾ, ਆਮ ਆਦਮੀ ਪਾਰਟੀ ਨੂੰ ਮੌਕਾ ਨਹੀਂ ਮਿਲਿਆ। ਆਮ ਆਦਮੀ ਪਾਰਟੀ ਦੇ ਕੋਲ ਪੰਜਾਬ ਦੇ ਵਿੱਚ ਵਿਰੋਧੀ ਧਿਰ ਦਾ ਰੋਲ ਨਿਭਾਉਣ ਦਾ ਮੌਕਾ ਸੀ। ਇੱਕ ਤੇ ਹੱਥ ਰੱਖ ਕੇ ਕਹਿਣ ਕਿ ਪੰਜਾਬ ਨੇ 20 ਐਮਐਲਏਆਂ ਦੇ ਨਾਲ ਆਪੋਜੀਸ਼ਨ ਦਿੱਤੀ ਸੀ, ਕੀ ਆਪੋਜੀਸ਼ਨ ਦਾ ਜੋ ਰੋਲ ਬਣਦਾ ਹੈ ਉਹ ਨਿਭਾਇਆ ਗਿਆ? ਮੇਰੀ ਅਖੀਰ ਦੇ ਵਿੱਚ ਸਾਰਿਆਂ ਨੂੰ ਹੱਥ ਜੋੜ ਕੇ ਇਹ ਅਪੀਲ ਹੈ ਕਿ ਅੱਜ ਪੰਜਾਬ, ਅੱਜ ਹਿੰਦੁਸਤਾਨ ਖੇਤੀ ਪ੍ਰਧਾਨ ਮੁਲਕ ਹੈ, ਉਹਦੇ ਵਿੱਚੋਂ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਸਾਡੀ ਜਿਹੜੀ ਇਕਨੋਮੀ ਹੈ ਉਹ ਐਗਰੀਕਲਚਰ ਤੇ ਖੜੀ ਹੈ। ਇਸ ਕਰਕੇ ਅੱਜ ਜੇ ਪੰਜਾਬ ਦੀ ਗੱਲ ਕਰਨੀ ਆ ਤੇ ਕਿਸਾਨੀ ਦੀ ਗੱਲ ਕਰਨੀ ਬਣਦੀ ਹੈ। ਕਿਸਾਨੀ ਦੇ ਇਸ਼ੂ ਦੇ ਉੱਤੇ ਆਪਾਂ ਪਿੱਛੇ ਕਿਸੇ ਦਾ ਕੀ ਰੋਲ ਰਿਹਾ, ਪਿੱਛੇ ਕਿਸੇ ਨੇ ਕਿੱਦਾਂ ਕੀਤਾ, ਕਿਹਦੇ ਕਹਿਣ ਤੇ ਕੀਤਾ, ਇਹਨਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਅੱਜ ਸਿਰ ਜੋੜ ਕੇ ਕਿਸਾਨੀ ਦੀ ਗੱਲ ਕਰੀਏ ਤੇ ਕਿਸਾਨੀ ਦੇ ਮੁੱਦੇ ਦੇ ਉੱਤੇ ਇੱਕ ਆਵਾਜ਼ ਬਣ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ। ਧੰਨਵਾਦ।
ਜੀ ਧੰਨਵਾਦ ਜੀ ਸਾਰਿਆਂ ਦਾ ਇਸ ਡਿਬੇਟ ਦੇ ਵਿੱਚ ਸ਼ਾਮਿਲ ਹੋਣ ਦਾ। ਤੇ ਨੋ ਡਾਊਟ ਅਸੀਂ ਕਾਫੀ ਸਾਰੇ ਪ੍ਰੋਗਰਾਮਾਂ ਵਿੱਚ ਕਿਸਾਨੀ ਦੇ ਮੁੱਦੇ ਦੀ ਖੁੱਲ੍ਹ ਕੇ ਗੱਲਬਾਤ ਕੀਤੀ ਹੈ, ਕਿਸਾਨ ਆਗੂ ਨੂੰ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਲਿਆ ਹੈ। ਹੋਰ ਵੀ ਐਕਚੁਅਲੀ ਮੁੱਦੇ ਨੇ ਪੰਜਾਬ ਦੇ ਜਿਹਨਾਂ ਬਾਰੇ ਅੱਜ ਅਸੀਂ ਖੁੱਲ੍ਹ ਕੇ ਗੱਲ ਕੀਤੀ ਹੈ। ਨੋ ਡਾਊਟ ਸਿਆਸੀ ਮੁੱਦੇ ਨੇ, ਬਟ ਹਾਂ ਪੰਜਾਬ ਦੇ ਲੋਕਾਂ ਦਾ ਦਰਦ ਇਸ ਸਾਰੇ ਮੁੱਦਿਆਂ ਦੇ ਨਾਲ ਜੁੜਿਆ ਹੋਇਆ। ਸੋ ਮੈਂ ਸਾਰੇ ਹੀ ਦੋਸਤਾਂ ਦਾ ਜਿਹੜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ, ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਥੈਂਕ ਯੂ ਸੋ ਮਚ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਥੈਂਕ ਯੂ ਸੋ ਮਚ, ਧੰਨਵਾਦ ਜੀ।